कहो नानक सुन रे मना, उर्मिला चमत्कार। क्यों सुपनार देखना ऐसे जग जब रचना तैसे रची, कहो नानक सुन गीत। कहो नानक बिन वर भजन, फल कहे जम जो सुख को चाहे सदा, शरण राम की माया कारण था वही, मूर्ख लोग नादान। हर जन हर अंतर नहीं, नानक साची कहो नानक बिन हर भजन, जीवन नानी राम न देखई, मन माया के अंत। सुख में दो संगी पाए, दुख में संग न कोए।
वाहिगुरु 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 जी का खालसा वाहिगुरु जी की फतेह जी। ਅੱਜ ਦੀ ਇਕੱਤਰਤਾ ਦੇ ਵਿੱਚ ਸਭ ਦਾ ਸਵਾਗਤ ਹੈ ਜੀ। ਅੱਜ ਕੈਂਪ ਦਾ ਜੋ ਸੈਕਿੰਡ ਲਾਸਟ ਡੇ ਹੈ। ਅੱਜ ਸਭ ਤੋਂ ਪਹਿਲਾਂ ਅਸੀਂ ਜੋ ਜਾਪ ਦੀ ਸੇਵਾ ਆਰੰਭ ਕਰਨ ਜਾ ਰਹੇ ਹਾਂ, ਖੁਸ਼ਪ੍ਰੀਤ ਕੌਰ ਜੀ ਲੁਧਿਆਣਾ, ਕਿਰਪਾ ਕਰਕੇ ਹੈਂਡ ਰੇਜ਼ ਕਰਨ ਜੀ। ਖੁਸ਼ਪ੍ਰੀਤ ਕੌਰ ਜੀ ਲੁਧਿਆਣਾ। ਅੰਮ੍ਰਿਤਪਾਲ ਸਿੰਘ ਜੀ ਮਹਿਲ ਕਲਾਂ, ਇਹਨਾਂ ਨੇ ਕੀਰਤਨ ਦੀ ਸੇਵਾ ਨਿਭਾਣੀ ਹੈ ਜੀ। ਜੇ ਉਹ ਵੀ ਜੁੜ ਚੁੱਕੇ ਨੇ ਤਾਂ ਕਿਰਪਾ ਕਰਕੇ ਹੈਂਡ ਰੇਜ਼ ਕਰਨ। ਅੰਮ੍ਰਿਤਪਾਲ ਸਿੰਘ ਜੀ, ਖੁਸ਼ਪ੍ਰੀਤ ਕੌਰ ਜੀ। ਜੇਕਰ ਉਹ ਨਹੀਂ ਜੁੜੇ ਤਾਂ ਅਸੀਂ ਜਿਹੜੀ ਜਾਪ ਦੀ ਸੇਵਾ ਉਹ ਸਿਮਰਨਜੀਤ ਕੌਰ ਜੀ ਨੂੰ ਦਿੰਦੇ ਹਾਂ। ਸਿਮਰਨ ਕੌਰ ਜੀ ਜਿਨ੍ਹਾਂ ਨੇ ਅੱਜ ਵਿਸ਼ਾ ਵੀ ਨਿਭਾਣਾ ਜੀ, ਮਿਹਨਤ। ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਆਪਣੀ ਵੀਡੀਓ ਔਨ ਕਰਨ। ਸਿਮਰਨ ਕੌਰ। ਹਾਂਜੀ, स्टार्ट करो जी। अपना माइक अनम्यूट करके स्टार्ट करो जी। वाहिगुरु जी का खालसा वाहिगुरु जी की फतेह जी। फतेह। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर
अकाल मूरत अजूनी सैभं गुर प्रसाद इक ओंकार सतनाम करता पुरख निरभौ निरवैर अकाल मूरत अजूनी सैभं गुर प्रसाद इक ओंकार सतनाम करता ਉਹ ਕਰਦੇ ਉਹਨੇ ਪੇਮੈਂਟ ਕਰਨ ਜਾਣਾ ਸੀ, ਐਕਟੀਵੇਟ ਨਹੀਂ ਹੋਇਆ। ਵਾਹਿਗੁਰੂ। ਉਹਨਾਂ ਦੀ ਆਵਾਜ਼ ਆਣੀ ਬੰਦ ਹੋ ਗਈ ਹੈ ਜੀ। ਸਿਮਰਨਜੀਤ ਕੌਰ ਜੀ ਦੀ ਲੱਗਦਾ ਉਹਨਾਂ ਦੇ ਨੈਟਵਰਕ ਦੀ ਕੋਈ ਪ੍ਰੋਬਲਮ ਆ ਰਹੀ ਹੈ। वाहिगुरु 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 जी का खालसा वाहिगुरु जी की फतेह। ਬਹੁਤ ਧੰਨਵਾਦ ਜੀ। ਹੁਣ ਜਿਹੜੇ ਕੀਰਤਨ ਦੀ ਸੇਵਾ ਹੈ ਉਹ ਨਿਭਾਉਣਗੇ ਜੀ ਅੰਮ੍ਰਿਤਪਾਲ ਸਿੰਘ ਜੀ। ਉਹਨਾਂ ਨੂੰ ਬੇਨਤੀ ਹੈ ਜੇ ਜੁੜ ਚੁੱਕੇ ਨੇ ਆਪਣੀ ਵੀਡੀਓ ਔਨ ਕਰਨ ਤੇ ਹੈਂਡ ਰੇਜ਼ ਕਰਨ ਜੀ। ਅੰਮ੍ਰਿਤਪਾਲ ਸਿੰਘ ਜੀ ਮਹਿਲ ਕਲਾਂ ਤੋਂ। ਜੇਕਰ ਨਹੀਂ ਜੁੜੇ ਆਪਾਂ ਫਿਰ ਅਗਲੇ ਸੈਸ਼ਨ ਵੱਲ ਵਧਾਂਗੇ ਜੀ। ਅੰਮ੍ਰਿਤਪਾਲ ਸਿੰਘ ਜੀ ਜੇ ਜੁੜ ਚੁੱਕੇ ਨੇ ਆਪਣੀ ਵੀਡੀਓ ਔਨ ਕਰਨ ਜੀ। ਵਾਹਿਗੁਰੂ। ਅੰਮ੍ਰਿਤਪਾਲ ਸਿੰਘ ਜੀ ਕੀ ਜੁੜ ਚੁੱਕੇ ਹੋ ਜੀ? ਜੇ ਜੁੜ ਚੁੱਕੇ ਹੋ ਹੈਂਡ ਰੇਜ਼ ਕਰਕੇ ਆਪਣੀ ਵੀਡੀਓ ਔਨ ਕਰੋ ਜੀ। ਓਕੇ, ਸ਼ਾਇਦ ਹਜੇ ਤੱਕ ਜੁੜੇ ਨਹੀਂ ਹੈਗੇ। ਸੋ ਕੋਈ ਗੱਲ ਨਹੀਂ, ਆਪਾਂ ਅੱਜ ਅਗਲੇ ਸੈਸ਼ਨ ਦੀ ਜੋ ਆਰੰਭਤਾ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਸਿਮਰਨ ਕੌਰ ਸਟੱਡੀ ਫਾਊਂਡੇਸ਼ਨ ਦੀ ਬੱਚੀ ਹੈ ਔਰ ਇਹਦਾ ਜਿਹੜਾ ਵਿਸ਼ਾ ਉਹ ਹੈ ਮਿਹਨਤ। ਸਿਮਰਨ ਕੌਰ ਜੇਕਰ ਜੁੜ ਚੁੱਕੇ ਹੋ ਤਾਂ ਕਿਰਪਾ ਕਰਕੇ ਆਪਣਾ ਹੈਂਡ ਰੇਜ਼ ਕਰੋ। ਜਿਨ੍ਹਾਂ ਦੀ ਟਰਨ ਹੁੰਦੀ ਹੈ ਕਿਰਪਾ ਕਰਕੇ ਆਪਣਾ ਹੈਂਡ ਰੇਜ਼ ਕਰ ਦਿਆ ਕਰੋ ਤਾਂ ਕਿ ਉਹਨਾਂ ਨੂੰ ਸਪੌਟ ਕੀਤਾ ਜਾ ਸਕੇ ਤੇ ਆਪਣੀ ਵੀਡੀਓਜ਼ ਔਨ ਕਰ ਲਓ ਜੀ। ਸਿਮਰਨ ਕੌਰ ਆਪਣੀ ਵੀਡੀਓ ਸਟਾਰਟ ਕਰੋ ਜੀ। ਹਾਂਜੀ, ਸਟਾਰਟ ਕਰੋ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰਾ ਟੌਪਿਕ ਹੈ ਹਾਰਡ ਸਕਸੈਸ। ਮਿਹਨਤ ਤੋਂ ਬਿਨਾਂ ਅਸੀਂ ਕੁਝ ਹਾਸਿਲ ਵਿੱਚ ਸਫਲਤਾ ਅਤੇ ਖੁਸ਼ਹਾਲੀ ਤਾਂ ਹੀ ਪ੍ਰਾਪਤ ਕਰ ਸਕਦੇ ਹਾਂ ਜੇਕਰ ਅਸੀਂ ਮਿਹਨਤ ਕਰਾਂਗੇ। ਉਹਨਾਂ ਨੂੰ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਹੁੰਦੀ ਜੋ ਹਮੇਸ਼ਾ ਮੌਕੇ ਦੀ ਉਡੀਕ ਵਿੱਚ ਰਹਿੰਦੇ ਹਨ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਮਿਹਨਤ ਕਰਨ ਦਾ ਉਪਦੇਸ਼ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦੇ 3 ਉਪਦੇਸ਼ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਸਾਨੂੰ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਦਿੰਦੇ ਹਨ। ਇੱਕ ਗੁਰਬਾਣੀ ਫਰਮਾਨ ਵੀ ਹੈ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਜ਼ਿੰਦਗੀ ਦਾ ਅਸਲ ਰਸਤਾ ਉਸੇ ਨੂੰ ਸਮਝ ਆਇਆ ਹੈ ਜੋ ਮਿਹਨਤ ਨਾਲ ਕਮਾਈ ਕਰਦਾ ਹੈ ਤੇ ਵੰਡ ਕੇ ਛਕਦਾ ਹੈ। ਸਖਤ ਮਿਹਨਤ ਸਾਡੇ ਲਈ ਚੁਣੌਤੀ ਜ਼ਰੂਰ ਹੈ ਪਰ ਅਸੰਭਵ ਨਹੀਂ। ਆਪਣੇ ਮਿੱਥੇ ਹੋਏ ਨਿਸ਼ਾਨਿਆਂ ਤੱਕ ਪਹੁੰਚਣ ਲਈ ਮਿਹਨਤ ਜ਼ਰੂਰੀ ਹੈ। ਕਾਰਜ ਕਰਨ ਵਾਲਾ ਮਨੁੱਖ ਪ੍ਰੈਜ਼ੈਂਟ ਵਿੱਚ ਕੰਮ ਕਰਦਾ ਹੈ, ਉਸ ਲਈ ਕੋਈ ਕੱਲ ਨਹੀਂ। ਉਹ ਸਮੇਂ ਦਾ ਸਭ ਤੋਂ ਵਧੀਆ ਉਪਯੋਗ ਕਰਦਾ ਹੈ। ਜ਼ਿੰਦਗੀ ਦੁੱਖਾਂ, ਤਕਲੀਫਾਂ ਅਤੇ ਸੰਘਰਸ਼ ਨਾਲ ਭਰੀ ਹੋਈ ਹੈ। ਇਹ ਕੁਦਰਤ ਦੇ ਨਿਯਮ ਦੀ ਕਿਰਿਆ ਹੈ। ਵਿਹਲੇਪਨ ਦੀ ਜ਼ਿੰਦਗੀ ਬਦਨਾਮੀ ਅਤੇ ਸ਼ਰਮ ਦੀ ਜ਼ਿੰਦਗੀ ਹੈ। ਜ਼ਿੰਦਗੀ ਵਿੱਚ ਅਸਫਲਤਾ ਅਕਸਰ ਵਿਹਲੇ ਹੋਣ ਕਰਕੇ ਹੁੰਦੀ ਹੈ। ਉਦਯੋਗ ਸਫਲਤਾ ਦੀ ਕੁੰਜੀ ਹੈ। ਉਦਯੋਗ ਇੱਕ ਦੇਸ਼ ਨੂੰ ਬਣਾਉਂਦਾ ਹੈ।
ਮਹਾਨਤਾ ਸਿਰਫ ਮਹਾਨ ਕਿਰਤ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ। ਜੋ ਉਹ ਝਟਕੇ ਨਾਲ ਕਮਾਉਂਦਾ ਹੈ ਉਸ ਨਾਲੋਂ ਜ਼ਿਆਦਾ ਉਸਨੂੰ ਕਿਰਤ ਕਰਨ ਵਿੱਚ ਸੰਤੁਸ਼ਟੀ ਮਿਲਦੀ ਹੈ। ਆਦਮੀ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਹਾਸਲ ਕਰਨਾ ਚਾਹੁੰਦਾ ਹੈ ਤੇ ਉਹ ਮਿਹਨਤ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਬਹੁਤ ਵਧੀਆ, ਤੁਸੀਂ ਸਾਰਿਆਂ ਨੂੰ ਮਿਹਨਤ ਬਾਰੇ ਦੱਸਿਆ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਮੈਮ। ਆਓ ਹੁਣ ਆਪਾਂ ਅਗਲੇ ਸੈਸ਼ਨ ਵੱਲ ਚੱਲਦੇ ਹਾਂ ਜੀ। ਅਗਲਾ ਸੈਸ਼ਨ ਹੈ ਜੀ ਅਰਦਾਸ ਦੇ ਉੱਪਰ, ਉਹ ਲੈਣਗੇ ਜਸਪ੍ਰੀਤ ਕੌਰ ਜੀ। ਸੋ ਉਹਨਾਂ ਨੂੰ ਬੇਨਤੀ ਆਪਣਾ ਹੈਂਡ ਰੇਜ਼ ਕਰਨ ਜੀ। ਜਸਪ੍ਰੀਤ ਕੌਰ ਜੀ ਜੇਕਰ ਜੁੜ ਚੁੱਕੇ ਨੇ, ਔਰ ਆਪਣੀ ਵੀਡੀਓ ਔਨ ਕਰਨ ਜੀ। ਵਿਸ਼ਾ ਹੈ ਜੀ ਅਰਦਾਸ। वाहिगुरु जी का खालसा, वाहिगुरु जी की फतेह। जी मेरी आवाज आ रही है? हाँ जी, आ रही है जी। हाँ जी, मेरा आज का विषय है जी अरदास। मैं आप जी ने अरदास बारे गल करांगी। अरदास जिहड़ी है ना साडी जिंदगी दा इक अहम अंग है। वो अहम अंग इसलिए देखो, जो अपन कोई दुख हुंदा है, सुख हुंदा है, आपां परमात्मा अगे अरदास करदे हां कि मेरी ये प्रॉब्लम आ, वाहिगुरु जी मेरी इस प्रॉब्लम नूं सॉल्व कर दो। अपन कोई भी प्रॉब्लम आवे, कोई भी चीज होवे अपनी लाइफ च, आपां वाहिगुरु अगे अरदास करदे हां। अरदास साडी जिंदगी दे विच इक ना पंछी की तरह है। जिवें एक पंछी नूं उड्डण लई थंभ चाहीदे हुंदे ने ना, उसे तरह अपनी लाइफ दे विच भी अरदास दी उन्नी अहमियत है। जिवें पंछी खंभा तो बिना नहीं उड़ सकता है, उसी तरह आपां अरदास तो बिना अधूरे हैं। बीच ही अगली स्लाइड करोगे? हाँ जी, मैं ना सब तो पहला तुहानूं अरदास दे जिहड़े अर्थ करानी। अरदास दे अर्थ की ने जी? अरदास जिहड़ा ना फारसी भाषा दा शब्द है अर्ज दाशत, ਉਹ ਤੋਂ ਲਿਆ ਗਿਆ ਹੈ, ਜਿਹਦੇ ਵਿੱਚ ਅਰਜ਼ ਤੇ ਦਾਸ਼ਤ ਦੇ ਅਲੱਗ-ਅਲੱਗ ਅਰਥ ਹਨ। ਜਿਹਦੇ ਵਿੱਚ ਅਰਜ਼ ਦੇ ਅਰਥ ਹਨ, ਵੀਰ ਜੀ ਸਲਾਈਡ ਕਰਨਾ ਅੱਗੇ, ਵੀਰ ਜੀ ਸਲਾਈਡ ਅੱਗੇ ਕਰਿਓ। ਹਾਂਜੀ, ਜਿਹਦੇ ਵਿੱਚ ਅਰਜ਼ ਦੇ ਅਰਥ ਨੇ ਬੇਨਤੀ ਜਾਂ ਅਰਜ਼ੂ, ਤੇ ਦਾਸ਼ਤ ਦੇ ਅਰਥ ਹਨ ਰੱਖਣਾ ਜਾਂ ਪੇਸ਼ ਕਰਨਾ। ਇਸ ਤਰ੍ਹਾਂ ਅਰਜ਼ ਦਾਸ਼ਤ ਜਾਂ ਅਰਦਾਸ ਦੇ ਅਰਥ ਹਨ ਵੀ ਕਿਸੇ ਅੱਗੇ ਆਪਣੀ ਬੇਨਤੀ ਰੱਖਣਾ, ਪੇਸ਼ ਕਰਨਾ। ਤੇ ਆਪਾਂ ਆਪਣੀ ਬੇਨਤੀ, ਆਪਣੀ ਜਿਹੜੀ ਅਰਜ਼ੋਈ ਆ, ਉਹ ਆਪਾਂ ਕਿਹਦੇ ਅੱਗੇ ਰੱਖਦੇ ਹਾਂ? ਉਸ ਅਕਾਲ ਪੁਰਖ, ਉਸ ਪਰਮਾਤਮਾ ਅੱਗੇ ਰੱਖਦੇ ਵੀ ਸਾਡੀ ਇਹ ਪ੍ਰੋਬਲਮ ਆ, ਸਾਡੇ ਦਾ ਸੋਲੂਸ਼ਨ ਕਰ ਦਿਓ। ਕੋਈ ਵੀ ਆਪਾਂ ਨੂੰ ਪ੍ਰੋਬਲਮ ਹੋਵੇ, ਆਪਾਂ ਉਸ ਪਰਮਾਤਮਾ ਨੂੰ ਦੱਸਦੇ ਹਾਂ। ਅੱਗੇ ਜੀ ਅਰਦਾਸ ਦੇ ਅੱਖਰੀ ਅਰਥ ਕੀ ਨੇ? ਅੱਖਰੀ ਅਰਥ ਮਤਲਬ ਕਿ ਜਿਹੜਾ ਅਰਦਾਸ ਹੈ ਉਹ 4 ਅੱਖਰਾਂ ਦੇ ਸੁਮੇਲ ਤੋਂ ਬਣਿਆ ਹੋਇਆ। ਐੜਾ, ਰਾਰਾ, ਦੱਦੇ, ਕੰਨਾ, ਸੱਸਾ, ਇਹਨਾਂ 4 ਅੱਖਰਾਂ ਤੋਂ ਬਣਿਆ। ਜਿਹਦੇ ਵਿੱਚ ਐੜੇ ਦੇ ਅਰਥ ਨੇ ਅੰਤਰਜਾਮੀ। ਅੰਤਰਜਾਮੀ ਯਾਨੀ ਕਿ ਉਹ ਸਾਡੇ ਅੰਦਰ ਬੈਠਾ ਹੈ, ਆਪਣੇ ਘਟ ਦੀ ਅੰਤਰ ਦੇ ਜਾਂਦਾ ਹੈ। ਆਪਾਂ ਨੂੰ ਕੋਈ ਪ੍ਰੋਬਲਮ ਹੋਵੇ ਨਾ, ਆਪਾਂ ਕਿਸੇ ਨੂੰ ਨਾ ਦੱਸ ਸਕੀਏ, ਆਪਾਂ ਉਸ ਪਰਮਾਤਮਾ ਨੂੰ ਜ਼ਰੂਰ ਦੱਸਦੇ, ਕਿਸੇ ਹੋਰ ਨਾਲ ਗੱਲ ਸਾਂਝੀ ਨਾ ਕਰੀਏ, ਚਾਹੇ ਉਸ ਪਰਮਾਤਮਾ ਨੂੰ ਜ਼ਰੂਰ ਦੱਸਾਂਗੇ। ਅੱਗੇ ਹੈ ਜੀ ਰਾਖਾ। ਰਾਖੇ ਦੇ ਅਰਥ ਨੇ ਵੀ ਰੱਖਿਆ ਕਰਨ ਵਾਲਾ। ਰਾਖਾ ਇੱਕ ਹਮਾਰਾ स्वामी, ਵੀ ਸਭ ਦੀ ਰੱਖਿਆ ਕਰਨ ਵਾਲਾ ਉਹ ਇੱਕ ਪਰਮਾਤਮਾ ਹੈ। ਦੱਦਾ, ਦੱਦਾ ਜੀ ਦਾਤਾਰ। ਦਾਤਾਰ ਮਤਲਬ ਕਿ ਆਪਾਂ ਨੂੰ ਬਿਨਾਂ ਮੰਗਿਆ ਜਿਹੜੀਆਂ ਦਾਤਾਂ ਦੇ ਦਿੰਦਾ ਆ, ਆਪਾਂ ਨੂੰ ਜੋ ਚੀਜ਼ ਚਾਹੀਦੀ ਉਹ ਜਿਹੜਾ ਆਪਾਂ ਨੂੰ ਪਰਮਾਤਮਾ ਦੇ ਦਿੰਦਾ ਹੈ। ਇਸੇ ਤਰ੍ਹਾਂ ਅੱਗੇ ਸਹਾਰਾ। ਸੱਸੇ ਦਾ ਜੀ ਸਹਾਰਾ। ਸਹਾਰਾ ਮਤਲਬ ਕਿ ਆਪਾਂ ਨੂੰ ਆਪਣੀ ਅੱਜ ਦੀ ਦੁਨੀਆ ਦੇ ਵਿੱਚ ਦੇਖ ਲਓ, ਜਾਂ ਆਪਣੇ ਨਾਲ ਰਹਿੰਦੇ ਲੋਕਾਂ ਦਾ ਦੇਖ ਲਓ, ਆਪਾਂ ਨੂੰ ਔਖਾ ਸਮਾਂ ਹੋਵੇ, ਆਪਣਾ ਸਹਾਰਾ ਨਹੀਂ ਦਿੰਦੇ, ਆਪਾਂ ਨੂੰ ਆਪਣਾ ਜਿਹੜਾ ਸਹਾਰਾ ਛੱਡ ਕੇ ਚਲੇ ਜਾਣਗੇ। ਪਰ ਜਿਹੜਾ ਪਰਮਾਤਮਾ ਹੈ ਉਹ ਆਪਾਂ ਨੂੰ ਹਰ ਟਾਈਮ ਸਹਾਰਾ ਦਿੰਦਾ ਹੈ, ਆਪਣੀ ਹਰ ਥਾਂ ਪ੍ਰਤੀਪਾਲਨਾ ਕਰਦਾ, ਆਪਣੀ ਰੱਖਿਆ ਕਰਦਾ। ਅੱਗੇ ਹੈ ਜੀ ਅਰਦਾਸ ਦੀ ਭਾਵਨਾ ਦੇ ਮੂਲ ਅੰਗ ਕਿਹੜੇ ਕਿਹੜੇ ਨੇ? ਦੇਖੋ, ਜਿਵੇਂ ਆਪਾਂ ਨੂੰ ਕੋਈ ਵੀ ਕੰਮ ਹੋਵੇ ਨਾ, ਉਹਨੂੰ ਕਰਨ ਦੇ ਲਈ ਆਪਾਂ ਮਤਲਬ ਕੋਈ ਵੀ ਕੰਮ ਹੋਵੇ ਉਹਨੂੰ ਕਰਨ ਲਈ ਹਾਰਡ ਵਰਕ ਜਿਵੇਂ ਆਪਾਂ ਯੂਜ਼ ਕਰਦੇ, ਹਾਰਡ ਵਰਕ ਉਹਦੇ ਵਿੱਚ ਹੁੰਦਾ ਆ, ਆਪਣੀ ਸਮਾਰਟ ਵਰਕ ਹੁੰਦਾ ਉਹਦੇ ਵਿੱਚ। ਉਸੇ ਤਰ੍ਹਾਂ ਜਿਹੜੀ ਅਰਦਾਸ ਦੀ ਭਾਵਨਾ ਦੇ ਮੂਲ ਅੰਗ ਕਿਹੜੇ ਨੇ ਜੀ? 3 ਅੰਗ ਨੇ ਦਿੱਤੇ: ਨਿਮਰਤਾ, ਸਿਦਕ ਤੇ ਆਤਮ ਸਮਰਪਣ। ਨਿਮਰਤਾ ਕੀ ਹੈ? ਮਤਲਬ ਕਿ ਨੀਵੇਂ ਹੋ ਕੇ ਪਰਮਾਤਮਾ, ਜਦੋਂ ਤੁਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹੋ ਨਾ, ਮਤਲਬ ਉਹਦੇ ਚ ਆਪਾਂ ਨੂੰ ਥੋੜਾ ਜਿਹਾ ਨੀਵਾਂ ਹੋ ਕੇ ਵਾਹਿਗੁਰੂ ਅੱਗੇ ਅਰਦਾਸ ਕਰਨੀ ਪੈਂਦੀ। ਮਤਲਬ ਆਪਣੇ ਕਹਿ ਲਓ ਘਮੰਡ ਜਿਹੜਾ ਹੈ, ਥੋੜੀ ਜਿਹੀ ਈਗੋ, ਉਹ ਸਾਈਡ ਰੱਖ ਕੇ, ਇਹ ਸਭ ਚੀਜ਼ਾਂ ਵਾਹਿਗੁਰੂ ਅੱਗੇ ਨਹੀਂ ਚੱਲਦੀਆਂ। ਉਹ ਜਿਹੜੀ ਚੀਜ਼ਾਂ ਨੇ ਸਾਈਡ ਰੱਖ ਕੇ ਆਪਾਂ ਮਤਲਬ ਨਿਮਰਤਾ ਦੇ ਵਿੱਚ ਆ ਕੇ ਅਰਦਾਸ ਕਰਨੀ। ਜਨਮ ਸਾਖੀ ਦੇ ਵਿੱਚ ਜਿਵੇਂ ਆਉਂਦਾ ਹੈ ਵੀ ਜਿਹੜੇ ਮੇਰੇ ਸਿੱਖ ਨੇ, ਮਤਲਬ ਗੁਰੂ ਦੇ ਜਿਹੜੇ ਸਿੱਖ ਨੇ, ਉਹ ਜਿਹੜੇ ਗੁਰੂ ਅੱਗੇ ਨਿਮਰ ਹੋ ਕੇ, ਮਤਲਬ ਨਿਮਰਤਾ ਦੇ ਵਿੱਚ ਰਹਿ ਕੇ ਅਰਦਾਸ ਕਰਨਗੇ, ਉਹਨਾਂ ਦੇ ਜਿਹੜੇ ਕਾਰਜ ਨੇ ਰਾਸ ਹੋਣਗੇ। ਮਤਲਬ ਕਿ ਪਰਮਾਤਮਾ ਜਿਹੜਾ ਹੈ ਨਾ, ਉਹ ਜਿਹੜਾ ਘਮੰਡ ਕਹਿ ਲਓ, ਈਗੋ ਕਹਿ ਲਓ, ਜਿਹੜਾ ਸਾਈਡ ਰੱਖ ਕੇ ਗੁਰੂ ਦੇ ਦਰ ਤੇ ਆਉਂਦਾ ਨਾ, ਉਹਦੀ ਅਰਦਾਸ ਕਬੂਲ ਹੋ ਜਾਂਦੀ। ਸਿੱਧਕ, ਸਿੱਧਕ ਦੇ ਵਿੱਚ ਵੀ ਮਤਲਬ ਪੱਕਾ ਵਿਸ਼ਵਾਸ ਹੋਣਾ, ਭਰੋਸਾ ਹੋਣਾ, ਉਹ ਹੈ ਵੀ ਜਿੱਥੇ ਭਰੋਸਾ ਆ ਗਿਆ ਉੱਥੇ ਸਿੱਧਕ ਆਪਣੇ ਆਪ ਆ ਜਾਏਗਾ। ਆਤਮ ਸਮਰਪਣ। ਆਤਮ ਸਮਰਪਣ ਹੈ ਜੀ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਣਾ। ਵੀ ਮਤਲਬ ਆਪਾਂ ਜਦੋਂ ਗੁਰਦੁਆਰੇ ਜਾਂਦੇ ਹਾਂ, ਅਰਦਾਸ ਕਰਦੇ ਹਾਂ, ਆਪਾਂ ਫਿਜ਼ੀਕਲੀ ਤੌਰ ਤੇ, ਮਤਲਬ ਸਰੀਰਕ ਤੌਰ ਤੇ ਤਾਂ
ਉੱਥੇ ਪ੍ਰੈਜ਼ੈਂਟ ਹੁੰਦੇ ਆ, ਪਰ ਜਿਹੜਾ ਆਪਣਾ ਮਨ ਹੈ ਨਾ ਉਹ ਇੱਧਰ ਉੱਧਰ ਭਟਕਦਾ ਰਹਿੰਦਾ। ਬਸ ਉਸ ਮਨ ਨੂੰ ਵੀ ਜਿਹੜਾ ਇਕਾਗਰ ਕਰਨਾ ਹੈ ਗੁਰੂ ਦੇ ਚਰਨਾਂ ਦੇ ਵਿੱਚ। ਜਿਵੇਂ ਗੁਰਬਾਣੀ 'ਚ ਫਰਮਾਨ ਹੈ, ਮਨ ਤਨ ਆਗੇ ਜਿਹੜਾ ਤੁਝ ਪਾਸ ਜੋ ਭਾਵੇਂ ਤਿਉ ਰੱਖੇ ਅਰਦਾਸ। ਵੀ ਜਿਹੜਾ ਮਨ ਅਤੇ ਤਨ ਗੁਰੂ ਦੇ ਅੱਗੇ ਰੱਖ ਦਾਂਗੇ ਨਾ, ਤਾਂ ਜਿਹੜੀ ਆਪਣੀ ਵੀ ਤੈਨੂੰ ਉਹਦੇ ਅੱਗੇ ਰੱਖ ਦਾਂਗੇ, ਗੁਰੂ ਨੂੰ ਜਿਵੇਂ ਚੰਗਾ ਲੱਗੇਗਾ ਉਹ ਆਪਣੇ ਨਾਲ ਮਤਲਬ ਕਰ ਸਕਦਾ ਹੈ। ਜੋ ਚੰਗਾ ਆ ਆਪਾਂ ਨੂੰ ਵਾਹਿਗੁਰੂ ਹਮੇਸ਼ਾ ਉਹੀ ਚੀਜ਼ ਦਿੰਦਾ ਹੈ। ਅੱਗੇ ਜੀ, ਜਿਹੜੀ ਅਰਦਾਸ ਹੈ ਨਾ ਉਹ ਆਪਾਂ ਹਰ ਵੇਲੇ ਹਰ ਥਾਂ ਹਰ ਕੋਈ ਕਰ ਸਕਦਾ। ਅਰਦਾਸ ਕਰਨ ਦੇ ਲਈ ਕੋਈ ਟਾਈਮ ਵਗੈਰਾ ਨਹੀਂ ਹੈ ਵੀ ਸੁਬਾਹ ਕਰ ਲਈ ਸ਼ਾਮ ਨੂੰ ਨਹੀਂ ਕਰਨੀ, ਜਾਂ ਸ਼ਾਮੀ ਕਰ ਲਈ ਸੁਬਾਹ, ਏਦਾਂ ਨਹੀਂ। ਅਰਦਾਸ ਆਪਾਂ ਪੂਰੇ ਦਿਨ ਵਿੱਚ ਕਿਸੇ ਵੀ ਪਹਿਰ ਅਰਦਾਸ ਕਰ ਸਕਦੇ ਹਾਂ। ਤੇ ਅਰਦਾਸ ਮਤਲਬ ਕਿਸੇ ਥਾਂ ਤੇ ਮਤਲਬ ਕਿ ਆਈ ਨਹੀਂ ਘਰੇ ਨਹੀਂ ਕਰ ਸਕਦੇ ਅਰਦਾਸ, ਜਾਂ ਗੁਰਦੁਆਰੇ ਵਿੱਚ ਨਹੀਂ, ਏਦਾਂ ਨਹੀਂ। ਆਪਣਾ ਅਰਦਾਸ ਕਿਸੇ ਵੀ ਜਗ੍ਹਾ ਤੇ ਵੀ ਕਰ ਸਕਦੇ ਹਾਂ, ਤੇ ਕੋਈ ਵੀ ਇਨਸਾਨ ਕਰ ਸਕਦਾ ਅਰਦਾਸ। ਜਿਵੇਂ ਕਹਿ ਲਓ ਇਹਦੇ ਵਿੱਚ ਨਾ ਕੋਈ ਜਾਤ ਪਾਤ ਦਾ ਕੁਛ ਨਹੀਂ ਹੈ, ਅਰਦਾਸ ਹਰ ਕੋਈ ਕਰ ਸਕਦਾ। ਤੇ ਇੱਕ ਹੋਰ ਗੱਲ ਇੱਥੇ ਮੇਨ ਹੈ ਵੀ ਅਰਦਾਸ ਕਰਨ ਦੇ ਲਈ ਨਾ ਕਿਸੇ ਮਹੰਤ ਪੁਜਾਰੀ ਦੀ ਲੋੜ ਨਹੀਂ ਹੁੰਦੀ ਹੈ। ਮਤਲਬ ਜਿਵੇਂ ਆਪਾਂ ਵੀ ਉੱਥੇ ਦੇਖਦੇ ਹਾਂ ਮੰਦਿਰਾਂ ਦੇ ਵਿੱਚ ਦੇਖਦੇ ਹਾਂ ਵੀ ਮਤਲਬ ਪੂਜਾ ਕਰਨ ਦੇ ਲਈ ਜਿਹੜੇ ਪੰਡਿਤ ਵਗੈਰਾ ਹੁੰਦੇ ਨੇ, ਪਰ ਇੱਥੇ ਦੇਖੋ ਆਪਾਂ ਨੂੰ ਗੁਰੂ ਜੀ ਨੇ ਇੰਨਾ ਸક્ષਮ ਬਣਾਇਆ, ਇੰਨਾ ਪਰਪਕ ਬਣਾਇਆ ਕਿ ਆਪਾਂ ਖੁਦ ਅਰਦਾਸ ਕਰ ਸਕਦੇ ਹਾਂ। ਆਪਾਂ ਨੂੰ ਅਰਦਾਸ ਕਰਨ ਦੇ ਲਈ ਕਿਸੇ ਹੋਰ ਦੀ ਲੋੜ ਨਹੀਂ ਹੈ। ਆਪਾਂ ਆਪਣੀ ਮਨ ਦੀ ਜਿਹੜੀ ਗੱਲ ਆ ਉਹ ਪਰਮਾਤਮਾ ਨੂੰ ਖੁਦ ਦੱਸ ਸਕਦੇ ਹਾਂ। ਅੱਗੇ ਹੈ ਜੀ, ਵਿੱਚ ਅੱਗੇ ਕਰਨਾ ਸਲਾਈਡ। ਅੱਗੇ ਕਰਨਾ, ਹਾਂਜੀ। ਜਿਹੜਾ ਅਰਦਾਸ ਕਰਨ ਦੇ ਲਈ ਹੈ ਨਾ, ਮਤਲਬ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤਾਂ ਆਪਾਂ ਅਰਦਾਸ ਉਹਨਾਂ ਦੇ ਵੱਲ ਦੋਵੇਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ, ਠੀਕ ਹੈ ਨਾ, ਉਹਨਾਂ ਦੇ ਸਨਮੁਖ ਹੋ ਕੇ ਪਾਵਨ ਪੀਠ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਨਾ ਅੱਖਾਂ ਬੰਦ ਕਰਕੇ ਮਨ ਨੂੰ ਇਕਾਗਰ ਕਰਕੇ ਜਿਹੜੀ ਅਰਦਾਸ ਕਰਨੀ। ਕਿ ਜੇ ਇਸੇ ਤਰ੍ਹਾਂ ਅਗਰ ਮਤਲਬ ਕਹਿ ਲਓ ਵੀ ਸਾਡੇ ਘਰ ਦੇ ਵਿੱਚ ਹੁਣ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈਗੇ, ਅਸੀਂ ਅਰਦਾਸ ਕਿੱਦਾਂ ਕਰੀਏ, ਤਾਂ ਆਪਾਂ ਕਿਸੇ ਵੀ ਸਾਈਡ ਮਤਲਬ ਕਿਸੇ ਵੀ ਦਿਸ਼ਾ ਵੱਲ ਫੇਸ ਕਰਕੇ ਅਰਦਾਸ ਕਰ ਸਕਦੇ ਹਾਂ। ਇਹਦੇ ਵਿੱਚ ਕੁਝ ਨਹੀਂ ਆ ਵੀ ਮਤਲਬ ਕਹਿ ਲਓ ਜਿੱਧਰ ਸੂਰਜ ਚੜ੍ਹਦਾ ਛਿਪਦਾ ਉਸੇ ਸਾਈਡ ਅਰਦਾਸ ਕਰਨੀ, ਏਦਾਂ ਕੁਝ ਨਹੀਂ। ਆਪਾਂ ਅਰਦਾਸ ਫਿਰ ਕਿਸੇ ਵੀ ਦਿਸ਼ਾ ਵੱਲ ਕਰ ਸਕਦੇ, ਕਿਉਂਕਿ ਪਰਮਾਤਮਾ ਤਾਂ ਸਰਵ ਵਿਆਪਕ ਹਰ ਥਾਂ ਮੌਜੂਦ ਹੈ। ਵੀ ਅੱਗੇ ਕਰਨਾ, ਠੀਕ ਹੈ ਜੀ। ਤੇ ਅੱਗੇ ਕਰ ਦੇ ਵਿੱਚ, ਹਾਂਜੀ, ਜਿਹੜਾ ਇਹਦੇ ਵਿੱਚ ਗੁਰਮਤਿ ਸਾਧਨਾ ਦੇ ਵੀ 3 ਮੁੱਖ ਅੰਗ ਨੇ। ਉਹਦੇ ਵਿੱਚ ਵੀ ਦੇਖੋ ਗੁਰਮਤਿ ਸਾਧਨਾ ਦੇ ਵਿੱਚ ਵੀ ਅਰਦਾਸ ਆਉਂਦਾ ਹੈ। ਉਹਦੇ ਲਈ ਕੀ ਆ, ਸੇਵਾ ਹੈ, ਅਰਦਾਸ ਹੈ ਤੇ ਸਿਮਰਨ ਹੈ। ਸੇਵਾ ਦੇਖੋ ਜਦੋਂ ਆਪਾਂ ਸੇਵਾ ਕਰਦੇ ਨਾ ਆਪਣੇ ਅੰਦਰ ਨਿਮਰਤਾ ਆਉਂਦੀ ਹੈ, ਤੇ ਨਿਮਰਤਾ ਜਿਹੜੀ ਆ ਅਰਦਾਸ ਦੀ ਭਾਵਨਾ ਦਾ ਮੂਲ ਅੰਗ ਹੈ। ਸੇਵਾ ਕਰਨ ਦੇ ਨਾਲ ਬੰਦੇ ਈਗੋ ਕਹਿ ਲਓ, ਮਤਲਬ ਆਪਣੀ ਜਿਹੜੀ ਸੋਚ ਹੈ ਉਹ ਸਹੀ ਹੋ ਜਾਂਦੀ। ਸੇਵਾ ਕਰਨ ਮਤਲਬ ਆਈ ਨਹੀਂ ਵੀ ਮੈਂ ਝੂਠੇ ਭਾਂਡੇ ਨਹੀਂ ਮਾਂਜਣੇ, ਇਸ ਤਰ੍ਹਾਂ ਆਪਾਂ ਕੁਝ ਨਹੀਂ ਨਾ ਕਰਦੇ ਸੇਵਾ ਦੇ ਵਿੱਚ। ਸੇਵਾ ਆਪਾਂ ਨੂੰ ਜਿਹੜੀ ਸੇਵਾ ਮਿਲੀ ਆਪਾਂ ਉਹੀ ਸੇਵਾ ਕਰ ਲੈਂਦੇ ਹਾਂ। ਇੱਥੇ ਸੇਵਾ ਕਰਨਾ ਆਪਣੇ ਅੰਦਰ ਨਿਮਰਤਾ ਆਏਗੀ, ਤੇ ਨਿਮਰਤਾ ਦੇ ਨਾਲ ਕੀ ਹੋਏਗਾ, ਆਪਾਂ ਅਰਦਾਸ ਦੇ ਵਿੱਚ ਪਰਪਕ ਹੋਵਾਂਗੇ, ਤੇ ਅਰਦਾਸ ਕਰਨ ਦੇ ਨਾਲ ਆਪਣੇ ਅੰਦਰ ਕੀ ਆਪਣੇ ਸਿਮਰਨ ਦੇ ਵਿੱਚ ਜਿਹੜਾ ਕੀ ਆ ਵਾਧਾ ਹੁੰਦਾ ਹੈ। ਅੱਗੇ ਕਰਨਾ ਵੀਰ ਜੀ, ਨੈਕਸਟ। ਹਾਂਜੀ, ਅੱਗੇ ਵੀ ਅਰਦਾਸ ਜਿਹੜੀ ਕਿਸ ਅੱਗੇ ਕਰਨੀ ਹੈ, ਇਹ ਜਿਹੜਾ ਮੇਨ ਹੈ ਵੀ ਕਿਸ ਅੱਗੇ ਅਰਦਾਸ ਕਰਨੀ। ਅੱਜ ਕੱਲ੍ਹ ਦੇ ਲੋਕੀ ਦੇਖੇ ਵੀ ਬਾਬੇ ਜਿਹੜੇ ਪਖੰਡੀ ਬਾਬੇ ਉਹਨਾਂ ਦੇ ਅੱਗੇ ਅਰਦਾਸ ਕਰੀ ਜਾਂਦੇ। ਨਹੀਂ ਜੀ, ਅਰਦਾਸ ਜਿਹੜੀ ਉਸ ਅਕਾਲ ਪੁਰਖ ਅੱਗੇ ਕਰਨੀ ਹੈ ਜਿਹੜਾ ਆਪਾਂ ਨੂੰ ਸਾਰੀਆਂ ਦਾਤਾਂ ਦਿੰਦਾ ਹੈ। ਜਿਵੇਂ ਅੱਗੇ ਸਲਾਈਡ 'ਚ ਵੀ ਫਰਮਾਨ ਹੈ ਗੁਰਬਾਣੀ ਦਾ, ਜੇ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ। ਵੀ ਜਿਹੜੇ ਆਪਣੇ ਜੀ ਦੀ ਆਪਣੇ ਮਨ ਦੀ ਜਿਹੜੀ ਗੱਲ ਸੁਣੇ ਉਹ ਕੌਣ ਹੈ, ਉਹ ਸਮਰੱਥ ਜਿਹੜਾ ਅਕਾਲ ਪੁਰਖ ਹੈ, ਪਰਮਾਤਮਾ ਹੈ। ਅੱਗੇ ਜੀ, ਗੋਹਜ ਗੱਲ ਜੀ ਕੀ ਕੀਚੇ ਸਤਿਗੁਰ ਪਾਸ ਤਾਂ ਸਰਬ ਸੁਖ ਪਾਈਏ। ਵੀ ਜਿਹੜੀ ਆਪਣੇ ਮਨ ਦੀ ਡੂੰਘੀ ਗੱਲ ਹੁੰਦੀ ਹੈ ਨਾ, ਜਿਹੜੀ ਆਪਾਂ ਕਿਸੇ ਨੂੰ ਨਹੀਂ ਦੱਸ ਸਕਦੇ ਹੁੰਦੇ, ਇੱਥੋਂ ਤੱਕ ਆਪਣੀ ਬੈਸਟ ਫਰੈਂਡ ਨੂੰ ਕਹਿ ਲਓ, ਕਿਸੇ ਹਨਾ ਪੱਕੇ ਦੋਸਤ ਨੂੰ ਵੀ ਨਹੀਂ ਦੱਸ ਸਕਦੇ ਹੁੰਦੇ, ਠੀਕ ਹੈ ਨਾ, ਉਹ ਗੱਲ ਵੀ ਆਪਾਂ ਜਿਹੜੀ ਪਰਮਾਤਮਾ ਦੇ ਨਾਲ ਸ਼ੇਅਰ ਕਰ ਸਕਦੇ ਹਾਂ। ਅਰਦਾਸ ਕਰਕੇ ਵਾਹਿਗੁਰੂ ਦੇ ਨਾਲ ਆਪਣੀ ਜਿਹੜੀ ਗੱਲ ਹੈ ਉਹ ਸ਼ੇਅਰ ਕਰ ਸਕਦੇ ਹਾਂ, ਉਹਨਾਂ ਨੂੰ ਦੱਸ ਸਕਦੇ ਹਾਂ। ਤੇ ਉਹ ਸਰ ਤਾਂ ਆਪਾਂ ਜਦੋਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਨਾ, ਉਹ ਆਪਣੀ ਜਿਹੜੀ ਪ੍ਰੋਬਲਮਸ ਉਹਨਾਂ ਦਾ ਸਾਰਿਆਂ ਦਾ ਨਾ ਕਹਿ ਲਓ ਮਤਲਬ ਚੁਟਕੀ ਜਾਂ ਬਜਾਉਂਦੇ ਅੱਖ ਪਲਕਣ ਦੇ ਸਮੇਂ ਜਿਹਨੇ ਉਹਦੇ ਵਿੱਚ ਆਪਣਾ ਮਤਲਬ ਆਪਣੀ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਉਹਨਾਂ ਦਾ ਸੋਲੂਸ਼ਨ ਕਰਦੇ ਨੇ। ਜੀ ਮੇਰਾ ਬਸ ਇਹੀ ਟੌਪਿਕ ਸੀ ਜੀ, ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਜੀ ਮਾਫ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ, ਤੁਸੀਂ ਬੜਾ ਵਧੀਆ ਟੌਪਿਕ ਲਿਆ। ਤੇ ਆਓ ਹੁਣ ਆਪਾਂ ਆਪਣੇ ਨੈਕਸਟ ਸੈਸ਼ਨ ਵੱਲ ਚੱਲਦੇ ਹਾਂ ਜੀ। ਨੈਕਸਟ ਸੈਸ਼ਨ ਜਿਹੜਾ ਹੈਗਾ ਜੀ ਮੁਹਾਵਰੇ। ਅਸੀਂ ਸਾਰੇ ਮੁਹਾਵਰੇ ਪੜ੍ਹਦੇ ਹਾਂ। ਅੱਜ ਅਸੀਂ ਮੁਹਾਵਰੇ ਪੜ੍ਹਨੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਾ ਲੈਣ ਲੱਗੇ ਨੇ ਜੀ ਅਮਨਦੀਪ ਕੌਰ। ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਜੀ ਕਿ ਉਹ ਇਸ ਵਿਸ਼ੇ ਦੀ ਆਰੰਭਤਾ ਕਰਨਗੇ। ਅਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਆ ਰਹੀ ਹੈ ਇਹਦੇ 'ਚ? ਹਾਂਜੀ ਆ ਰਹੀ ਹੈ ਜੀ। ਹਾਂਜੀ, ਅੱਜ ਦਾ ਆਪਣਾ ਟੌਪਿਕ ਹੈ ਜੀ ਮੁਹਾਵਰੇ। ਮੁਹਾਵਰੇ ਦਾ ਅਰਥ ਹੋ ਗਿਆ ਜਿਸ ਦੇ ਸ਼ਬਦਿਕ ਅਰਥ ਕੁਝ ਹੋਰ ਹੋਣ ਤੇ ਮੀਨਿੰਗ ਕੁਝ ਹੋਰ ਹੋਵੇ, ਠੀਕ ਹੈ ਜੀ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਆਪਾਂ ਲੈ ਲੈਂਦੇ ਹਾਂ ਜੀ, ਦੰਦ ਖੱਟੇ ਕਰਨੇ ਹੈ ਨਾ।
ਜੇ ਦੰਦ ਖੱਟੇ ਕਰਨੇ ਸ਼ਬਦਿਕ ਅਰਥ ਦੇਖਿਆ ਜਾਵੇ ਤਾਂ ਜਿਵੇਂ ਕੁਝ ਖਾ ਲਿਆ ਨਾ ਦੰਦ 'ਚ ਖੱਟੇ ਹੋ ਗਏ, ਤੇ ਜੇ ਇਹਦਾ ਮੀਨਿੰਗ ਦੇਖਿਆ ਜਾਵੇ ਦੰਦ ਖੱਟੇ ਕਰਨੇ ਦਾ ਭਾਵ ਹੈਗਾ ਹਰਾਣਾ ਕਿਸੇ ਨੂੰ, ਹੈ ਨਾ। ਤੇ ਹਾਂਜੀ, ਜੇ ਆਪਣੀ ਫਸਟ ਲਾਈਨ ਹੈਗੀ, ਜਿਸ ਤਰ੍ਹਾਂ ਗੁਰਬਾਣੀ 'ਚ ਬਹੁਤ ਸਾਰੇ ਮੁਹਾਵਰੇ ਨੇ, ਉਹਨਾਂ ਵਿੱਚੋਂ ਕੁਝ ਕੁ ਮੁਹਾਵਰੇ ਤੇ ਆਪਾਂ ਵਿਚਾਰ ਕਰਾਂਗੇ ਜੀ। ਅੱਜ ਆਪਣਾ ਫਸਟ ਮੁਹਾਵਰਾ ਹੈ ਜੀ ਨੈਕਸਟ ਕਰਨਾ ਵਿੱਚ ਜੀ। ਫਸਟ ਮੁਹਾਵਰਾ ਹੈ ਜੀ ਦਿਲ ਘਾਤੀ ਗੁਣਵਾਨ। ਜੇ ਕਿਸੇ ਬੱਚੇ ਨੂੰ ਇਹਦਾ ਅਰਥ ਪਤਾ ਹੋਵੇ ਜੀ ਚੈਟ ਰਾਹੀਂ ਦੱਸ ਸਕਦੇ ਹੋ ਜੀ ਮੈਨੂੰ। ਚਲੋ ਮੈਂ ਦੱਸਦੀ ਹਾਂ ਚੱਕ ਕੇ। ਇਹਦਾ ਅਰਥ ਹੈ ਜੀ ਨੈਕਸਟ ਵਿੱਚ ਜਿਹੜੇ ਮੂੰਹ ਤੋਂ ਮਿੱਠਾ ਬੋਲਣ ਪਰ ਦਿਲ ਵਿੱਚ ਖੋਟ ਰੱਖਣ ਜੀ। ਇਸਦਾ ਹੀ ਫਰਮਾਨ ਹੈਗਾ ਜੀ ਅੱਗੇ ਨੈਕਸਟ ਵਿੱਚ ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਘਾਤੀ ਗੁਣਵਾਨ। ਠੀਕ ਹੈ ਜੀ, ਇਸ ਤਰ੍ਹਾਂ ਹੀ ਗੁਰਬਾਣੀ 'ਚ ਮੁਹਾਵਰਾ ਹੈ ਜੀ। ਹਾਂਜੀ, ਅੱਗੇ ਹੈ ਜੀ ਦੂਜਾ ਸੈਕਿੰਡ ਕੱਚੋ ਕੰਚਨ ਪਿਓ। ਇਹਦਾ ਅਰਥ ਚੈਟ ਰਾਹੀਂ ਦੱਸ ਸਕਦੇ ਹੋ ਜੀ। ਹਾਂਜੀ, ਨੈਕਸਟ ਕਰੋ ਵਿੱਚ ਗੁਣਹੀਨ ਤੋਂ ਗੁਣਵਾਨ ਬਣਨਾ, ਮਤਲਬ ਕਿ ਕੱਚ ਤੋਂ ਸੋਨਾ ਬਣ ਜਾਣਾ ਨਾ। ਇਸ ਤਰ੍ਹਾਂ ਗੁਰਬਾਣੀ ਚ ਹੈਗਾ ਵਾ ਕੱਚੋ ਕੰਚਨ ਭਿਓ ਸ਼ਬਦ ਗੁਰੂ ਸ਼ਰਵਣ ਸੁਣਿਓ, ਮਤਲਬ ਕਿ ਜਿਸ ਮਨੁੱਖ ਨੇ ਗੁਰੂ ਦਾ ਸ਼ਬਦ ਕੰਨਾਂ ਨਾਲ ਭਾਵ ਸੁਣ ਲਿਆ ਨਾ, ਉਹ ਮਾਨੋ ਕੱਚ ਤੋਂ ਸੋਨਾ ਹੋ ਗਿਆ। ਠੀਕ ਹੈ ਜੀ, ਨੈਕਸਟ ਹੈਗਾ ਜੀ ਆਪਣਾ ਬਾਹ ਦੇਣਾ। ਇਹਦਾ ਅਰਥ ਹੈ ਜੀ ਸਹਾਰਾ ਦੇਣਾ। ਠੀਕ ਹੈ ਜੀ, ਹਾਂਜੀ, ਜਿਵੇਂ ਪੰਕਤੀ ਹੈਗੀ ਜੀ ਨਾਮਾ ਕੇ ਹੋ ਤਰ ਵੀ ਨਾ ਜਾਣੋ ਮੋਕੋ ਬਾਂਦੇ ਬਾਂਦੇ ਬੀਠੁਲਾ। ਭਗਤ ਨਾਮਦੇਵ ਜੀ ਕਹਿੰਦੇ ਨੇ ਇਹ ਸੰਸਾਰ ਸਮੁੰਦਰ ਬਹੁਤ ਭਾਵ ਸਾਗਰ ਦਾ ਡੂੰਘਾ ਹੈ, ਮੈਨੂੰ ਇਸ ਚੋਂ ਤਰਨਾ ਨਹੀਂ ਆਉਂਦਾ, ਪ੍ਰਭੂ ਮੈਨੂੰ ਬਾਂਹ ਦੇ, ਮਤਲਬ ਕਿ ਬਾਂਹ ਦੇ ਕੇ ਬਾਹਰ ਕੱਢ। ਹਾਂਜੀ, ਨੈਕਸਟ ਹੈਗਾ ਜੀ ਕੰਨੀ ਪਵਨ ਨਾ ਵਜਣਾ। ਨੈਕਸਟ ਕਰਿਓ ਵਿੱਚ ਕੰਨੀ ਪਵਨ ਨਾ ਵਜਣਾ। ਇਹਦਾ ਅਰਥ ਕੋਈ ਦੱਸ ਸਕਦਾ ਜੀ ਬੱਚਾ ਚੈਟ ਰਾਹੀਂ? ਕੰਨੀ ਪਵਨ ਨਾ ਵਜਣਾ ਦਾ ਅਰਥ ਹੈਗਾ ਜੀ ਬੋਲਾ ਹੋ ਜਾਣਾ। ਜਿਵੇਂ ਅੱਖੀ ਅੰਧ ਜੀਭ ਰਸ ਨਾਹੀ ਕੰਨੀ ਪਵਨ ਨਾ ਵਜ। ਅੱਖੀ ਅੰਧ ਜੀਭ ਰਸ ਨਾਹੀ ਕੰਨੀ ਪਵਨ ਨਾ ਵਜ। ਅੱਖਾਂ ਤੋਂ ਅੰਧਾ ਹੋ ਜਾਣਾ ਤੇ ਜੀਭ ਤੋਂ ਜੀਭ ਕੁਝ ਰਸ ਨਹੀਂ ਮਾਨਦੀ ਨਾ, ਮਿੱਠੇ ਖਾ ਮਿੱਠਾ ਦਾ ਘੱਟਦਾ ਰਸ ਨਹੀਂ ਮਾਨਦੀ ਤੇ ਕੰਨਾਂ 'ਚ ਕੋਈ ਰਾਗ ਨਹੀਂ ਸੁਣਾਈ ਦਿੰਦਾ। ਨੈਕਸਟ ਹੈਗਾ ਜੀ ਕੰਨ ਦੇ ਕੇ ਸੁਣਨਾ। ਇਹਦਾ ਅਰਥ ਹੈਗਾ ਜੀ ਕੰਨ ਦੇ ਕੇ ਸੁਣਨਾ ਦਾ ਅਰਥ ਹੈਗਾ ਜੀ ਧਿਆਨ ਨਾਲ ਸੁਣਨਾ। ਜਿਵੇਂ ਗੁਰਬਾਣੀ 'ਚ ਫਰਮਾਨ ਹੈਗਾ ਵਾ ਤੁਮ ਦਿਆਲ ਸਰਬ ਦੁਖ ਭੰਜਨ ਇੱਕ ਬਿਨੋ ਸੁਨੋ ਦੇ ਕਾਨੇ। हे ਪ੍ਰਭੂ ਸਾਰੇ ਜੀਵਾਂ ਦੇ ਦੁੱਖ ਨਾਸ਼ ਕਰਨ ਵਾਲੇ ਪ੍ਰਭੂ ਮੇਰੀ ਇੱਕ ਰਸੋਈ ਕੰਨ ਦੇ ਕੇ, ਮਤਲਬ ਕਿ ਧਿਆਨ ਨਾਲ ਸਮਝ। ਹਾਂਜੀ, ਇਹ ਸੀਗੇ ਆਪਣੇ ਮੁਹਾਵਰੇ ਚ। ਅੱਜ ਦੇ ਇਸ ਤਰ੍ਹਾਂ ਗੁਰਬਾਣੀ ਚ ਬਹੁਤ ਸਾਰੇ ਮੁਹਾਵਰੇ ਆਉਂਦੇ ਨੇ ਜੀ, ਤੇ ਆਪਾਂ ਉਹਨਾਂ ਚੋਂ ਕੁਝ ਕੁ ਮੁਹਾਵਰਿਆਂ ਤੇ ਵਿਚਾਰ ਕੀਤੀ ਹੈ ਜੀ। ਹੁਣ ਆਪਾਂ ਸਾਰੇ ਬੱਚੇ ਸਹਿਜ ਪਾਠ ਕਰਦੇ ਹਾਂ ਜੀ, ਤੇ ਇਸ ਤਰ੍ਹਾਂ ਗੁਰਬਾਣੀ ਚ ਵੀ ਮੁਹਾਵਰੇ ਆਣਗੇ ਤੇ ਆਪਾਂ ਸਹਿਜ ਪਾਠ ਧਿਆਨ ਕਰੀਏ ਤੇ ਜਿੰਨੇ ਵੀ ਮੁਹਾਵਰੇ ਆਉਂਦੇ ਉਹ ਨੋਟ ਕਰੀਏ ਤੇ ਆਪਣੇ ਜੀਵਨ ਵਿੱਚ ਧਾਰਨ ਕਰੀਏ ਜੀ। ਭੁੱਲਾਂ ਚੁੱਕਾਂ ਦੀ ਕੀਮਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਬਹੁਤ ਧੰਨਵਾਦ ਜੀ, ਬੜਾ ਵਧੀਆ ਵਿਸ਼ਾ ਲਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੁਹਾਵਰੇ ਵੀ ਆਉਂਦੇ ਨੇ। ਸੋ ਅਸੀਂ ਸਾਰੇ ਹੁਣ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਹਿੰਦੇ ਏਦਾਂ ਕਰਨਾ ਚਾਹੀਦਾ ਜਿਵੇਂ ਅਸੀਂ ਅਖਬਾਰ ਪੜ੍ਹਦੇ ਹਾਂ, ਕਿਉਂਕਿ ਜਦੋਂ ਅਸੀਂ ਅਖਬਾਰ ਪੜ੍ਹਦੇ ਹਾਂ ਅਸੀਂ ਉਹਦੇ ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਨਵਾਂ ਸਿੱਖਣ ਨੂੰ ਕੀ ਮਿਲੇਗਾ, ਅੱਜ ਨਵਾਂ ਕੀ ਸੁਣਨ ਨੂੰ ਮਿਲੇਗਾ, ਕਿਹੜੀ ਖਬਰ ਨਵੀਂ ਹੈ। ਸੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੀਏ ਉਹਦੇ ਚੋਂ ਵੀ ਲੱਭੀਏ ਕਿ ਅੱਜ ਗੁਰੂ ਜੀ ਮੈਨੂੰ ਕੀ ਨਵਾਂ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਾਂ ਗੁਰੂ ਜੀ ਅੱਜ ਮੈਨੂੰ ਕੀ ਨਵਾਂ ਸਿਖਾ ਰਹੇ ਨੇ, ਮੈਂ ਕੀ ਨਵਾਂ ਸਿੱਖਣ ਦੀ ਅੱਜ ਕੋਸ਼ਿਸ਼ ਕਰਨੀ ਹੈ। ਬਹੁਤ ਧੰਨਵਾਦ ਜੀ ਸਾਰਿਆਂ ਦਾ। ਹੁਣ ਮੈਮ ਕੁਲਵੰਤ ਕੌਰ ਜੀ ਸੈਸ਼ਨ ਨੂੰ ਲੈਣਗੇ ਜੀ। ਮੈਂ ਮੈਮ ਕੁਲਵੰਤ ਕੌਰ ਜੀ ਨੂੰ ਬੇਨਤੀ ਕਰਾਂਗੀ ਆਪਣੇ ਸੈਸ਼ਨ ਦੀ ਆਰੰਭਤਾ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬੜਾ ਵਧੀਆ ਟੌਪਿਕ ਸੀ ਮੁਹਾਵਰੇ ਤੇ ਅਖਾਣ ਵਾਲਾ, ਬਹੁਤ ਵਧੀਆ ਟੌਪਿਕ ਸੀ। ਤੇ ਅਸੀਂ ਵੀ ਜਿਵੇਂ ਕਰਦੇ ਆ ਨਾ ਪ੍ਰੋਵਰਬ ਆਫ ਦਾ ਡੇ, ਤੇ ਬੱਚੋ ਇਹਦੇ ਵਿੱਚ ਵੀ ਲੱਭ ਲੈਣਾ ਕੋਈ ਅਗਰ ਜੇ ਤੁਹਾਨੂੰ ਗੁਰਬਾਣੀ ਫਰਮਾਨ ਮਿਲੇ। ਸੋ ਲੈਟਸ ਰੀਕਾਲ ਫਰਸਟ ਆਪਾਂ ਪਿਛਲਾ ਪਹਿਲੇ
स्क्रीन शेयर हो रही है मैम? हाँ जी हो रही है। हाँ जी। सो let us recall first, ਅਸੀਂ ਕੱਲ ਪ੍ਰੈਜ਼ੈਂਟ ਟੈਂਸ ਜਿਹੜਾ ਹੈ ਉਹਦੇ ਚਾਰੋਂ ਪਾਰਟਸ ਖਤਮ ਕਰ ਲਏ ਸੀਗੇ। ਬਸ ਇੱਕ ਵਾਰ ਅਸੀਂ ਗੋ ਥਰੂ ਹੋ ਜਾਂਦੇ ਆ। I take tea in the morning, ਇਹ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਹੈ। I am taking tea, ਇਹ ਪ੍ਰੈਜ਼ੈਂਟ ਕੰਟੀਨਿਊਅਸ ਟੈਂਸ ਹੈ। ਮੈਂ ਚਾਹ ਪੀਨੀ ਹਾਂ, ਪਹਿਲੇ ਵਿੱਚ ਆਪਣੀ ਹੈਬਿਟ ਹੈ, ਦੂਸਰੇ ਵਿੱਚ ਹੈ ਜੋ ਪ੍ਰੈਜ਼ੈਂਟਲੀ ਹੋ ਰਿਹਾ ਹੈ। I have taken tea, ਜੋ ਮੈਂ ਕੰਮ ਕਰ ਲਿਆ ਹੈ, ਮੈਂ ਚਾਹ ਪੀ ਲਈ ਹੈ। ਕੱਲ ਅਸੀਂ ਕੀਤਾ ਸੀ present perfect continuous tense, I have been waiting for the tea for half an hour, ਮੈਂ ਅੱਧੇ ਘੰਟੇ ਤੋਂ ਚਾਹ ਦੀ ਵੇਟ ਕਰ ਰਹੀ ਹਾਂ। ਸੋ past indefinite, past continuous, past perfect ਔਰ past perfect continuous tense ਅਗਰ ਸਾਨੂੰ ਫਿਰ ਕਲਾਸ ਦਾ ਟਾਈਮ ਮਿਲਿਆ ਤੇ ਅਸੀਂ ਇਹਨੂੰ ਜ਼ਰੂਰ ਕਰਾਂਗੇ। ਪਰ ਬੱਚਿਓ ਜੇ ਤੁਸੀਂ ਇਹ ਵਾਲੇ ਸਾਰੇ ਟੈਂਸ, ਇਹ ਵਾਲੇ ਸਾਰੇ ਪ੍ਰੈਜ਼ੈਂਟ ਟੈਂਸ ਦੇ ਸਾਰੇ ਪਾਰਟਸ ਅਗਰ ਚੰਗੀ ਤਰ੍ਹਾਂ ਕਰ ਲੋਗੇ ਨਾ ਤਾਂ ਤੁਹਾਨੂੰ ਪਾਸਟ ਔਰ ਫਿਊਚਰ ਦੇ ਕਰਨੇ ਬਹੁਤ ਈਜ਼ੀ ਲੱਗਣਗੇ। ਸੋ ਪਲੀਜ਼ ਆਈ ਰਿਕੁਐਸਟ ਕਿ ਸਾਰੇ ਬੱਚੇ ਇਸ ਦੀ ਇੱਕ ਵਾਰ ਇਹਨੂੰ ਰਿਵਾਈਜ਼ ਕਰਨ, ਇਹਨੂੰ ਬਾਰ-ਬਾਰ ਪ੍ਰੈਕਟਿਸ ਕਰਨ ਤੇ ਫਿਰ ਜੇ ਟਾਈਮ ਮਿਲਿਆ ਤਾਂ ਅਸੀਂ ਪਾਸਟ ਇੰਡੈਫਿਨਿਟ, ਕੰਟੀਨਿਊਅਸ ਔਰ ਸਾਰੇ ਪਾਰਟਸ ਅਸੀਂ ਅੱਗੋਂ ਕਰਾਂਗੇ। ਸੋ ਅੱਜ ਦਾ ਹੈ ਮੈਨੂੰ ਕੁਝ ਬੱਚਿਆਂ ਦੇ ਕੁਐਸਚਨ ਸੀਗੇ, ਮੈਂ ਉਹ ਲੈ ਲੈਂਦੀ ਆ। ਪਹਿਲੇ ਬੱਚਿਆਂ ਨੇ ਪੁੱਛਿਆ ਕਿ what is the difference between wrath, angry and annoyance? wrath, angry, annoyance. wrath ਹੁੰਦਾ ਹੈ ਗੁੱਸਾ, ਬਟ ਬਹੁਤ ਜ਼ਿਆਦਾ ਐਂਗਰ, ਜਦੋਂ ਬਹੁਤ ਜ਼ਿਆਦਾ ਐਂਗਰ ਹੈ ਉਹਨੂੰ ਅਸੀਂ ਕਹਿੰਦੇ ਆ wrath। angry ਮਤਲਬ ਗੁੱਸੇ ਵਿੱਚ, ਜਿਵੇਂ I am angry, ਮੈਂ ਗੁੱਸੇ ਵਿੱਚ ਹਾਂ। ਔਰ annoyance ਹੁੰਦਾ ਹੈ ਜਦੋਂ ਤੁਹਾਨੂੰ ਕਿਸੇ ਤੋਂ ਖਿਜ ਮੱਚੇ, ਤੁਹਾਨੂੰ ਤੁਸੀਂ ਕਿਸੇ ਤੋਂ ਨਿਰਾਸ਼ ਹੋ ਜਾਓ ਤਾਂ ਅਸੀਂ ਉਹਨੂੰ ਕਹਿੰਦੇ ਆ annoyance। ਹੁਣ ਬੱਚੋ ਇੱਕ ਚੀਜ਼ ਧਿਆਨ ਰੱਖਣਾ, ਇਹਦੇ ਵਿੱਚ ਇੱਕ ਵਰਡ, ਦੋ ਵਰਡ ਨਾउन ਹੈ ਔਰ ਇੱਕ ਵਰਡ ਐਡਜੈਕਟਿਵ ਹੈ। ਸੋ ਇਹ ਚੀਜ਼ ਦਾ ਬੜਾ ਧਿਆਨ ਰੱਖਣਾ। ਜਿਵੇਂ ਅਗਰ ਮੈਂ ਕਿਹਾ ਖੁਸ਼ੀ ਦਾ ਆਪੋਜ਼ਿਟ ਕੀ ਹੁੰਦਾ ਹੈ? ਗਮੀ। ਅਸੀਂ ਕਵਾਂਗੇ ਖੁਸ਼ ਦਾ ਆਪੋਜ਼ਿਟ ਕੀ ਹੈ? ਉਦਾਸ। ਠੀਕ ਹੈ, खुशी, गमी। ठीक है, खुश की है एडजेक्टिव है, विशेषण है। उदास की है विशेषण है। तो उसी तरह ही खुशी की है नाउन है, संज्ञा है, नाम है, और उदासी की है ये भी नाम है। सो ये गल दा बड़ा ध्यान रखना है जदों असी ऑपोजिट वर्ड्स करते हैं या असी अपने टीचर नूं भी कोई क्वेश्चन रेज कर रहे हैं कि मैम इहदे और इहदे च फर्क की है, तो दोनों पार्ट ऑफ स्पीच सेम होने चाहिए हैं। जिवें तुसी ये कह सकते हो कि रैथ और एंगर ਇਹਦੇ ਵਿੱਚ ਕੀ ਡਿਫਰੈਂਸ ਹੈ, ਤਾਂ ਫਿਰ ਉਹ ਦੋਨੋਂ ਨਾउन ਹੋ ਜਾਣਗੇ। ਸੋ ਰੈਥ ਦਾ ਮਤਲਬ ਹੈ ਬਹੁਤ ਗੁੱਸਾ ਔਰ ਐਂਗਰੀ ਦਾ ਮਤਲਬ ਹੈ ਗੁੱਸੇ ਦੇ ਵਿੱਚ। ਅਨੋਇੰਸ ਦਾ ਮਤਲਬ ਹੁੰਦਾ ਹੈ ਨਿਰਾਸ਼ਾ ਜਾਂ ਕਿਸੇ ਤੋਂ ਖਿਜ ਹੋਣੀ। ਸੋ ਦੈਟ ਇਜ਼ ਦ ਡਿਫਰੈਂਸ। ਨੈਕਸਟ ਇਜ਼ ਅਰਾਈਵਡ ਔਰ ਰੀਚਡ, ਇਹਦੇ ਵਿੱਚ ਕੋਈ ਫਰਕ ਨਹੀਂ, both are same. The train reached at the station, the train arrived at the station, both are the same thing. Next, living and staying, very important. living ਦਾ ਮਤਲਬ ਹੁੰਦਾ ਹੈ ਰਹਿਣਾ, staying ਦਾ ਮਤਲਬ ਵੀ ਹੁੰਦਾ ਹੈ ਰਹਿਣਾ, ਲੇਕਿਨ ਜਿਹੜਾ stay ਹੁੰਦਾ ਹੈ ਉਹ short term ਹੁੰਦਾ ਹੈ। stay is short term. ਤੁਸੀਂ ਸੁਣਿਆ ਹੋਵੇਗਾ ਅਸੀਂ ਜ਼ਿਆਦਾਤਰ ਕੀ ਕਹਿੰਦੇ ਆ ਕਿ ਤੁਸੀਂ ਹੋਟਲ ਦੇ ਵਿੱਚ ਕਿੰਨੇ ਦਿਨ ਤੱਕ stay ਕਰੋਗੇ, ਤੁਹਾਡਾ stay ਕਿੰਨੇ ਦਿਨਾਂ ਦਾ ਹੈ। ਅਸੀਂ ਉੱਥੇ live ਨਹੀਂ ਕਹਿੰਦੇ, live ਹੁੰਦਾ ਹੈ ਕਿ ਅਸੀਂ ਇੱਕ living ਦਾ ਮਤਲਬ ਹੁੰਦਾ ਹੈ ਜੀਣਾ ਵੀ, ਤੇ ਲਿਵਿੰਗ ਦਾ ਮਤਲਬ ਵੀ ਵੈਸੇ ਰਹਿਣਾ ਹੁੰਦਾ ਹੈ, ਸਟੇਇੰਗ ਦਾ ਵੀ ਰਹਿਣਾ ਹੁੰਦਾ ਹੈ, ਬਟ ਜਿਹੜਾ ਸਟੇ ਹੈ ਇਹ ਸ਼ਾਰਟ ਟਰਮ ਲਈ ਹੈ, ਥੋੜੇ ਸਮੇਂ ਵਾਸਤੇ ਅਸੀਂ ਯੂਜ਼ ਕਰਦੇ ਹਾਂ। ਸਾਡਾ ਹਮੇਸ਼ਾ ਹੋਟਲ ਦੇ ਵਿੱਚ ਜਾਂ ਕਿਸੇ ਜਗ੍ਹਾ ਤੇ ਅਸੀਂ ਜਾ ਕੇ, ਮੰਨ ਲਓ ਅਸੀਂ ਕਿਸੇ ਦੇ ਘਰ ਜਾ ਕੇ ਰਹਿ ਰਹੇ ਹਾਂ, ਤਾਂ ਅਸੀਂ ਇਹ ਨਹੀਂ ਕਵਾਂਗੇ ਕਿ ਅਸੀਂ ਇੰਨੇ ਦਿਨ ਦੀ ਲਿਵਿੰਗ ਸੀ, ਅਸੀਂ ਕੀ ਕਵਾਂਗੇ ਅਸੀਂ ਉੱਥੇ ਇੰਨੇ ਦਿਨ ਸਟੇ ਕੀਤਾ। ਓਕੇ ਜੀ। ਨੈਕਸਟ, ਲਰਨਡ ਐਂਡ ਰਿਮੈਂਬਰ। ਹੁਣ ਇਹ ਬੱਚੇ ਨੇ ਮੈਨੂੰ ਪੁੱਛਿਆ ਲਰਨਡ ਐਂਡ ਰਿਮੈਂਬਰ, ਮੈਂ ਐਜ਼ ਇਟ ਇਜ਼ ਨੋਟ ਕਰ ਲਿਆ। ਹੁਣ ਜੋ ਲਰਨਡ ਹੈ ਇਹ ਬੱਚੇ ਨੇ ਪਾਸਟ ਫਾਰਮ ਦੱਸੀ ਹੈ, ਰਿਮੈਂਬਰ ਬੱਚੇ ਨੇ ਪ੍ਰੈਜ਼ੈਂਟ ਫਾਰਮ ਦੱਸੀ ਹੈ। ਚਲੋ ਕੋਈ ਗੱਲ ਨਹੀਂ, ਜਦੋਂ ਵੀ ਆਪਾਂ ਕਿਸੇ ਨੂੰ ਕੁਐਸਚਨ ਪੁੱਛਦੇ ਹਾਂ ਨਾ, ਜਦੋਂ ਅਸੀਂ ਡਿਫਰੈਂਸ ਪੁੱਛਦੇ ਹਾਂ ਤਾਂ ਦੋਨੋਂ ਚੀਜ਼ਾਂ ਨੂੰ ਸੇਮ ਹੋਣਾ ਚਾਹੀਦਾ। ਅਗਰ ਇੱਕ ਪ੍ਰੈਜ਼ੈਂਟ ਦੇ ਵਿੱਚ ਹੈ ਤਾਂ ਦੂਸਰੀ ਵੀ ਪ੍ਰੈਜ਼ੈਂਟ ਵਿੱਚ ਹੋਣੀ ਚਾਹੀਦੀ ਹੈ, ਇੱਕ ਪਾਸਟ ਵਿੱਚ ਹੈ ਦੂਸਰੀ ਪਾਸਟ ਵਿੱਚ ਹੋਣੀ ਚਾਹੀਦੀ ਹੈ, ਇੱਕ ਅਗਰ ਨਾउन ਹੈ ਤੇ ਦੂਸਰਾ ਵੀ ਨਾउन ਹੋਣਾ ਚਾਹੀਦਾ ਹੈ, ਇੱਕ ਐਡਜੈਕਟਿਵ ਹੈ ਤੇ ਦੂਸਰਾ ਵੀ ਐਡਜੈਕਟਿਵ ਹੋਣਾ ਚਾਹੀਦਾ ਹੈ। ਸੋ ਲਰਨ ਦਾ ਮਤਲਬ ਹੁੰਦਾ ਹੈ ਯਾਦ ਕਰਨਾ, ਤੇ ਰਿਮੈਂਬਰ ਦਾ ਮਤਲਬ ਹੁੰਦਾ ਹੈ ਯਾਦ ਰੱਖਣਾ।
ਲਰਨ ਦਾ ਇੱਕ ਹੋਰ ਮਤਲਬ ਵੀ ਹੁੰਦਾ ਹੈ ਵੀ ਮੈਨੂੰ ਇਹ ਗੱਲ ਪਤਾ ਚੱਲੀ, I learned that। ਯਾਦ ਕਰਨਾ ਤੇ ਰਿਮੈਂਬਰ ਹੁੰਦਾ ਹੈ ਯਾਦ ਨੂੰ ਯਾਦ ਰੱਖਣਾ। ਮਤਲਬ ਅਸੀਂ ਕਹਿੰਦੇ ਨਾ ਰਿਮੈਂਬਰੈਂਸ, ਜਿਵੇਂ ਮੈਨੂੰ ਇਹ ਗੱਲ ਪਤਾ ਚੱਲੀ ਕਿ ਉਹ ਇੱਥੇ ਰਹਿੰਦੀ ਹੈ, ਮੈਨੂੰ ਇਹ ਗੱਲ ਪਤਾ ਚੱਲੀ ਕਿ ਉਹ ਇੱਥੇ ਰਹਿੰਦੀ ਹੈ, ਸੋ I learned that she is staying here। ਮੈਨੂੰ ਇਹ ਗੱਲ ਪਤਾ ਚੱਲੀ। ਲਰਨ ਹੁੰਦਾ ਕਿਸੇ ਚੀਜ਼ ਦਾ ਯਾਦ ਕਰਨਾ ਜਾਂ ਕੋਈ ਚੀਜ਼ ਸਮਝ ਆਣੀ, ਬਟ ਰਿਮੈਂਬਰ ਹੁੰਦਾ ਯਾਦ ਰੱਖਣਾ। ਕੋਈ ਗੱਲ ਪਾਸਟ ਵਿੱਚ ਹੋ ਚੁੱਕੀ ਹੈ ਤੇ ਤੁਸੀਂ ਉਹਨੂੰ ਹਜੇ ਯਾਦ ਰੱਖਿਆ ਹੋਇਆ। ਸੋ ਰਿਮੈਂਬਰ ਅਸੀਂ ਕਹਿੰਦੇ ਸਵੀਟ ਰਿਮੈਂਬਰੈਂਸਸ, ਮਤਲਬ ਕਿ ਯਾਦਾਂ, ਠੀਕ ਹੈ। ਤੇ ਲਰਨ ਹੁੰਦਾ ਜੋ ਅਸੀਂ ਪੜ੍ਹਿਆ ਜਾਂ ਅਸੀਂ ਜੋ ਸਮਝਿਆ, that is learn। ਜਿਵੇਂ ਤੁਸੀਂ ਜਦੋਂ ਕੋਈ ਟੀਚਰ ਹੈ ਉਹ ਤੁਸੀਂ ਟੀਚਰ ਕੋਲੋਂ ਕੀ ਕਰ ਰਹੇ ਹੋ, ਲਰਨਿੰਗ, ਕੋਈ ਚੀਜ਼ ਸਿੱਖ ਰਹੇ ਹੋ। ਲਰਨ ਦਾ ਮਤਲਬ ਸਿੱਖਣਾ ਵੀ ਹੁੰਦਾ ਹੈ। ਜਿਵੇਂ I am learning driving, ਮੈਂ ਡਰਾਈਵਿੰਗ ਸਿੱਖ ਰਹੀ ਹਾਂ, ਬਟ ਰਿਮੈਂਬਰ ਹੁੰਦਾ ਹੈ ਯਾਦ ਰੱਖਣਾ। then study and read, ਇੱਕੋ ਹੀ ਗੱਲ ਹੈ ਵੈਸੇ ਤਾਂ, ਬਟ ਫਰਕ ਇਹ ਹੈ ਰੀਡ ਹੁੰਦਾ ਹੈ ਜੋ ਤੁਹਾਡੇ ਸਾਹਮਣੇ ਕੋਈ ਚੀਜ਼ ਲਿਖੀ ਹੋਈ ਹੈ, ਤੁਸੀਂ ਉਹਦੀ ਰੀਡਿੰਗ ਕਰ ਰਹੇ ਹੋ, ਠੀਕ ਹੈ। ਮੇਰੇ ਸਾਹਮਣੇ ਲਿਖਿਆ ਹੋਇਆ ਹੈ ਡਿਫਰੈਂਸ ਬਿਟਵੀਨ ਦਿਸ ਐਂਡ ਦਿਸ, ਅਰਾਈਵ, ਰੀਚ, ਇਹ ਮੈਂ ਕੀ ਕਰ ਰਹੀ ਹਾਂ, ਰੀਡਿੰਗ ਕਰ ਰਹੀ ਹਾਂ। ਸਟੱਡੀ ਹੁੰਦਾ ਹੈ ਪੜ੍ਹਾਈ। ਸਟੱਡੀ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ, ਉਹਦੇ ਵਿੱਚ ਰੀਡਿੰਗ ਵੀ ਆ ਜਾਂਦੀ ਹੈ, ਉਹਦੇ ਵਿੱਚ ਰਾਈਟਿੰਗ ਵੀ ਆ ਜਾਂਦੀ ਹੈ। ਓਕੇ, ਸੋ ਸਟੱਡੀ ਇਜ਼ ਬੇਸਿਕਲੀ ਅ ਵਾਈਡਰ ਟਰਮ। ਵੈਸੇ ਅਸੀਂ ਕਹਿ ਦਿੰਦੇ ਹੁੰਦੇ ਆ ਕਿ I study in first class, I read in first class, ਦੋਨੋਂ ਚੱਲ ਜਾਂਦੇ ਹੁੰਦੇ ਆ, ਬਟ ਸਟੱਡੀ ਜਿਹੜੀ ਹੈ ਥੋੜੀ ਜਿਹੀ ਬ੍ਰੌਡ ਟਰਮ ਹੈ, ਥੋੜੀ ਵਾਈਡ ਟਰਮ ਹੈ। ਸਟੱਡੀ ਹੁੰਦਾ ਪੜ੍ਹਾਈ ਤੇ ਰੀਡ, ਜਿਵੇਂ ਅਸੀਂ ਕੀ ਕਹਿੰਦੇ ਆ, ਅਸੀਂ ਸਟੱਡੀ ਲਈ ਕੈਨੇਡਾ ਜਾਣਾ ਹੈ, ਠੀਕ ਹੈ ਨਾ, ਸਟੱਡੀ ਇਨ ਕੈਨੇਡਾ, ਮਤਲਬ ਉੱਥੇ ਪੜ੍ਹਾਈ ਕਰੋ। ਉੱਥੇ ਰੀਡ ਨਹੀਂ ਆਉਂਦਾ ਕਿ ਰੀਡ ਇਨ ਕੈਨੇਡਾ। ਰੀਡ ਮਤਲਬ ਕਿਸੇ ਚੀਜ਼ ਨੂੰ ਦੇਖ ਕੇ ਪੜ੍ਹਨਾ, ਐਂਡ ਸਟੱਡੀ ਇਜ਼ ਪੜ੍ਹਾਈ। ਨੈਕਸਟ ਇਜ਼ ਰਿਅਲਾਈਜ਼ ਐਂਡ ਫੀਲਿੰਗ। ਹੁਣ ਰਿਅਲਾਈਜ਼ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਅਹਿਸਾਸ ਹੋਣਾ। I realized that she was angry, ਮੈਨੂੰ ਇਹ ਗੱਲ ਰਿਅਲਾਈਜ਼ ਹੋਈ, ਇਹ ਗੱਲ ਮੈਨੂੰ ਅਹਿਸਾਸ ਹੋਇਆ ਕਿ ਉਹ ਗੁੱਸੇ ਵਿੱਚ ਹੈ। ਰਿਅਲਾਈਜ਼ ਮੀਨਸ ਕਿਸੇ ਚੀਜ਼ ਦਾ ਅਹਿਸਾਸ ਹੋਣਾ। ਫੀਲਿੰਗ ਕੀ ਹੁੰਦਾ ਹੈ? ਫੀਲਿੰਗ ਹੁੰਦੀ ਹੈ ਤੁਹਾਡੀ ਭਾਵਨਾ। ਫੀਲਿੰਗ ਤਾਂ ਕੁਝ ਵੀ ਹੋ ਸਕਦੀ ਹੈ। ਫੀਲਿੰਗ ਤਾਂ ਕਿਸੇ ਦੇ ਲਈ ਗੁੱਡ ਹੋ ਸਕਦੀ ਹੈ, ਕੋਈ ਬੈਡ ਹੋ ਸਕਦੀ ਹੈ। ਫੀਲਿੰਗ ਐਂਗਰ ਦੀ ਵੀ ਹੈ। ਫੀਲਿੰਗ ਤਾਂ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ, ਠੀਕ ਹੈ। ਫੀਲਿੰਗ ਐਂਡ ਇਮੋਸ਼ਨਸ ਜਿਵੇਂ ਜਿਹਨੂੰ ਅਸੀਂ ਕਹਿੰਦੇ ਆ ਨਾ ਕਿ ਉਹਦੇ ਵਿੱਚ ਤਾਂ ਕੋਈ ਫੀਲਿੰਗ ਹੀ ਨਹੀਂ ਹੈ, ਠੀਕ ਹੈ। ਸੋ ਰਿਅਲਾਈਜ਼ ਮੀਨਸ ਕਿਸੇ ਚੀਜ਼ ਦਾ ਅਹਿਸਾਸ ਹੋਣਾ, ਐਂਡ ਫੀਲਿੰਗ ਕੀ ਹੁੰਦੀ ਹੈ ਤੁਹਾਡੇ ਜਜ਼ਬਾਤ, ਉਹ ਫੀਲਿੰਗ ਹੋ ਗਈ, ਠੀਕ ਹੈ। ਨੈਕਸਟ ਇਜ਼ ਪ੍ਰੀਵੇਲ ਐਂਡ ਵਿਨ। ਇਹਨਾਂ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ। ਜਿਵੇਂ ਅਸੀਂ ਕਹਿ ਰਹੇ ਹਾਂ ਕਿ ਇਹ ਚੀਜ਼ ਪ੍ਰੀਵੇਲ ਕਰ ਰਹੀ ਹੈ। ਪ੍ਰੀਵੇਲ ਮਤਲਬ ਇਹ ਚੀਜ਼ ਅੱਜ ਕੱਲ ਚੱਲ ਰਹੀ ਹੈ। ਪ੍ਰੀਵੇਲ ਮੀਨਸ ਜੋ ਚੀਜ਼ ਕਰੰਟਲੀ ਚੱਲ ਰਹੀ ਹੈ। ਜਿਵੇਂ ਅਸੀਂ ਕਿਹਾ ਕਿ ਦਿਸ ਇਜ਼ ਪ੍ਰੀਵੇਲਿੰਗ ਇਨ ਦਾ ਮਾਰਕੀਟ, ਇਹ ਮਾਰਕੀਟ ਦੇ ਵਿੱਚ ਇਹ ਗੱਲ ਚੱਲ ਰਹੀ ਹੈ, ਇਹ ਚੀਜ਼ ਚੱਲ ਰਹੀ ਹੈ। ਪ੍ਰੀਵੇਲ ਹੁੰਦਾ ਚੱਲਣਾ। ਵਿਨ ਦਾ ਮਤਲਬ ਹੁੰਦਾ ਜਿੱਤਣਾ। ਵਿਨ ਮੀਨਸ ਜਿੱਤਣਾ। ਐਂਡ ਇਨਵੈਂਟ ਐਂਡ ਡਿਸਕਵਰ, ਵੈਰੀ ਇੰਪੋਰਟੈਂਟ, ਬਹੁਤ ਅੱਛਾ ਇਹ ਕੁਐਸਚਨ ਸੀਗਾ। ਇਨਵੈਂਟ ਔਰ ਡਿਸਕਵਰ ਦੇ ਵਿੱਚ ਕੀ ਫਰਕ ਹੈ? ਇਨਵੈਂਟ ਹੁੰਦਾ ਹੈ ਕੋਈ ਨਵੀਂ ਚੀਜ਼ ਨੂੰ ਖੋਜਣਾ, ਦੋਨਾਂ ਦਾ ਮਤਲਬ ਹੈ ਖੋਜਣਾ, ਬਟ ਇਨਵੈਂਟ ਹੁੰਦਾ ਹੈ ਕਿਸੇ ਨਵੀਂ ਚੀਜ਼ ਨੂੰ ਖੋਜਣਾ, ਔਰ ਡਿਸਕਵਰ ਹੁੰਦਾ ਹੈ ਕੋਈ ਚੀਜ਼ ਪਹਿਲੇ ਸੀਗੀ, ਤੁਸੀਂ ਉਹਨੂੰ ਫਿਰ ਦੁਬਾਰਾ ਤੋਂ ਖੋਜਿਆ। ਫॉर एग्जांपल ਅਸੀਂ ਕਹਿੰਦੇ ਆ ਕੋਲੰਬਸ ਨੇ ਅਮਰੀਕਾ ਦੀ ਡਿਸਕਵਰ ਕੀਤਾ, ਉਹਨੇ ਅਮਰੀਕਾ ਨੂੰ ਇਨਵੈਂਟ ਨਹੀਂ ਕੀਤਾ, ਉਹਨੇ ਉਸ ਚੀਜ਼ ਦੀ ਕਾਢ ਨਹੀਂ ਕੱਢੀ। ਇਨਵੈਂਟ ਮੀਨਸ ਕਾਢ ਕੱਢਣਾ, ਡਿਸਕਵਰ ਮੀਨਸ ਖੋਜਣਾ। ਇਨਵੈਂਟ ਹੁੰਦਾ ਕਿਸੇ ਨਵੀਂ ਚੀਜ਼ ਦੀ ਕਾਢ ਕੱਢਣੀ। ਜਿਵੇਂ necessity is the mother of invention, ਇੱਕ ਹੋਰ ਪ੍ਰੋਵਰਬ ਹੈ, necessity is the mother of invention, ਮਤਲਬ ਜਿਹੜੀ ਲੋੜ ਹੈ ਉਹ ਕਾਢ ਦੀ ਮਾਂ ਹੈ। ਸੋ ਇਨਵੈਂਟ ਮੀਨਸ ਕਾਢ ਕੱਢਣਾ, ਡਿਸਕਵਰ ਮੀਨਸ ਖੋਜਣਾ। ਇਹ ਤੁਸੀਂ ਯਾਦ ਰੱਖ ਸਕਦੇ ਹੋ ਕਿ ਕੋਲੰਬਸ ਨੇ ਅਮਰੀਕਾ ਨੂੰ ਡਿਸਕਵਰ ਕੀਤਾ ਸੀਗਾ, ਖੋਜਿਆ ਸੀ, ਯਾਨੀ ਕਿ ਅਮਰੀਕਾ ਵਾਸ ਆਲਰੇਡੀ देयर, ਅਮਰੀਕਾ ਪਹਿਲੇ ਸੀਗਾ, ਸਿਰਫ ਉਹਨੂੰ ਖੋਜਿਆ ਗਿਆ, ਉਹਨੇ ਅਮਰੀਕਾ ਨੂੰ ਇਨਵੈਂਟ ਨਹੀਂ ਕੀਤਾ। ਓਕੇ ਜੀ। ਨੈਕਸਟ ਇਜ਼ ਫੌਂਡ ਐਂਡ ਹੌਬੀ। ਫੌਂਡ ਦਾ ਮਤਲਬ ਹੈ ਕਿਸੇ ਚੀਜ਼ ਦਾ ਸ਼ੌਂਕ, ਹੌਬੀ ਦਾ ਮਤਲਬ ਵੀ ਕਿਸੇ ਚੀਜ਼ ਦਾ ਸ਼ੌਂਕ, ਬਟ ਫਰਕ ਕੀ ਹੈ? ਫੌਂਡ ਹੁੰਦਾ ਹੈ ਜਿਵੇਂ ਅਸੀਂ ਕਹਿੰਦੇ ਹਾਂ ਮੇਰੀ ਕਿਸੇ ਚੀਜ਼ ਦੀ ਲਾਈਕਿੰਗ ਹੈ। ਜਿਵੇਂ ਮੈਂ ਕਿਹਾ I am fond of sweets, ਮੈਨੂੰ ਮਿੱਠਾ ਬੜਾ ਪਸੰਦ ਹੈ।
fond means ਪਸੰਦ। I am fond of sweets, ਮੈਨੂੰ ਮਿੱਠਾ ਪਸੰਦ ਹੈ। ਹੌਬੀ ਹੁੰਦਾ ਹੈ ਤੁਹਾਡਾ ਉਹ ਸ਼ੌਂਕ ਜਿਹੜਾ ਤੁਸੀਂ ਫ੍ਰੀ ਟਾਈਮ 'ਚ ਕਰਦੇ ਹੋ, ਜਿਵੇਂ painting is my hobby, I am fond of sweets, painting is my hobby। ਹੁਣ ਮੈਂ ਇਹ ਨਹੀਂ ਕਹਾਂਗੀ ਕਿ ਚਾਕਲੇਟ ਖਾਣਾ ਮੇਰੀ ਹੌਬੀ ਹੈ, ਚਾਕਲੇਟ ਖਾਣਾ ਮੈਨੂੰ ਪਸੰਦ ਹੈ, ਠੀਕ ਹੈ। ਫੌਂਡ ਹੁੰਦਾ ਕਿਸੇ ਚੀਜ਼ ਨੂੰ ਪਸੰਦ ਕਰਨਾ, ਹੌਬੀ ਹੁੰਦਾ ਕਿ ਤੁਸੀਂ ਆਪਣੇ ਫ੍ਰੀ ਟਾਈਮ ਦੇ ਵਿੱਚ ਕੁਝ ਐਦਾਂ ਦਾ ਕੰਮ ਕਰਦੇ ਹੋ, ਜਿਵੇਂ ਕੱਲ ਗਾਰਡਨਿੰਗ ਦੀ ਗੱਲ ਹੋਈ ਸੀ, ਗਾਰਡਨਿੰਗ ਤੁਹਾਡੀ ਹੌਬੀ ਹੋ ਸਕਦੀ ਹੈ, ਪੇਂਟਿੰਗ ਤੁਹਾਡੀ ਹੌਬੀ ਹੋ ਸਕਦੀ ਹੈ, ਤੇ ਹੋਰ ਸਟਿਚਿੰਗ ਤੁਹਾਡੀ ਹੌਬੀ ਹੋ ਸਕਦੀ ਹੈ। ਸੋ ਫੌਂਡ ਹੁੰਦਾ ਕਿਸੇ ਚੀਜ਼ ਦੇ ਪ੍ਰਤੀ ਲਾਈਕਿੰਗ। I am fond of sweets, I am fond of ice cream, I am fond of chocolates, ਇਸ ਤਰ੍ਹਾਂ। Next is jail and prison. Again, very good question. Jail ਦਾ ਮਤਲਬ ਹੁੰਦਾ ਹੈ ਜੇਲ, ਜਿਵੇਂ ਕੈਦੀ ਨੂੰ ਜੇਲ ਵਿੱਚ ਭੇਜ ਦਿੱਤਾ ਗਿਆ, okay, the culprit was sent to jail। prison ਹੁੰਦਾ ਹੈ ਕੈਦ, ਕੈਦ, ਉਹ ਕੈਦ ਕੋਈ ਵੀ ਹੋ ਸਕਦੀ ਹੈ, ਜਿਵੇਂ ਕਿਲੇ ਦੇ ਵਿੱਚ ਕੈਦ ਕਰਤਾ ਜਾਂ ਕਿਸੇ ਘਰ ਦੇ ਵਿੱਚ ਕੈਦ ਕਰਤਾ। prison means ਕੈਦ, ਜੇਲ means ਕੈਦ ਹੈ, ਲੇਕਿਨ ਜਿਹੜੀ ਪੂਰੀ ਜੇਲ ਦੀ ਫਾਰਮ ਦੇ ਵਿੱਚ ਹੁੰਦੀ ਹੈ, ਜਿਵੇਂ ਕੈਦਖਾਨਾ ਜਿਹਨੂੰ ਅਸੀਂ ਕਹਿੰਦੇ ਆ ਨਾ, ਠੀਕ ਹੈ, ਉਹ ਜੇਲ। ਕੈਦਖਾਨਾ ਵੈਸੇ ਕੋਈ ਵੀ ਹੋ ਸਕਦਾ, ਲੇਕਿਨ ਜੇਲ ਉਹ ਜਿਹੜੀ ਪ੍ਰੋਪਰ ਜੇਲ ਦੇ ਰੂਪ ਚ ਬਣੀ ਹੁੰਦੀ ਹੈ। ਤਾਂ prison ਹੁੰਦਾ ਕੈਦ। then is vacation and holiday, ਇਹ ਵੀ ਆਲਮੋਸਟ ਸੇਮ ਹੀ ਹੈ, ਬਟ ਜਿਵੇਂ ਵਕੇਸ਼ਨ ਜਿਹੜਾ ਹੈ ਨਾਰਮਲੀ ਇਹ ਥੋੜਾ ਜਿਹਾ ਲੌਂਗ ਪੀਰੀਅਡ ਲਈ, ਜਿਵੇਂ ਸਮਰ ਵਕੇਸ਼ਨ ਅਸੀਂ ਕਹਿੰਦੇ ਆ, ਬਟ ਅਸੀਂ ਸਮਰ ਹੌਲੀਡੇਜ਼ ਵੀ ਕਹਿ ਦਿੰਦੇ ਆ। ਤੇ ਜਿਹੜਾ ਵਕੇਸ਼ਨ ਹੈ ਥੋੜਾ ਜਿਹਾ ਇਸ ਤਰ੍ਹਾਂ ਆ ਜਾਂਦਾ ਹੈ, ਜਿਵੇਂ ਅਸੀਂ ਕਿਹਾ ਕਿ ਅਸੀਂ ਵਕੇਸ਼ਨ ਲਈ ਗੋਆ ਜਾਣਾ ਹੈ, ਠੀਕ ਹੈ, ਛੁੱਟੀ। ਇਹ ਥੋੜਾ ਜਿਹਾ ਲੌਂਗਰ ਪੀਰੀਅਡ ਹੈ। ਹੌਲੀਡੇ ਵੀ ਛੁੱਟੀ ਹੁੰਦੀ ਹੈ, ਬਟ ਹੌਲੀਡੇ ਜਿਹੜੀ ਹੈ ਉਹ ਸ਼ਾਰਟ ਪੀਰੀਅਡ ਲਈ ਵੀ, ਜਿਵੇਂ 2 ਦਿਨਾਂ ਦੀ ਸਾਨੂੰ ਹੌਲੀਡੇ ਹੈ, 1 ਡੇ ਦੀ ਹੌਲੀਡੇ ਹੈ। ਵਕੇਸ਼ਨ ਜਿਹੜਾ ਹੈ ਨਾਰਮਲੀ ਇਟ ਇਜ਼ ਆਫ ਲੌਂਗ ਪੀਰੀਅਡ, ਜਿਵੇਂ ਅਸੀਂ ਕਿਹਾ ਸਮਰ ਵਕੇਸ਼ਨ, ਵਿੰਟਰ ਵਕੇਸ਼ਨ, ਅਸੀਂ ਵਿੰਟਰ ਹੌਲੀਡੇਜ਼ ਵੀ ਕਹਿ ਸਕਦੇ ਹਾਂ, ਸਮਰ ਹੌਲੀਡੇਜ਼ ਵੀ ਕਹਿ ਸਕਦੇ ਹਾਂ, ਬਟ ਹੌਲੀਡੇ ਜਿਹੜੀ ਹੈ ਉਹ 1 ਦਿਨ ਦੀ ਵੀ ਹੋ ਸਕਦੀ ਹੈ, ਓਕੇ ਜੀ। then is timid and coward। timid ਦਾ ਮਤਲਬ ਵੀ ਡਰਪੋਕ ਹੈ, coward ਦਾ ਮਤਲਬ ਵੀ ਡਰਪੋਕ ਹੈ, both are same। then gloomy and sad, ਇਹ ਵੀ ਦੋਨੋਂ ਸੇਮ ਹੀ ਹੈ। gloomy ਹੋ ਜਾਂਦਾ ਹੈ, sad ਦਾ ਮਤਲਬ ਉਦਾਸ ਹੈ, gloomy ਦਾ ਮਤਲਬ ਜਦੋਂ ਬੰਦਾ ਬਹੁਤ ਡਿਪਰੈਸ ਹੋ ਕੇ ਨਿਰਾਸ਼ਾ ਵਿੱਚ ਚਲਾ ਜਾਂਦਾ ਹੈ ਨਾ, ਬਹੁਤ ਜ਼ਿਆਦਾ ਸੈਡਨੈਸ ਆ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ gloomy, ਠੀਕ ਹੈ। ਜਿਵੇਂ I am finding everything gloomy, ਮੈਨੂੰ ਹਰ ਜਗ੍ਹਾ ਨਿਰਾਸ਼ਾ ਨਿਰਾਸ਼ਾ ਦਿਖ ਰਹੀ ਹੈ, gloomy, ਠੀਕ ਹੈ ਜੀ। then saving and surplus, ਇਹਦੇ ਵਿੱਚ ਫਰਕ ਹੈ। saving ਹੁੰਦਾ ਹੈ ਤੁਹਾਡੀ ਬਚਤ, surplus ਹੁੰਦਾ ਹੈ ਜਿੰਨਾ ਤੁਹਾਡੇ ਕੋਲ ਹੈ ਉਸ ਤੋਂ ਜ਼ਿਆਦਾ। ਜਿਵੇਂ ਇਹਦਾ ਵਿੱਚ ਕੀ ਫਰਕ ਹੈ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ। ਮੰਨ ਲਓ ਮੇਰਾ ਟਾਰਗੇਟ ਹੈ ਕਿ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਹਾਂ ਕਣਕ ਉਗਾਈ ਕਿਸਾਨਾਂ ਨੇ, ਤੇ ਜਿਹੜੀ ਕਣਕ ਦੀ ਫਸਲ ਹੈ ਉਹ ਸਰਪਲਸ ਹੋ ਗਈ, ਯਾਨੀ ਜਿੰਨੀ ਅਸੀਂ ਸੋਚੀ ਸੀ ਉਸ ਤੋਂ ਵੱਧ ਗਈ। ਸਮਝ ਰਹੇ ਗੱਲ? ਸਰਪਲਸ, ਜਿੰਨੀ ਤੁਸੀਂ ਸੋਚਿਆ ਉਸ ਤੋਂ ਵੱਧ ਅਮਾਉਂਟ, ਕਿੰਨਾ ਵਾਧੇ ਵਿੱਚ ਹੈ, ਉਹਨੂੰ ਅਸੀਂ ਕਹਿੰਦੇ ਸਰਪਲਸ। ਮੇਰਾ ਟਾਰਗੇਟ ਸੀਗਾ ਕਿ 100 ਕਿਲੋ ਕਣਕ ਮੇਰੇ ਖੇਤਾਂ ਚੋਂ ਨਿਕਲੇਗੀ, ਲੇਕਿਨ ਨਿਕਲੀ 150, ਤਾਂ ਕਿੰਨਾ ਸਰਪਲਸ ਹੋ ਗਿਆ? 50। ਸੇਵਿੰਗ ਹੁੰਦਾ ਹੈ ਜੋ ਤੁਹਾਡੇ ਖਰਚੇ ਤੋਂ ਬਾਅਦ ਬਚਤ ਹੁੰਦੀ ਹੈ, ਉਹਨੂੰ ਕਿਹਾ ਜਾਂਦਾ ਹੈ ਸੇਵਿੰਗ। ਸੇਵਿੰਗ ਇਜ਼ ਬਚਤ। next है glad and cheerful, both are same। glad is खुश बहुत, cheerful is also happy। then quick and fast, both are same। quick का मतलब भी तेज ਹੁੰਦਾ है, fast का मतलब भी तेज ही ਹੁੰਦਾ है। then sin and vice, sin ਦਾ मतलब ਹੁੰਦਾ ਹੈ ਪਾਪ, and vice ਦਾ मतलब ਹੁੰਦਾ ਹੈ ਵਿਕਾਰ। ਤੁਹਾਡੇ ਅੰਦਰ ਦੋਸ਼ ਜਿਹੜੇ ਹੁੰਦੇ ਨਾ, ਵਿਕਾਰ। sin ਹੁੰਦਾ ਹੈ ਪਾਪ, ਉਹ ਕੰਮ ਜੋ ਤੁਸੀਂ ਮੋਰੈਲਿਟੀ ਦੇ ਖਿਲਾਫ ਕਰਦੇ ਹੋ, ਜਿਵੇਂ ਕੋਈ ਕਿਸੇ ਨੇ ਮਰਡਰ ਕਰਤਾ, ਕਿਸੇ ਨੇ ਕਿਸੇ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਤਾ, ਤਾਂ ਇਹ ਕੀ ਹੁੰਦੇ ਹੈ? ਪਾਪ, ਇਹਨੂੰ ਕਹਿੰਦੇ sin। ਪਾਪ, ਜਿਵੇਂ ਸਿਨਰ ਹੁੰਦਾ ਹੈ ਪਾਪੀ, ਔਰ ਵਾਈਸ ਹੁੰਦਾ ਜਿਵੇਂ ਅਸੀਂ ਕਹਿੰਦੇ ਸਾਡੇ ਅੰਦਰ 5 ਵਿਕਾਰ ਨੇ, ਅਸੀਂ 5 ਪਾਪ ਨਹੀਂ ਕਿਹਾ, ਵਿਕਾਰ ਨੇ। ਉਹ ਵਿਕਾਰ ਜਿਹੜੇ ਸਾਨੂੰ ਪਾਪ ਕਰਨ ਵੱਲ ਲੈ ਜਾਂਦੇ ਹੈ, ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਕੀ ਨੇ? ਇਹ ਵਾਈਸਿਸ ਹੈ, ਵਾਈਸਿਸ, VICE। ਸੋ ਇਹ ਕੀ ਨੇ? ਵਿਕਾਰ। तो sin और vice ਦੇ ਵਿੱਚ ਇਹ ਫਰਕ ਹੈ। sin means ਪਾਪ, vice means ਵਿਕਾਰ। ਸੋ ਟੁਡੇ ਅਸੀਂ ਥੋੜੇ ਜਿਹੇ ਇੰਟਰਸਟਿੰਗ ਵਰਡਸ ਕਰਾਂਗੇ ਸਪੋਰਟਸ ਦੇ ਨਾਲ ਰਿਲੇਟਡ। ਤੇ ਸਭ ਤੋਂ ਪਹਿਲਾ ਹੈ ਕੇਜਰ, CAGER, ਕੇਜਰ।
ਇਹ ਬੱਚਿਓ ਇਹ ਸਾਰੇ ਵਰਡਸ ਮੈਂ ਤੁਹਾਡੇ ਲਈ ਲੱਭੇ ਹੈ, ਇਹ ਜਿਹੜੇ ਹੈ ਨਿਊਜ਼ਪੇਪਰਸ ਦੇ ਵਿੱਚ ਵੀ ਆਉਂਦੇ ਆ ਔਰ ਇਹ ਆਇਲਸ ਕਲਾਸਿਸ ਦੇ ਵਿੱਚ ਵੀ ਸਿਖਾਏ ਜਾਂਦੇ ਆ। ਸੋ ਕੁਝ ਵਰਡਸ ਇਹਦੇ ਵਿੱਚੋਂ ਇਦਾਂ ਦੇ ਨੇ ਜਿਹੜੇ ਤੁਹਾਨੂੰ ਡਿਕਸ਼ਨਰੀ ਵਿੱਚ ਨਹੀਂ ਮਿਲਣਗੇ, ਬਟ ਉਹਨਾਂ ਦੇ ਮੀਨਿੰਗ ਹੈ ਇਹ ਸਪੋਕਨ ਇੰਗਲਿਸ਼ ਨਾਲ ਰਿਲੇਟਡ ਨੇ ਔਰ ਨਿਊਜ਼ਪੇਪਰਸ ਦੇ ਵਿੱਚ ਵੀ ਯੂਜ਼ ਹੁੰਦੇ ਔਰ ਤੁਹਾਡੇ ਜਿਨ੍ਹਾਂ ਨੇ ਆਇਲਸ ਕਰਨੀ ਉਹਨਾਂ ਲਈ ਇਹ ਬਹੁਤ ਹੈਲਪਫੁਲ ਹੋਣਗੇ। ਸੋ ਫਰਸਟ ਇਜ਼ ਕੇਜਰ। ਕੇਜਰ ਜਿਹੜਾ ਹੈ ਅਸੀਂ ਬਾਸਕਟਬਾਲ ਪਲੇਅਰ ਨੂੰ ਕਹਿੰਦੇ ਆ। ਕੇਜਰ ਮੀਨਸ ਬਾਸਕਟਬਾਲ ਪਲੇਅਰ। ਹੁਣ ਨਿਊਜ਼ਪੇਪਰ 'ਚ ਕਈ ਵਾਰ ਆਈ ਹੁੰਦੀ ਹੈ, ਹੈਡਲਾਈਨ ਆਈ ਹੁੰਦੀ ਹੈ, ਇੰਡੀਅਨ ਕੇਜਰਸ won the trophy. Indian cagers won the trophy. यानी इंडिया दे बास्केटबॉल प्लेयर्स ने ट्रॉफी जीती। So please note it down. Cager means basketball player. Then is spiker. S-P-I-K-E-R. Spiker means volleyball player. ਤੁਸੀਂ volleyball player भी use कर सकते हो, लेकिन spoken English ਦੇ ਵਿੱਚ spikers ਜਿਹੜਾ ਹੈ ਨਾ ਉਹ ਇਹ ਜ਼ਿਆਦਾ ਬੋਲਿਆ ਜਾਂਦਾ ਹੈ। ਇੰਡੀਅਨ ਸਪਾਈਕਰਸ lost the match, यानी कि इंडिया ਦੇ वॉलीबॉल प्लेयर्स ने मैच हार गए। इंडिया ਦੇ वॉलीबॉल प्लेयर्स मैच हार गए। स्पाइकर अगेन very interesting word, grappler. G-R-A-P-P-L-E-R, grappler. grappler ਹੁੰਦਾ ਹੈ wrestler। wrestling ਸਾਰਿਆਂ ਨੂੰ ਪਤਾ ਹੋਏਗਾ, ਕੁਸ਼ਤੀ ਨੂੰ ਕਹਿੰਦੇ ਆ। grappler means wrestler. Indian grapplers bagged the trophy. ਇੰਡੀਆ ਦੇ wrestlers ਨੇ trophy ਜਿੱਤ ਲਈ। grappler. then is shuttler. ਹੁਣ ਸ਼ਟਲਰ ਵਰਡ ਵੀ ਤੁਸੀਂ ਡਿਕਸ਼ਨਰੀ 'ਚ ਦੇਖੋਗੇ ਕਈ ਵਾਰ ਨਹੀਂ ਮਿਲਦਾ। ਹੁਣ ਸ਼ਟਲਕੌਕ ਸਾਰਿਆਂ ਨੂੰ ਪਤਾ ਕੀ ਹੁੰਦੀ ਹੈ? ਸ਼ਟਲਕੌਕ ਹੁੰਦੀ ਹੈ ਜਿਹੜੀ ਚਿੜੀ ਹੁੰਦੀ ਹੈ ਨਾ, ਰੈਕਟ, ਬੈਡਮਿੰਟਨ ਰੈਕਟ ਦੇ ਨਾਲ ਜਿਹੜੀ ਚਿੜੀ ਹੁੰਦੀ ਹੈ ਉਹਨੂੰ ਸ਼ਟਲਕੌਕ ਕਹਿੰਦੇ ਆ। ਸੋ ਜਿਹੜਾ ਬੈਡਮਿੰਟਨ ਪਲੇਅਰ ਹੈ ਨਾ ਉਹਨੂੰ ਕੀ ਕਿਹਾ ਜਾਂਦਾ? ਸ਼ਟਲਰ। ਜਿਵੇਂ ਉਹ ਹੈ ਆਪਣੀ ਇੰਡੀਅਨ ਹੈ ਸਾਇਨਾ ਨੇਹਵਾਲ, ਸੀ ਉਸ ਕੀ ਕਹਿੰਦੇ ਆ ਉਹਨੂੰ? ਸ਼ਟਲਰ। ਸ਼ਟਲਰ। ਪੀਵੀ ਸਿੰਧੂ ਕੀ ਹੈ? ਸ਼ਟਲਰ ਹੈ। ਤੇ ਬੈਡਮਿੰਟਨ ਪਲੇਅਰ। ਜਿਵੇਂ ਕੋਈ ਹੈਡਲਾਈਨ ਆਈ, ਇੰਡੀਅਨ ਸ਼ਟਲਰਸ won the trophy. ਇੰਡੀਅਨ ਸ਼ਟਲਰਸ won the trophy, ਮਤਲਬ ਇੰਡੀਆ ਦੇ ਬੈਡਮਿੰਟਨ ਪਲੇਅਰਸ ਨੇ ਟਰੋਫੀ ਜਿੱਤੀ। ਇਹ ਸਾਰੀ ਮੈਂ ਹੈਡਲਾਈਨਸ ਲਿਖੀਆਂ, ਤੁਸੀਂ ਨੋਟਿਸ ਕਰੋਗੇ ਇਹਦੇ ਵਿੱਚ ਪਿੱਛੇ ਮੈਂ ਫੁੱਲ ਸਟਾਪ ਨਹੀਂ ਲਗਾਇਆ ਕਿਉਂਕਿ ਜਿਹੜੀ ਹੈਡਲਾਈਨਸ ਹੁੰਦੀਆਂ ਉਹ ਵਿਦਆਊਟ ਫੁੱਲ ਸਟਾਪ ਆਉਂਦੀਆਂ ਹੁੰਦੀਆਂ ਨੇ। ਹੈਡਲਾਈਨ ਜਿਹੜੀ ਹੈ ਨਾ, ਇੰਡੀਅਨ ਸ਼ਟਲਰਸ won the trophy, ਇੰਡੀਆ ਦੇ ਸ਼ਟਲਰਸ ਨੇ ਟਰੋਫੀ ਜਿੱਤੀ। Then is P-U-G-I-L-I-S-T is pugilist. pugilist. ਹੁਣ ਅਸੀਂ ਬਾਕਸਰ ਵੀ ਕਹਿ ਦਿੰਦੇ ਆ, ਬਟ ਆਇਲਸ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ ਜਦੋਂ ਕਰਵਾਇਆ ਜਾਂਦਾ ਹੈ ਨਾ ਤਾਂ ਉਹ ਬਾਕਸਰ ਨਹੀਂ ਲਿਖਦੇ, ਉਹ ਕੀ ਕਹਿੰਦੇ ਆ? pugilist. pugilist means boxer. US pugilist won the trophy. US means United States, मतलब अमेरिका। अमेरिका ਦੇ ਬਾਕਸਰ ਨੇ ਟਰੋਫੀ ਜਿੱਤੀ। US pugilist, जज्जा बोलना है pugilist. US pugilist won the trophy. Next is ping pong. Ping pong नाम तो ही तुहानू आइडिया हो जाएगा, टेबल टेनिस नु ping pong कहते हैं। ping pong. China won, बोलना है इनू WON, won the ping pong match. The ping pong means table tennis. ਜਿਹੜਾ टेबल टेनिस टेबल ਦੇ ਉੱਤੇ ਛੋਟੀ ਜੀ ਬਾਲ ਦੇ ਨਾਲ ਖੇਡਿਆ ਜਾਂਦਾ ਹੈ ਨਾ ਉਹਨੂੰ ਕਹਿੰਦੇ ping pong. Ping pong means table tennis. China won the ping pong match. Next is Uncle Sam. Very important and very interesting. Uncle Sam. So Uncle Sam means USA ਦਾ ਰਹਿਣ ਵਾਲਾ, ਅਮਰੀਕਾ ਦਾ ਰਹਿਣ ਵਾਲਾ। ਹੁਣ ਮੰਨ ਲਓ ਕੋਈ ਪਲੇਅਰ ਹੈ, ਅਮਰੀਕਾ ਦੀ ਟੀਮ ਆਈ ਜਾਂ ਅਮਰੀਕਾ ਦਾ ਕੋਈ ਪਲੇਅਰ ਆਇਆ, ਉਹਨੇ ਮੈਚ ਜਿੱਤ ਲਿਆ ਤਾਂ ਕੀ ਕਿਹਾ ਜਾਏਗਾ? ਅੰਕਲ ਸੈਮ। ਜਿਵੇਂ ਤੁਹਾਨੂੰ ਪਤਾ ਹੋਏਗਾ ਅਸੀਂ ਨਿਊਜ਼ੀਲੈਂਡ ਦੇ ਰਹਿਣ ਵਾਲੇ ਨੂੰ ਕੀਵੀ ਕਹਿੰਦੇ ਆ, ਜਿਨ੍ਹਾਂ ਨੂੰ ਕ੍ਰਿਕਟ ਦੇ ਵਿੱਚ ਇੰਟਰਸਟ ਹੈ ਉਹਨਾਂ ਨੂੰ ਪਤਾ ਹੋਏਗਾ ਕਿ ਇੰਡੀਆ ਨਿਊਜ਼ੀਲੈਂਡ ਦੇ ਜਿਹੜੇ ਪਲੇਅਰਸ ਨੇ ਉਹਨਾਂ ਨੂੰ ਕੀਵੀਜ਼ ਕਿਹਾ ਜਾਂਦਾ ਹੈ। ਸੋ ਅੰਕਲ ਸੈਮ ਮੀਨਸ US ਦਾ ਰਹਿਣ ਵਾਲਾ ਪਲੇਅਰ, ਯੂਨਾਈਟਿਡ ਸਟੇਟਸ ਦਾ, ਅਮਰੀਕਾ ਦਾ। ਅੰਕਲ ਸੈਮ won the match, यानी कि अमेरिका ਦੇ खिलाड़ी ने मैच जीत लिया, अमेरिका ਦੀ टीम ने मैच जीत लिया। then जॉन बुल। जॉन बुल मतलब यूके ਦਾ ਰਹਿਣ ਵਾਲਾ, यूके ਦਾ ਰਹਿਣ ਵਾਲਾ खिडारी।
Uncle Sam thrashed John Bull. Thrash मतलब हरा दिता. USA ਦੀ ਟੀਮ ਨੇ UK ਦੀ ਟੀਮ, UK ਇੰਗਲੈਂਡ ਨੂੰ ਕਹਿੰਦੇ ਆ, UK ਦੀ ਟੀਮ ਨੂੰ ਹਰਾ ਦਿੱਤਾ. So John Bull means UK ਦੇ ਰਹਿਣ ਵਾਲੇ ਪਲੇਅਰ, UK ਵਾਲੇ ਪਲੇਅਰ, ਔਰ Uncle Sam means American, USA ਦੇ. Okay, then is SINO, Sino. Sino means, कोई गैस कर सकता है Sino की हो सकता है? Sino means China. China. For example, Indo-Sino match was postponed. इन्हू postpone नहीं कहना, इन्हू कहना है postpone. Postpone मतलब आगे shift हो गया. इंडिया और चाइना दा मैच आगे shift हो गया. Indo-Sino match was postponed. Sino means related to China. Uncle Sam means related to USA. John Bull means related to UK. And Sino means related to China. Indo-Sino deal होई. जिवें हुण अजकल Indo-Sino conflict चल रहा है ना, इंडिया और चाइना दा, ਅਸੀਂ ਉਹਨੂੰ ਕੀ ਕਵਾਂਗੇ? Indo-Sino. Then kangaroos. Kangaroos ਕਿੱਥੋਂ ਦੇ ਹੋਏ? ਤੇ ਤੁਹਾਨੂੰ ਸਾਰਿਆਂ ਨੂੰ ਆਈਡੀਆ ਹੋਏਗਾ ਮੈਨੂੰ ਲੱਗਦਾ ਹੈ. Kangaroos means Australians. ਆਸਟ੍ਰੇਲੀਆ ਦੇ ਰਹਿਣ ਵਾਲੇ ਕੀ ਹੋ ਗਏ? Kangaroos. Kangaroos thrashed kiwis. Kiwi ਕੀ ਹੋ ਗਏ? ਨਿਊਜ਼ੀਲੈਂਡ ਦੇ ਰਹਿਣ ਵਾਲੇ. Kangaroos ਆਸਟ੍ਰੇਲੀਆ ਦੇ players, kiwis ਨਿਊਜ਼ੀਲੈਂਡ ਦੇ. Kangaroos thrashed kiwis in the final match. मतलब ਕੀ ਹੋਇਆ ਦਾ ਕਿ ਆਸਟ੍ਰੇਲੀਅਨ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਫਾਈਨਲ ਮੈਚ ਵਿੱਚ ਹਰਾ ਦਿੱਤਾ. Kangaroos thrashed kiwis in the final match. Next is OZ. OZ means Oz. Oz means Australia. Oz team arrived in Mumbai. मतलब ऑस्ट्रेलिया दी टीम मुंबई पहुंची. OZ means Oz. Oz means Australian. Australian team यानी Oz team arrived in Mumbai. ऑस्ट्रेलिया दी टीम मुंबई विच पहुंच गई. एक बार बस थोड़ा जा रिकॉल कर लिए. केजर बास्केटबॉल, स्पाइकर वॉलीबॉल प्लेयर, ग्रैपलर रेसलर, शटलर जड़े बैडमिंटन, शटलर्स आर बैडमिंटन प्लेयर, प्यूजिलिस्ट बॉक्सर, पिंग पोंग मतलब टेबल टेनिस, अंकल सैम from USA, John Bull from UK, Sino means related to China, kangaroo related to Australia, kiwis means related to New Zealand, and Oz means related to Australia. So that was all, and proverb of the day is, it takes two to make a quarrel. It takes two to make a quarrel. एक हाथ नाल ताड़ी नहीं बजदी. It takes two to make a quarrel. Quarrel means लड़ाई. यानी लड़ाई कल्ला नहीं कर सकता, ਉਹਦੇ ਲਈ ਦੋ ਜਣੇ ਚਾਹੀਦੇ ਹੁੰਦੇ ਆ. It takes two to make a quarrel. Thank you for having me in this session. Thank you very much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. Thank you so much, ma'am. ਅੱਜ ਦੀ ਜੋ ਕਲਾਸ ਲੱਗੀ ਹੈ ਸਾਡੀ ਇੰਗਲਿਸ਼ ਦੀ, ਹੁਣ ਆਪਾਂ ਨੈਕਸਟ ਸੈਸ਼ਨ ਨਾਲ ਵਧ ਰਹੇ ਹਾਂ ਜੀ. ਅੱਜ ਸਾਡੇ ਦੋ ਸੈਸ਼ਨਸ ਜੇ ਹੋਰ ਨੇ ਤਾਂ ਥੋੜਾ ਜਿਹਾ ਅੱਜ ਫਾਸਟ ਵੀ ਕਰ ਰਹੇ ਹਾਂ. ਸੋ ਹੁਣ ਸਾਡਾ ਇੱਕ ਜਿਹੜਾ ਸੈਸ਼ਨ ਹੈ ਜ਼ਫਰਨਾਮਾ ਤੇ, ਕੈਲੀਫੋਰਨੀਆ ਤੋਂ ਸਪੈਸ਼ਲ ਸਾਡੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੀ ਵਿਸਮਾਦ ਫਿਲਮਸ ਤੋਂ ਜੁੜ ਰਹੇ ਨੇ. ਸੋ ਜ਼ਰੂਰ ਸਾਰਿਆਂ ਨੇ ਉਹਨਾਂ ਦੇ ਵਿਚਾਰਾਂ ਨੂੰ ਵੀ ਸਰਵਨ ਕਰਨਾ ਹੈ. ਸੋ ਹੁਣ ਰੁਪਿੰਦਰ ਕੌਰ ਜੀ ਸਾਡੇ ਨਾਲ ਇੱਕ ਸੈਸ਼ਨ ਲੈਣਗੇ ਜ਼ਫਰਨਾਮਾ. ਅੱਜ ਜਿਹੜਾ क्लास है सेकंड लास्ट डे है जो साडा कैंप चल रहा है. सो इस करके कोशिश की गई है कि ये भी टॉपिक जरूर कैंप जावे. तो मैं उन्होंने बेनती करूंगी समय दे विच रहिंदे होए साडे कोल केवल वैसे साडे जिहड़ा सभा ऑलरेडी थोड़ा जिहा लेट हो चुका है. सो कोशिश करना कि 10 मिनट दे विच असीं इहनूं पूरा कर सकीए. बहुत धन्यवाद जी. वाहिगुरू जी का खालसा, वाहिगुरू जी की फतेह. वाहिगुरू जी का खालसा, वाहिगुरू जी की फतेह. मेरी आवाज आ रही है जी? हाँ जी आ रही है जी. हाँ जी. अज का मेरा टॉपिक है जी जफरनामा, जो कि गुरु गोबिंद सिंह जी की लिखत है. कई विद्वाना दे इस बारे अलग अलग विचार ने, जिन्ना को मैं इस बारे मैनू पता लग्या
ਜਿੰਨਾ ਕੁ ਮੈਨੂੰ ਇਸ ਬਾਰੇ ਸਮਝ ਪਈ, ਅੱਜ ਮੈਂ ਆਪ ਜੀ ਨਾਲ ਇਸ ਦੇ ਵਿਚਾਰ ਕਰਾਂਗੀ। ਇਸ ਦੇ ਵਿਚਾਰ ਅਥਾਹ ਨੇ, ਪਰ ਕੁਝ ਕੁ ਪੁਆਇੰਟਸ ਅੱਜ ਆਪ ਜੀ ਨਾਲ ਸਾਂਝੇ ਕਰਾਂਗੀ ਮੈਂ ਇਸ ਬਾਰੇ। ਜ਼ਫਰਨਾਮਾ, ਜ਼ਫਰ ਤੋਂ ਭਾਵ ਹੈ ਜਿੱਤ, ਨਾਮਾ ਭਾਵ ਲਿਖਤ। ਇਸ ਤਰ੍ਹਾਂ ਜਿੱਤ ਦੀ ਚਿੱਠੀ, ਜ਼ਫਰਨਾਮਾ ਦਾ ਅਰਥ ਹੈ ਜਿੱਤ ਦੀ ਚਿੱਠੀ। ਨੈਕਸਟ ਸਲਾਈਡ ਜੀ। ਇਹ ਚਿੱਠੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਪਿੰਡ ਦੀਨਾ ਕਾਂਗੜ ਵਿਖੇ ਭਾਈ ਦੇਸਾ ਜੀ ਦੇ ਘਰ ਦੇ ਚੁਬਾਰੇ ਵਿੱਚ ਬੈਠ ਕੇ ਲਿਖੀ ਸੀ ਤੇ ਭਾਈ ਦਇਆ ਸਿੰਘ ਜੀ ਦੇ ਹੱਥ ਉਹਨਾਂ ਨੇ ਔਰੰਗਜ਼ੇਬ ਤੱਕ ਪਹੁੰਚਾਈ ਸੀ ਜੀ ਇਹ ਚਿੱਠੀ। ਨੈਕਸਟ ਸਲਾਈਡ ਜੀ। ਇਸ ਚਿੱਠੀ ਵਿੱਚ ਕੁੱਲ 11 ਉਸਤਾਂ ਗੁਰੂ ਸਾਹਿਬ ਨੇ ਲਿਖੀਆਂ ਹਨ। ਜੋ ਪਹਿਲਾ ਸਫ਼ਾ ਹੈ, ਗੁਰੂ ਸਾਹਿਬ ਨੇ ਉਹਦੇ ਉੱਤੇ 9 ਸ਼ੇਰ ਲਿਖੇ ਨੇ ਤੇ ਬਾਕੀ 4 ਸਫ਼ਿਆਂ ਉੱਤੇ 21 ਸ਼ੇਰ ਹਨ ਜੀ। ਨੈਕਸਟ ਸਲਾਈਡ ਜੀ। ਇਸ ਗੁਰੂ ਸਾਹਿਬ ਜੀ ਦੀ ਇਸ ਰਚਨਾ ਨੂੰ ਫਾਰਸੀ ਭਾਸ਼ਾ ਦੀ ਸਭ ਤੋਂ ਉੱਤਮ ਰਚਨਾ ਮੰਨਿਆ ਗਿਆ ਹੈ ਤੇ ਇਹਨੂੰ ਬੈਸਟ ਗ੍ਰਾਮੈਟੀਕਲ ਫਰੇਮ ਵੀ ਮੰਨਿਆ ਗਿਆ ਹੈ। ਇਸ ਵਿੱਚ ਗ੍ਰਾਮਰ ਦੀ ਬੜੀ ਪ੍ਰੋਪਰ ਤਰੀਕੇ ਨਾਲ ਗ੍ਰਾਮਰ ਯੂਜ਼ ਕੀਤੀ ਹੈ। ਗ੍ਰਾਮਰ ਦੀ ਪੂਰਨਤਾ ਹੈ ਇਸ ਵਿੱਚ ਤੇ ਈਰਾਨ ਯੂਨੀਵਰਸਿਟੀ ਦੇ ਕਰਿਕੂਲਮ ਦਾ ਇਸ ਨੂੰ ਇੱਕ ਪਾਰਟ ਬਣਾਇਆ ਗਿਆ। ਉੱਥੋਂ ਦੇ ਸਟੂਡੈਂਟਸ ਇਸ ਵਿਸ਼ੇ ਨੂੰ ਸਟੱਡੀ ਕਰਦੇ ਨੇ ਤੇ ਇੱਕ ਲੇਖਕ ਹੋਇਆ ਜੀ ਫਾਰਸੀ ਭਾਸ਼ਾ ਦਾ, ਬੜਾ ਮਹਾਨ ਕਵੀ ਸੀ ਉਹ, ਤੇ ਉਹਦਾ ਨਾਮ ਹੈ ਸੈਯਦ ਮੁਹੰਮਦ ਤਾਮੀਰ। ਉਸਨੇ ਕਈ ਮਹਾਨ ਗ੍ਰੰਥ ਲਿਖੇ ਤੇ ਜਦੋਂ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਪੜ੍ਹੀਆਂ ਤੇ ਉਸਨੇ ਦੇਖਿਆ ਕਿ ਮੇਰੀਆਂ ਲਿਖਤਾਂ ਤਾਂ ਗੁਰੂ ਸਾਹਿਬ ਜੀ ਲਿਖਤਾਂ ਦੇ ਅੱਗੇ ਕੁਝ ਵੀ ਨਹੀਂ। ਹਾਲਾਂਕਿ ਉਹ ਬਗਦਾਦ ਦਾ ਰਹਿਣ ਵਾਲਾ ਸੀ ਤੇ ਫਾਰਸੀ ਉਸਦੀ ਮਾਂ ਬੋਲੀ ਸੀ ਤੇ ਗੁਰੂ ਸਾਹਿਬ ਜੀ ਦੇ ਲਈ ਫਾਰਸੀ ਭਾਸ਼ਾ ਇੱਕ ਵਿਦੇਸ਼ੀ ਭਾਸ਼ਾ ਸੀ, ਪਰ ਫਿਰ ਵੀ ਗੁਰੂ ਸਾਹਿਬ, ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਕਿੰਨੇ ਵੱਡੇ ਵਿਦਵਾਨ ਸਨ ਕਿ ਇੱਕ ਫਾਰਸੀ ਭਾਸ਼ਾ ਦਾ ਜਿਹੜਾ ਕਵੀ ਹੈ ਉਹ ਵੀ ਗੁਰੂ ਸਾਹਿਬ ਜੀ ਦੀ ਰਚਨਾ ਦੇ ਸਾਹਮਣੇ ਆਪਣੀ ਰਚਨਾ ਨੂੰ ਕੁਝ ਨਹੀਂ ਮੰਨਦਾ। ਨੈਕਸਟ ਸਲਾਈਡ ਜੀ। ਇਤਿਹਾਸਕ ਦ੍ਰਿਸ਼ਟਾਂਤ। ਇਹ ਜ਼ਫਰਨਾਮਾ ਇੱਕ ਇਤਿਹਾਸਕ ਦਸਤਾਵੇਜ਼ ਮੰਨਿਆ ਜਾਂਦਾ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਤੋਂ ਲੈ ਕੇ ਚਮਕੌਰ ਸਾਹਿਬ ਦੀ ਜੰਗ ਤੱਕ ਦੇ ਸ਼ਾਨਾਮੰਦ ਇਤਿਹਾਸ ਦਾ ਜ਼ਿਕਰ ਕੀਤਾ ਹੈ ਜੀ। ਨੈਕਸਟ ਸਲਾਈਡ ਜੀ। ਵੇ ਆਫ ਰਾਈਟਿੰਗ। ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਸਾਨੂੰ ਲੈਟਰ ਕਿਵੇਂ ਲਿਖਣੀ ਚਾਹੀਦੀ ਹੈ। ਜ਼ਫਰਨਾਮਾ ਤੋਂ ਹੀ ਸਾਨੂੰ ਪਤਾ ਲੱਗਦਾ ਹੈ, ਗੁਰੂ ਸਾਹਿਬ ਦੱਸਣੇ ਦੇ ਕਿ ਜੇ ਅਸੀਂ ਕਿਸੇ ਨੂੰ ਚਿੱਠੀ ਲਿਖਣੀ ਹੈ ਤੇ ਕਿਸ ਤਰ੍ਹਾਂ ਲਿਖੀਏ, ਕਿਵੇਂ ਉਹਦੀ ਸਟਾਰਟਿੰਗ ਕਰੀਏ। ਜੋ ਫਾਰਸੀ ਦੀ ਜਦੋਂ ਲਿਖਤ ਲਿਖਣੀ ਹੁੰਦੀ ਹੈ ਨਾ ਤਾਂ ਸਭ ਤੋਂ ਪਹਿਲਾਂ ਇੱਕ ਰੂਲ ਹੁੰਦਾ ਕਿ ਪੁਰਾਣੇ ਟਾਈਮ ਦੇ ਵਿੱਚ ਵੀ ਜਦੋਂ ਚਿੱਠੀ ਲਿਖੀ ਜਾਂਦੀ ਸੀ, ਏਕ ਓਂਕਾਰ ਗੁਰਪ੍ਰਸਾਦ ਲਿਖਿਆ ਜਾਂਦਾ ਸੀ, ਆਪਣੇ ਇਸ਼ਟ ਦਾ ਨਾਮ ਧਿਆਇਆ ਜਾਂਦਾ ਸੀ। ਇਸ ਦੀ ਸਟਾਰਟਿੰਗ ਵਿੱਚ ਵੀ ਗੁਰੂ ਸਾਹਿਬ ਜੀ ਨੇ ਪਹਿਲਾਂ ਪਰਮਾਤਮਾ ਦੀ ਉਸਤਤ ਵਿੱਚ ਕੁਝ ਗੁਰੂ ਸਾਹਿਬ ਨੇ ਸ਼ੇਅਰ ਲਿਖੇ ਨੇ ਤੇ ਨਾਲ ਹੀ ਗੁਰੂ ਸਾਹਿਬ ਜੀ ਨੇ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਅਸੀਂ ਚਿੱਠੀ ਲਿਖਣੀ ਹੈ, ਕਿਸ ਤਰ੍ਹਾਂ ਦਾ ਇਹਦੇ ਵਿੱਚ ਮਤਲਬ ਕਿਵੇਂ, ਇਸ ਤਰ੍ਹਾਂ ਦੀ ਕਿਵੇਂ ਕੰਟੈਂਟ ਕਿਵੇਂ ਦਾ ਹੋਣਾ ਚਾਹੀਦਾ ਹੈ ਤੇ ਜੇ ਅਸੀਂ ਕੁਝ ਕਿਸੇ ਨੂੰ ਸਮਝਾਉਣਾ ਹੈ ਤੇ ਕਿਹੋ ਜਿਹੀ ਸ਼ਬਦਾਵਲੀ ਵਰਤੀਏ, ਕਿਵੇਂ ਕਿਸੇ ਨੂੰ ਰਿਅਲਾਈਜ਼ ਕਰਨੀ ਉਹਦੀ ਗਲਤੀ, ਤੇ ਉਹ ਸਾਰਾ ਕੁਝ ਸਾਨੂੰ ਪਤਾ ਲੱਗਦਾ ਹੈ ਇਸ ਚਿੱਠੀ ਤੋਂ। ਤੇ ਗੁਰੂ ਸਾਹਿਬ ਜੀ ਨੇ ਬਹੁਤ ਸੁੰਦਰ ਹੈਂਡ ਰਾਈਟਿੰਗ ਯੂਜ਼ ਕੀਤੀ ਇਸ ਚਿੱਠੀ ਨੂੰ ਲਿਖਣ ਸਮੇਂ ਤੇ ਸਾਨੂੰ ਬਹੁਤ ਕੁਝ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੀ ਰਾਈਟਿੰਗ ਕਿਵੇਂ ਹੋਵੇ, ਅਸੀਂ ਕਿਸੇ ਨੂੰ ਜੇ ਲਿਖਣਾ ਹੈ ਕਿਵੇਂ ਲਿਖੀਏ। ਨੈਕਸਟ ਸਲਾਈਡ ਜੀ। ਉੱਤਮ ਸ਼ਬਦਾਵਲੀ। ਗੁਰੂ ਸਾਹਿਬ ਜੀ ਨੇ ਜਦੋਂ ਜ਼ਫਰਨਾਮਾ ਲਿਖਿਆ, ਔਰੰਗਜ਼ੇਬ ਨੂੰ ਲਿਖਿਆ ਤੇ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਜਦੋਂ ਜ਼ਫਰਨਾਮਾ ਲਿਖਣ ਸਮੇਂ ਜਦੋਂ ਅਸੀਂ ਕਿਸੇ ਨਾਲ ਡਿਬੇਟ ਕਰਦੇ ਆ ਨਾ, ਸਾਡਾ ਹੁੰਦਾ ਕਿ ਅਸੀਂ ਕਿਸੇ ਨਾਲ ਸਾਡੀ ਨਾ ਜਿਹੜੀ ਵਰਡਿੰਗ ਹੈ ਨਾ ਰੂਡ ਹੋ ਜਾਂਦੀ ਜਦੋਂ ਡਿਬੇਟ ਦੇ ਟਾਈਮ, ਪਰ ਗੁਰੂ ਸਾਹਿਬ ਜੀ ਨੇ ਬਹੁਤ ਹੀ ਵਧੀਆ ਹਲੀਮੀ ਵਾਲੀ ਲੈਂਗੁਏਜ ਯੂਜ਼ ਕੀਤੀ ਇਹਦੇ ਵਿੱਚ। ਗੁਰੂ ਸਾਹਿਬ ਜੀ ਨੇ ਜਦੋਂ ਲਿਖੀ ਇਹ ਚਿੱਠੀ ਤੇ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਇਹ ਗੱਲ ਕਹੀ ਕਿ ਔਰੰਗਜ਼ੇਬ ਵੀ ਤੇਰੇ ਜਿਹੜੇ ਸੈਨਾ ਦੇ ਜਿਹੜੇ ਜੋ ਤੇਰੇ ਸੈਨਿਕ ਸੀਗੇ, ਇੱਕ ਸੈਨਿਕ ਨੂੰ ਮੈਂ ਤੀਰ ਮਾਰ ਦਿੰਦਾ ਨਹੀਂ ਕਿਹਾ ਗੁਰੂ ਸਾਹਿਬ ਜੀ ਨੇ। ਗੁਰੂ ਸਾਹਿਬ ਜੀ ਨੇ ਕਿਹਾ ਮੈਂ ਚਾਹਿਆ ਤਾਂ ਉਸਨੂੰ ਤੀਰ ਬਖਸ਼ ਦਿੰਦਾ ਪਰ ਮੈਂ ਬਖਸ਼ਿਆ ਨਹੀਂ। ਗੁਰੂ ਸਾਹਿਬ ਜੀ ਨੇ ਮਾਰਨ ਦੀ ਜਗ੍ਹਾ ਤੇ ਤੀਰ ਉਸਨੂੰ ਬਖਸ਼ ਦਿੱਤੇ ਦੀ ਏਦਾਂ ਦੀ ਉੱਤਮ ਸ਼ਬਦਾਵਲੀ ਯੂਜ਼ ਕੀਤੀ ਜੋ ਸਾਨੂੰ ਬਹੁਤ ਪ੍ਰੇਰਨਾ ਦਿੰਦੀ ਹੈ ਕਿ ਜ਼ਫਰਨਾਮਾ ਦੇ ਵਿੱਚ ਇੰਨਾ ਅੱਛਾ ਗੁਰੂ ਸਾਹਿਬ ਜੀ ਨੇ ਪ੍ਰੈਜ਼ੈਂਟ ਕੀਤਾ ਕਿ ਕਿਵੇਂ ਲੈਂਗੁਏਜ ਕਿਵੇਂ ਯੂਜ਼ ਕੀਤੀ ਜਾਵੇ। ਨੈਕਸਟ ਸਲਾਈਡ ਜੀ। ਇਮਾਨਦਾਰੀ ਅਤੇ ਨਿਡਰ ਦਾ ਭਰਪੂਰ ਕਲਮ। ਗੁਰੂ ਸਾਹਿਬ ਜੀ ਦੀ ਜਿਹੜੀ ਇਹ ਕਲਮ ਸੀਗੀ ਇਹ ਇਮਾਨਦਾਰੀ ਭਰਪੂਰ ਸੀਗੀ। ਇਸ ਤੋਂ ਗੁਰੂ ਸਾਹਿਬ ਜੀ ਦੀ ਕਲਮ ਤੋਂ ਪਤਾ ਲੱਗਦਾ ਸੀ ਕਿ ਗੁਰੂ ਸਾਹਿਬ ਜੀ ਦੀ ਕਲਮ ਕਿੰਨੀ ਅਦੁੱਤੀ ਇਮਾਨਦਾਰੀ ਤੇ ਸਾਹਸ ਨਾਲ ਭਰੀ ਹੋਈ ਹੈ। ਇਤਿਹਾਸ ਲਿਖਦਾ ਹੈ ਕਿ ਜੋ
ਔਰੰਗਜ਼ੇਬ ਬੁੱਢਾ ਹੋ ਗਿਆ ਸੀ, ਉਹਨੂੰ ਅਜੇ ਤੱਕ ਕਿਸੇ ਵੀ ਗੱਲ ਦੀ ਸੱਚ ਕੋਈ ਵੀ ਉਹਦੇ ਅੱਗੇ ਸੱਚ ਬੋਲਣ ਦਾ ਹਿੰਮਤ ਨਹੀਂ ਕਰ ਸਕਿਆ ਸੀ। ਇਹ ਗੁਰੂ ਸਾਹਿਬ ਜੀ ਦੀ ਜਿਹੜੀ ਕਲਮ ਸੀ, ਗੁਰੂ ਸਾਹਿਬ ਜੀ ਨੇ ਨਿਡਰਤਾ ਨਾਲ ਜੋ ਸੱਚ ਦਾ ਉਸਦੇ ਅੱਗੇ ਪ੍ਰਗਟ ਕੀਤਾ ਤੇ ਉਸਨੂੰ ਝੰਜੋਰ ਕੇ ਰੱਖ ਦਿੱਤਾ। ਔਰੰਗਜ਼ੇਬ ਗੁਰੂ ਸਾਹਿਬ ਜੀ ਦੀ ਇਸ ਲਿਖਤ ਤੋਂ ਬਹੁਤ ਪ੍ਰਭਾਵਿਤ ਹੋਇਆ। ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਦੀਆਂ ਜਿੱਥੇ ਖੂਬੀਆਂ ਦੱਸੀਆਂ, ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਦੇ ਪਲੱਸ ਪੁਆਇੰਟ ਦੱਸੇ ਕਿ ਔਰੰਗਜ਼ੇਬ ਕਿੰਨਾ ਅੱਛਾ ਘੋੜਸਵਾਰ ਸੀ, ਔਰੰਗਜ਼ੇਬ ਦਾਨੀ ਵੀ ਸੀ। ਗੁਰੂ ਸਾਹਿਬ ਦੱਸਦੇ ਨੇ ਔਰੰਗਜ਼ੇਬ ਦੀ ਰਾਈਟਿੰਗ ਵੀ ਬਹੁਤ ਅੱਛੀ ਸੀ। ਪਹਿਲਾਂ ਗੁਰੂ ਸਾਹਿਬ ਤਾਰੀਫ ਕਰਦੇ ਨੇ ਇਸ ਚਿੱਠੀ ਦੇ ਵਿੱਚ। ਗੁਰੂ ਸਾਹਿਬ ਇਹ ਵੀ ਦੱਸਦੇ ਨੇ ਕਿ ਪਹਿਲਾਂ ਕਿਸੇ ਦੀ ਪ੍ਰੇਜ਼ ਕਰਨੀ ਹੈ, ਜੇ ਕਿਸੇ ਨੂੰ ਸਮਝਾਉਣਾ ਹੈ ਪ੍ਰੇਜ਼ ਕਰਕੇ ਉਸ ਤੋਂ ਬਾਅਦ ਉਹਦੇ ਨੈਗੇਟਿਵ ਪੁਆਇੰਟਸ ਕਰਨੇ ਨੇ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਉਸਦੀਆਂ ਖੂਬੀਆਂ ਦੱਸੀਆਂ, ਫਿਰ ਨਾਲ ਹੀ ਗੁਰੂ ਸਾਹਿਬ ਜੀ ਨੇ ਉਸਦੀ ਖਾਮੀਆਂ ਦਾ ਜ਼ਿਕਰ ਕੀਤਾ ਕਿ ਉਸਨੇ ਕਿਵੇਂ ਲੋਕਾਂ ਦੇ ਉੱਤੇ ਕਿਵੇਂ ਨਿਹੱਥੇ ਲੋਕਾਂ ਦੇ ਉੱਤੇ ਵਾਰ ਕੀਤਾ, ਕਿੰਨਾ ਨਿਰਦਈ ਸੀ, ਉਹਨੇ ਕੀ ਗਲਤੀਆਂ ਕੀਤੀਆਂ, ਕਿਵੇਂ ਉਸਨੇ ਆਪਣੇ ਭਰਾਵਾਂ ਨੂੰ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਜ਼ਬਰਦਸਤੀ ਮਰਵਾਇਆ ਤੇ ਧੱਕੇ ਨਾਲ ਉਸਨੇ ਰਾਜ ਹੜੱਪਿਆ ਤੇ ਆਪਣੇ ਪਿਤਾ ਨੂੰ ਜੇਲ੍ਹ ਵਿੱਚ ਕਿਵੇਂ ਰੱਖਿਆ। ਗੁਰੂ ਸਾਹਿਬ ਜੀ ਨੇ ਬਿਲਕੁਲ ਨਿਡਰ ਹੋ ਕੇ ਉਸਦੇ ਅੱਗੇ ਸੱਚ ਰੱਖਿਆ ਤੇ ਇਹ ਜਿਹੜੀ ਕਲਮ ਹੈ, ਇਹ ਜਿਹੜੀ ਗੁਰੂ ਸਾਹਿਬ ਜੀ ਦੀ ਲਿਖਤ ਹੈ, ਇਹ ਸੱਚ ਦਾ ਪ੍ਰੋਪਰ ਐਨਾਲਿਸਿਸ ਕਰਦੀ ਹੈ ਕਿ ਕਿਵੇਂ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਕਿਵੇਂ ਉਸਦੀ ਖਾਮੀਆਂ ਦੇ ਨਾਲ ਉਸਦੀ ਖੂਬੀਆਂ ਦੇ ਨਾਲ ਉਸਦੀ ਖਾਮੀਆਂ ਨੂੰ ਵੀ ਗੁਰੂ ਸਾਹਿਬ ਜੀ ਇਸ ਤਰ੍ਹਾਂ ਦੱਸਦੇ ਨੇ ਤੇ ਸੱਚ ਦੱਸਦੇ ਹੋਏ ਗੁਰੂ ਸਾਹਿਬ ਜੀ ਬਿਲਕੁਲ ਨਹੀਂ ਘਬਰਾ ਰਹੇ, ਨਿਡਰਤਾ ਦੇ ਨਾਲ ਗੁਰੂ ਸਾਹਿਬ ਇਹ ਗੱਲ ਐਕਸਪਲੇਨ ਕਰ ਰਹੇ ਨੇ। ਅਗਲੀ ਜੀ, ਨੈਕਸਟ ਸਲਾਈਡ ਜੀ। ਕਲਮ ਦੀ ਤਾਕਤ। ਜਿਹੜਾ ਕੰਮ ਸ਼ਸਤਰ ਨਹੀਂ ਕਰ ਸਕੇ ਉਹ ਸ਼ਾਸਤਰ ਨੇ ਕਰ ਦਿਖਾਇਆ। ਗੁਰੂ ਸਾਹਿਬ ਜੀ ਨੇ ਇਸ ਰਚਨਾ ਦੇ ਵਿੱਚ ਗੁਰੂ ਸਾਹਿਬ ਜੀ ਨੇ ਐਸੀਆਂ ਗੱਲਾਂ ਕਹੀਆਂ ਜੋ ਕਿ ਉਸ ਬਾਦਸ਼ਾਹ ਜੋ ਔਰੰਗਜ਼ੇਬ ਸੀ ਉਹ 14 ਜੰਗਾਂ ਹਾਰ ਚੁੱਕਾ ਸੀ, ਪਰ ਅੱਜ ਤੱਕ ਉਸਨੇ ਆਪਣੀ ਹਾਰ ਨਹੀਂ ਸੀ ਮੰਨੀ। ਤੇ ਗੁਰੂ ਸਾਹਿਬ ਜੀ ਦੇ ਇਸ ਇੱਕ ਜ਼ਫਰਨਾਮੇ ਤੋਂ ਜਦੋਂ ਉਸਨੇ ਪੜ੍ਹਿਆ, ਉਹਨੂੰ ਆਪਣੇ ਆਪ ਤੇ ਇੰਨੀ ਜ਼ਿਆਦਾ ਉਹਨੂੰ ਆਪਣੀ ਗਲਤੀ ਦਾ ਇੰਨਾ ਮਹਿਸੂਸ ਹੋਈ, ਆਪਣੀ ਗਲਤੀ, ਕਿ ਉਸਨੂੰ ਪਤਾ ਲੱਗਿਆ ਕਿ ਉਸਨੇ ਕਿੰਨੇ ਗਲਤ ਆਪਣੀ ਜ਼ਿੰਦਗੀ ਵਿੱਚ ਗਲਤ ਕੰਮ ਕੀਤੇ ਨੇ ਤੇ ਜਿਹੜਾ ਕੰਮ ਅੱਜ ਤੱਕ ਕੋਈ ਸ਼ਸਤਰ ਨਹੀਂ ਕਰ ਸਕਿਆ ਸੀ, ਬੜੇ ਲੋਕ ਆਏ, ਉਹ ਗੁਰੂ ਸਾਹਿਬ ਜੀ ਦੀ ਕਲਮ ਨੇ ਕਰ ਦਿਖਾਇਆ। ਇਸ ਤੋਂ ਪਤਾ ਲੱਗਦਾ ਕਿ ਗੁਰੂ ਸਾਹਿਬ ਜੀ ਦੀ ਜਿਹੜੀ ਕਲਮ ਹੈ ਉਸ 'ਚ ਕਿੰਨੀ ਤਾਕਤ ਹੈ। ਇਹ ਖੱਤ ਪੜ੍ਹ ਕੇ ਉਸਨੇ ਜਦੋਂ ਉਸਦੀ ਅੰਦਰੀ ਰੂਹ ਤੱਕ ਝੰਜੋੜਿਆ ਗਿਆ ਸੀ ਔਰੰਗਜ਼ੇਬ, ਤੇ ਉਸਨੂੰ ਅਹਿਸਾਸ ਹੋਇਆ ਤੇ ਆਖਿਰਕਾਰ ਔਰੰਗਜ਼ੇਬ ਝੂਰ ਕੇ ਇਸ ਦੁਨੀਆ ਤੋਂ ਕੂਚ ਕਰ ਗਿਆ। ਇਸ ਤਰ੍ਹਾਂ ਇਹ ਜਿਹੜਾ ਜ਼ਫਰਨਾਮਾ ਹੈ ਸਾਨੂੰ ਇਹ ਦੱਸਦਾ ਹੈ ਕਿ ਕਿਵੇਂ ਗੁਰੂ ਸਾਹਿਬ ਜੀ ਨੇ ਇੰਨੀ ਸੋਹਣੀ ਰਚਨਾ ਕੀਤੀ, ਇਸ ਵਿੱਚ ਕਿੰਨਾ ਕੁਝ ਸਿੱਖਣ ਨੂੰ ਸਾਨੂੰ ਮਿਲਿਆ। ਇੱਕ ਰਾਜਾ ਜੋ ਕਿ ਬਾਦਸ਼ਾਹ ਹੈ, ਉਸਨੂੰ ਅੱਜ ਤੱਕ ਉਸਨੂੰ ਉਸਦੀ ਗਲਤੀ ਕਦੇ ਰਿਅਲਾਈਜ਼ ਨਹੀਂ ਹੋਈ, ਜੋ ਇੰਨਾ ਹੰਕਾਰ ਦਾ ਭਰਿਆ ਹੋਇਆ ਸੀ। ਤੇ ਗੁਰੂ ਸਾਹਿਬ ਜੀ ਦੀ ਉਸਦੀ ਇੱਕ ਵੇ ਆਫ ਰਾਈਟਿੰਗ, ਇੱਕ ਚਿੱਠੀ ਨਾਲ ਹੀ ਉਹ ਅੰਦਰੋਂ ਉਹਨੂੰ ਇੰਨਾ ਜ਼ਿਆਦਾ ਦੁੱਖ ਲੱਗਿਆ, ਉਸਨੂੰ ਆਪਣੇ ਅੰਤਿਮ ਸਮੇਂ ਦੇ ਵਿੱਚ ਉਸਨੂੰ ਇਹ ਚੀਜ਼ ਰਿਅਲਾਈਜ਼ ਹੋਈ ਕਿ ਮੈਂ ਇੰਨੀਆਂ ਗਲਤੀਆਂ ਕੀਤੀਆਂ ਕਿ ਸ਼ਾਇਦ ਮੈਂ ਅੱਲਾ ਦੇ ਸਾਹਮਣੇ ਸ਼ਕਲ ਦਿਖਾਉਣ ਜੋਗਾ ਵੀ ਨਹੀਂ ਹਾਂ। ਇਸ ਤਰ੍ਹਾਂ ਇਸ ਉੱਤਮ ਰਚਨਾ ਬਾਰੇ ਸਾਨੂੰ ਵੱਧ ਤੋਂ ਵੱਧ ਸਰਚ ਕਰਨਾ ਚਾਹੀਦਾ ਹੈ, ਹੋਰ ਇਸ ਬਾਰੇ ਪੜ੍ਹਨਾ ਚਾਹੀਦਾ ਹੈ। ਸਾਨੂੰ ਪਤਾ ਲੱਗਦਾ ਕਿ ਕਿਵੇਂ ਗੁਰੂ ਸਾਹਿਬ ਜੀ ਨੇ ਕਿੰਨਾ ਪਰਫੈਕਟਲੀ ਲਿਖਿਆ ਹੈ, ਕਿੰਨਾ ਗ੍ਰਾਮੈਟਿਕਲੀ ਕਿੰਨੀ ਇਹ ਸੰਪੂਰਨ ਰਚਨਾ ਹੈ। ਗੁਰੂ ਸਾਹਿਬ ਜੀ ਨੇ ਜਿਹੜੇ ਪੋਇਟਰੀ ਦੇ ਨੁਕਤੇ ਵੀ ਨੇ ਪ੍ਰੋਪਰਲੀ ਉਸਨੂੰ ਪੋਇਟਰੀ ਦੀ ਚਾਲ ਨੂੰ ਬਰਕਰਾਰ ਰੱਖਦੇ ਹੋਏ ਇਸ ਜ਼ਫਰਨਾਮੇ ਨੂੰ ਲਿਖਿਆ ਹੈ। ਤੇ ਇਸ ਲਈ ਅਸੀਂ ਵੱਧ ਤੋਂ ਵੱਧ ਇਸ ਬਾਰੇ ਹੋਰ ਰਿਸਰਚ ਕਰੀਏ, ਹੋਰ ਜ਼ਫਰਨਾਮੇ ਬਾਰੇ ਪੜ੍ਹੀਏ। ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਗਲਤੀਆਂ ਦੀ ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ, ਤੁਸੀਂ ਬੜੇ ਥੋੜੇ ਸਮੇਂ ਦੇ ਵਿੱਚ ਬੜੀ ਵਧੀਆ ਇਨਫੋਰਮੇਸ਼ਨ ਸਾਰਿਆਂ ਨਾਲ ਸ਼ੇਅਰ ਕੀਤੀ ਹੈ। ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗੀ ਕਿ ਜ਼ਫਰਨਾਮਾ ਜ਼ਰੂਰ ਇਹਦੇ ਬਾਰੇ ਪੜ੍ਹੀਏ, ਇਹਦੇ ਅਰਥ ਪੰਜਾਬੀ ਵਿੱਚ ਮਿਲ ਜਾਂਦੇ ਨੇ, ਜ਼ਰੂਰ ਉਹਨਾਂ ਨੂੰ ਅਸੀਂ ਪੜ੍ਹੀਏ। ਔਰ ਜਿਹੜੀ ਇਹਦੇ ਚ ਗੱਲ ਕੀਤੀ ਗਈ ਨਾ, ਗੁਰੂ ਗੋਬਿੰਦ ਸਿੰਘ ਜੀ ਨੇ ਵੇ ਆਫ ਰਾਈਟਿੰਗ ਸਿਖਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਵੀ ਸਿਖਾਇਆ ਕਿ ਅਸੀਂ ਸਾਰੇ ਕੀ ਆ, ਅਸੀਂ ਆਲਰਾਊਂਡਰ ਬਣਨਾ ਹੈ। ਔਰ ਜਦੋਂ ਅਸੀਂ ਆਲਰਾਊਂਡਰ ਹੋਵਾਂਗੇ, ਸਾਨੂੰ ਸ਼ਸਤਰ ਵਿਦਿਆ ਵੀ ਆਣੀ ਚਾਹੀਦੀ ਹੈ, ਸਾਡੀ ਐਜੂਕੇਸ਼ਨ ਵੀ ਇੰਨੀ ਵਧੀਆ ਹੋਵੇ ਕਿ ਸਾਡੇ ਬਰਾਬਰ ਦਾ ਕੋਈ ਨਾ ਹੋਵੇ। ਤੇ ਜੇ ਅਸੀਂ ਕਿਸੇ ਟੈਲੈਂਟ ਵਾਲੇ ਪਾਸੇ ਆ ਤਾਂ ਅਸੀਂ ਇੰਨੇ ਅੱਗੇ ਹੋਈਏ ਕਿ ਸਾਡੇ ਬਰਾਬਰ ਦਾ ਕੋਈ ਨਾ ਹੋਵੇ। ਇਸੇ ਕਰਕੇ ਜਿਹੜੀ ਅੱਜ ਸਾਰੇ ਬੱਚਿਆਂ ਨੂੰ ਅਸੀਂ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਇੱਕੋ ਹੀ ਬੇਨਤੀ ਕਰਦੇ ਹਾਂ ਕਿ ਅਸੀਂ ਐਜੂਕੇਸ਼ਨ ਲਈਏ, ਅਸੀਂ ਡਾਕਟਰ ਬਣੀਏ, ਇੰਜੀਨੀਅਰ ਬਣੀਏ, ਪਰ ਉਹ ਬਣੀਏ ਜਿਹੜੇ ਨਵੇਕਲੇ ਨੇ। ਨਵੇਕਲੇ ਕਿਵੇਂ? ਗੁਰਸਿੱਖ ਡਾਕਟਰ, ਗੁਰਸਿੱਖ ਇੰਜੀਨੀਅਰ। ਸੋ ਬਹੁਤ ਧੰਨਵਾਦ ਜੀ। ਸੋ ਹੁਣ ਸਾਡੇ ਨਾਲ ਵੀਰ ਸੁਖਵਿੰਦਰ ਸਿੰਘ ਜੀ ਕੈਲੀਫੋਰਨੀਆ ਤੋਂ ਜੁੜ ਚੁੱਕੇ ਨੇ। ਵੀਰ ਜੀ ਖਾਲਸਾ ਕੈਂਪਾਂ ਰਾਹੀਂ ਬਹੁਤ ਸਾਰੇ ਯੰਗਸਟਰਸ ਨੂੰ ਇੰਸਪਾਇਰ ਕਰਦੇ ਨੇ,
ਔਰ ਇਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਨੇ, ਐਨੀਮੇਟਿਡ ਮੂਵੀਜ਼, ਜਿੱਦਾਂ ਕੱਲ ਵੀ ਤੁਹਾਨੂੰ ਦੱਸਿਆ ਗਿਆ ਸੀ, ਜਿਹੜੀਆਂ ਭਾਈ ਤਾਰੂ ਸਿੰਘ ਜੀ, ਸੁਬੇਗ ਸਿੰਘ ਜੀ, ਸ਼ਾਬਾਸ਼ ਸਿੰਘ ਜੀ, ਸੁੰਦਰੀ, ਹੋਰ ਬਹੁਤ ਸਾਰੀਆਂ ਮੂਵੀਜ਼ ਨੇ, ਤੁਸੀਂ YouTube ਤੇ ਜਾ ਕੇ ਦੇਖ ਵੀ ਸਕਦੇ ਹੋ ਔਰ ਤੁਸੀਂ ਦੇਖੀਆਂ ਵੀ ਹੋਣਗੀਆਂ। ਔਰ ਉਸ ਤੋਂ ਇਲਾਵਾ ਐਕਟੀਵਿਟੀ ਬੁੱਕਸ ਵੀਰ ਜੀ ਨੇ ਬਹੁਤ ਵਧੀਆ ਇਹਨਾਂ ਦੀ ਜਿਹੜੀ ਟੀਮ ਇਹਨਾਂ ਨੇ ਬਣਾਈਆਂ ਨੇ। ਅਸੀਂ ਵੀਰ ਜੀ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ। ਔਰ ਕੈਲੀਫੋਰਨੀਆ ਦੇ ਵਿੱਚ ਹਜੇ ਅੰਮ੍ਰਿਤ ਵੇਲੇ ਦਾ ਟਾਈਮ ਚੱਲ ਰਿਹਾ ਔਰ ਉਹਨਾਂ ਨੇ ਉਸ ਸਮੇਂ ਦੇ ਵਿੱਚ ਬੇਨਤੀ ਨੂੰ ਪ੍ਰਵਾਨ ਕਰਕੇ ਅੱਜ ਸਾਡੇ ਨਾਲ ਜੁੜੇ ਨੇ ਜੀ। ਤੇ ਉਹਨਾਂ ਤੋਂ ਪਹਿਲਾਂ ਮੈਂ ਇੱਕ ਅਨਾਉਂਸਮੈਂਟ ਸਾਰੇ ਵਿਦਿਆਰਥੀਆਂ ਨੂੰ ਕਰਨੀ ਚਾਹਾਂਗੀ ਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਹੈ ਕਿ ਕੱਲ ਨੂੰ ਟੈਸਟ ਹੋਣਾ ਹੈ, ਸੋ ਕੱਲ ਸਾਰੇ ਹੀ ਵਿਦਿਆਰਥੀਆਂ ਦਾ ਜੋ ਸਾਡਾ 30 ਦਿਨ ਦਾ ਕੈਂਪ ਲੱਗਿਆ ਹੈ, ਉਸ ਵਿੱਚੋਂ ਕੱਲ ਵਿਦਿਆਰਥੀਆਂ ਦਾ ਟੈਸਟ ਹੋਏਗਾ ਔਰ ਕੱਲ ਇੱਕ ਸਪੈਸ਼ਲ ਸੈਸ਼ਨ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਲੈਣਗੇ ਆਪਣੀ ਜੀਵਨੀ ਦੇ ਉੱਪਰ। ਸੋ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਜ਼ਰੂਰ ਉਸ ਟੈਸਟ ਦੇ ਵਿੱਚ, ਆਨਲਾਈਨ ਟੈਸਟ ਦੇ ਵਿੱਚ ਹਾਜ਼ਰੀ ਭਰਨੀ। ਔਰ ਉਸ ਤੋਂ ਬਾਅਦ ਜਿਹੜੇ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰਨਗੇ ਉਹਨਾਂ ਨੂੰ ਅਸੀਂ ਜਿਹੜੇ ਕੈਸ਼ ਪ੍ਰਾਈਜ਼ਸ ਹੈ ਜਾਂ ਹੋਰ ਵੀ ਜੋ ਪ੍ਰਾਈਜ਼ਸ ਨੇ ਉਹਨਾਂ ਨੂੰ ਅਸੀਂ ਜ਼ਰੂਰ ਦੇਵਾਂਗੇ ਜੀ। ਸੋ ਹੁਣ ਮੈਂ ਬੇਨਤੀ ਕਰਾਂਗੀ ਜੀ ਵੀਰ ਸੁਖਵਿੰਦਰ ਸਿੰਘ ਜੀ, ਜੋ ਕਿ ਹੁਣ ਸਾਡੇ ਨਾਲ ਜੁੜਨਗੇ ਔਰ ਸਾਡੇ ਨਾਲ ਜਿਹੜੀ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਐਜੂਕੇਟ ਪੰਜਾਬ ਦੇ ਸਮੂਹ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਮੈਂ ਧੰਨਵਾਦੀ ਹਾਂ ਜੋ ਮੈਨੂੰ ਇਮਾਨ ਬਖਸ਼ਿਆ ਸਾਰੇ ਬੱਚਿਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦੀ, ਤੇ ਆਪਾਂ ਰਲ ਮਿਲ ਕੇ ਗੁਰੂ ਕੀ ਬਾਤ ਕਰਨੀ ਹੈ ਤੇ ਗੁਰੂ ਦੇ ਉਪਦੇਸ਼ ਤੋਂ ਆਪਣੇ ਜੀਵਨ ਵਾਸਤੇ ਸੇਧ ਲੈਣੀ ਹੈ ਆਪਾਂ। ਤੇ ਮੈਨੂੰ ਇੱਕ ਵਾਰ ਤੁਸੀਂ ਦੱਸ ਦੇਣਾ ਆਵਾਜ਼ ਮੇਰੀ ਇਨਫ ਹੈ, ਕਿਉਂਕਿ ਸਵੇਰ ਦਾ ਸਮਾਂ ਹੋਣ ਕਰਕੇ, ਅੰਮ੍ਰਿਤ ਵੇਲਾ ਹੋਣ ਕਰਕੇ ਮੈਂ ਥੋੜਾ ਜਿਹਾ ਹੌਲੀ ਬੋਲ ਰਿਹਾ ਘਰ ਦੇ ਵਿੱਚ, ਤੇ ਮੈਨੂੰ ਦੱਸ ਦਿਓ ਆਵਾਜ਼ ਠੀਕ ਹੈ ਕਿ ਇੰਨੀ ਕੁ ਕਿ ਇਸ ਤੋਂ ਉੱਚਾ ਬੋਲਾਂਗੇ? ਵੀ ਜੇ ਅਗਰ ਥੋੜਾ ਜਿਹਾ ਹੋ ਸਕੇ ਪੋਸੀਬਲ ਤਾਂ ਠੀਕ ਹੈ, ਅਦਰਵਾਈਜ਼ ਓਕੇ ਜੀ। ਠੀਕ ਹੈ ਜੀ, ਥੋੜਾ ਜਿਹਾ ਉੱਚਾ ਕਰ ਦਿੰਦਾ ਕਿਉਂਕਿ ਹਾਂਜੀ। ਸੋ ਤੁਸੀਂ ਸਾਰੇ ਗੁਰੂ ਕੇ ਪਿਆਰੇ ਨਾ, ਤੁਸੀਂ ਜੁੜੇ ਹੋਏ ਹੋ ਬਾਣੀ ਨਾਲ, ਤੁਹਾਨੂੰ ਤੁਹਾਡੇ ਜਿਹੜੇ ਪ੍ਰਬੰਧਕ ਨੇ ਤੁਹਾਨੂੰ ਗੁਰਬਾਣੀ ਨਾਲ, ਇਤਿਹਾਸ ਨਾਲ ਤੁਹਾਡਾ ਹਮੇਸ਼ਾ ਸਾਂਝ ਪਾਉਂਦੇ ਰਹੇ ਨੇ। ਤੇ ਜਿਨ ਕੋ ਕਿਆ ਉਪਦੇਸ਼ੀ ਜਿਨ ਗੁਰੂ ਨਾਨਕ ਦੇਵ, ਤੁਹਾਡੇ ਤੇ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਗੁਰੂ ਨੇ, ਤੁਹਾਡੇ ਸਮਰਥ ਸਤਿਗੁਰੂ ਨੇ, ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ, ਸਾਡਾ ਸਭ ਤੋਂ ਵੱਡਾ ਸਤਿਗੁਰੂ ਸਾਡਾ, ਤੇ ਉਹ ਤੁਹਾਡੇ ਸਿਰ ਤੇ ਗੁਰੂ ਮਹਾਰਾਜ ਦੀ ਮੇਰਾ ਭਰਿਆ ਹੱਥ ਤੁਹਾਡੇ ਸਿਰ ਤੇ ਹੈਗਾ, ਤੇ ਤੁਹਾਡੇ ਤੇ ਬਹੁਤ ਬਰਕਤਾਂ, ਬਹੁਤ ਬਖਸ਼ਿਸ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ। ਤੇ ਮੈਂ ਹੁਣ ਮੇਰਾ ਇੱਕ ਸੁਭਾਅ ਹੈਗਾ, ਜਦੋਂ ਮੈਂ ਵਿਚਾਰ ਕਰਦਾ ਤੇ ਮੈਨੂੰ ਹੁੰਦਾ ਚੰਗਾ ਲੱਗਦਾ ਵੀ ਇੱਕ ਇੰਟਰੈਕਟਿਵ ਵਿਚਾਰ ਹੋਵੇ। ਤੁਸੀਂ ਜ਼ਰੂਰ ਗੱਲ ਕਰਦੇ ਆ ਜਦੋਂ ਆਪਾਂ ਸਾਂਝ ਪਾਉਂਦੇ, ਤੁਹਾਨੂੰ ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਸਵਾਲ ਆਵੇ ਤੇ ਜ਼ਰੂਰ ਮੈਨੂੰ ਪ੍ਰਾਈਵੇਟ ਚੈਟ ਰਾਹੀਂ ਜਾਂ ਹੈਂਡ ਰੇਜ਼ ਕਰਕੇ ਤੁਸੀਂ ਦੱਸਿਓ। ਤੇ ਮੈਂ ਪ੍ਰਬੰਧਕਾਂ ਨੂੰ ਵੀ ਕਹਾਂਗਾ ਜੇ ਮੇਰਾ ਕਈ ਵਾਰ ਧਿਆਨ ਨਹੀਂ ਜਾਂਦਾ ਤੇ ਤੁਸੀਂ ਜ਼ਰੂਰ ਮੈਨੂੰ ਅਲਰਟ ਕਰਦੇ ਰਹਿਣਾ ਜੇ ਕੋਈ ਸਵਾਲ ਆਉਂਦਾ ਬੱਚਿਆਂ ਦਾ, ਔਰ ਜ਼ਰੂਰ ਸਵਾਲ ਪਾਇਓ ਜੀ, ਤੇ ਕਿਉਂਕਿ ਆਪਾਂ ਰਲ ਮਿਲ ਕੇ ਕੁਝ ਗਿਆਨ ਹਾਸਲ ਕਰਨਾ ਹੈ, ਇੱਥੋਂ ਕੁਝ ਲਾਭ ਲੈ ਕੇ ਜਾਣਾ ਹੈ, ਤੇ ਗੁਰੂ ਕਿਰਪਾ ਕਰੇ। ਤੇ ਸਭ ਤੋਂ ਪਹਿਲਾਂ ਮੈਂ ਅਗਾਂਹ ਤੁਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਪੌਲ ਤੁਹਾਡੇ ਨਾਲ, ਇੱਕ ਛੋਟਾ ਕੁਇਜ਼ ਤੁਹਾਡੇ ਨਾਲ ਸਾਂਝ ਕਰਾਂਗਾ। ਤੇ ਹਰੇਕ ਕੁਇਜ਼ ਦੇ 5 ਸਵਾਲ ਨੇ ਛੋਟੇ ਛੋਟੇ, ਤੇ ਇਤਿਹਾਸਕ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਗੁਰਸਿੱਖੀ ਸਰੂਪ ਵਿੱਚ ਰਹਿੰਦੇ ਹੋਇਆਂ ਬੜੀਆਂ ਵੱਡੀਆਂ ਕਾਮਯਾਬੀਆਂ ਨੂੰ ਹਾਸਲ ਕੀਤਾ, ਵੱਖ-ਵੱਖ ਖੇਤਰਾਂ ਦੇ ਵਿੱਚ, ਡਿਫਰੈਂਟ ਫੀਲਡਸ, ਉਹਨਾਂ ਦੇ ਹਰੇਕ ਦਾ ਆਪਣਾ ਇੱਕ ਕਾਰਜ ਖੇਤਰ ਸੀਗਾ, ਔਰ ਉਹਦੇ ਚੋਂ ਬੁਲੰਦੀਆਂ ਤੇ ਪਹੁੰਚੇ ਉਹ ਸਾਰੇ ਗੁਰੂ ਕੇ ਸਿੱਖ। ਤੇ ਹਰੇਕ ਦੇ 4 ਆਪਸ਼ਨ ਨੇ, ਤੁਹਾਡੀ ਸਕਰੀਨ ਤੇ ਜਿਹੜੇ ਜ਼ੂਮ ਤੇ ਜੁੜੇ ਹੋਏ ਨੇ ਉਹ ਸਾਰੇ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ। ਤੇ ਮੈਂ ਚਾਹਾਂਗਾ ਵੀ ਹਰ ਬੱਚਾ ਜੋ ਇਸ ਵੇਲੇ ਜੁੜਿਆ ਹੋਇਆ ਜ਼ਰੂਰ ਇਸ ਕੁਇਜ਼ ਦਾ ਵਿੱਚ ਪਾਰਟਿਸਿਪੇਟ ਕਰੋ, ਤੇ ਉਹ ਤੋਂ ਫਿਰ ਆਪਾਂ ਆਪਣੀ ਵਿਚਾਰ ਅੱਗੇ ਚਲਾਵਾਂਗੇ। ਸੋ ਪੌਲ ਤੁਹਾਡੀ ਜਿਹੜੀ ਹੈ ਨਾ ਹੁਣੇ ਮੈਂ ਸਕਰੀਨ ਤੇ ਲਿਆ ਰਿਹਾ, ਸੋ ਆਪ ਜੀ ਦੇਖ ਰਹੇ ਹੋ ਜੀ ਇਸ ਵੇਲੇ। ਪਹਿਲਾ ਸਵਾਲ ਤੁਹਾਡੇ ਕੋਲ ਆ ਗਿਆ ਜੀ? ਹਾਂਜੀ ਵੀਰ ਜੀ। ਹਾਂਜੀ, ਇਹ ਸਵਾਲ ਹੈਗਾ, ਇਹ ਜਿਹੜੇ ਗੁਰਸਿੱਖ ਜਿਨ੍ਹਾਂ ਦੀ ਗੱਲ ਕਰ ਰਹੇ ਆ, ਇਹਨਾਂ ਦਾ ਵਪਾਰ ਅਜੋਕਾ ਜਿਹੜਾ ਅੱਜਕੱਲ ਬਰਮਾ ਹੈ, ਸ਼੍ਰੀਲੰਕਾ ਹੈ, ਇੱਥੇ ਤੱਕ ਤੇ ਇਹਨਾਂ ਦਾ ਵਪਾਰ ਸੀਗਾ, ਤੇ ਹਜ਼ਾਰਾਂ ਹੀ ਏਕੜਾਂ ਦੇ ਮਾਲਕ, ਬਹੁਤ ਵੱਡੀ ਇਹਨਾਂ ਦੇ ਧਨਾੜ ਸੀਗੇ, ਬੜਾ ਇਹਨਾਂ ਦੇ ਕੋਲ ਸਰਮਾਇਆ ਸੀ, ਬਹੁਤ ਦੂਰ ਤੱਕ ਇਹਨਾਂ ਦੇ ਸੈਂਟਰ ਸੀਗੇ। ਸੋ ਇਹ ਕੌਣ ਸੀਗੇ? 4 ਆਪਸ਼ਨਸ ਨੇ ਤੁਹਾਡੇ ਕੋਲ, ਤੇ 10 ਸੈਕਿੰਡ ਤੁਹਾਡੇ ਕੋਲ ਨੇ ਆਨਸਰ ਕਰਦੇ। ਦੀਵਾਨ ਟੋਡਰਮਲ, ਲੱਕੀ ਸ਼ਾਹ ਬੰਜਾਰਾ, ਸਰਦਾਰ ਦਿਆਲ ਸਿੰਘ, ਰਾਜਾ ਸ਼ਿਵਨਾਬ। ਤੁਸੀਂ ਇਹਦੇ ਚ ਪੋਲ ਦੇ ਉੱਤੇ ਆ ਕੇ ਤੁਸੀਂ ਕਲਿੱਕ ਕਰਨਾ ਜੀ, ਇੱਥੇ ਕਲਿੱਕ ਹੋ ਸਕਦਾ ਜੀ ਤੁਹਾਡੇ ਇੱਥੇ, ਜਿਹੜਾ ਰਾਈਟ ਆਨਸਰ ਹੈ ਤੁਹਾਡੀ ਸਕਰੀਨ ਤੇ ਦਿਖਦਾ, ਉੱਤੇ ਤੁਸੀਂ ਕਲਿੱਕ ਕਰਕੇ ਦੇਖੋ, ਤੁਹਾਡੀ ਆਨਸਰ ਕਰ ਸਕਦੇ ਹੋ। ਤਾਂ ਸਕਰੀਨ ਤੇ ਦਿਖ ਰਿਹਾ ਜੀ? ਹਾਂਜੀ ਵੀਰ ਜੀ। ਇਹਦੇ ਉੱਤੇ ਕਲਿੱਕ ਕਰਕੇ ਦੇਖਿਓ, ਪਹਿਲੇ ਕਲਿੱਕ ਹੋ ਰਿਹਾ? ਵੀਰ ਜੀ ਹੋਸਟ ਨਹੀਂ ਕਰ ਸਕਦੇ। ਅੱਛਾ ਜੀ,
ਕਿਸੇ ਬੱਚੇ ਨੂੰ ਹਾਂਜੀ ਬੱਚੇ ਤੁਸੀਂ ਹਾਂ ਕਲਿੱਕ ਜਿਹੜਾ ਆਨਸਰ ਸਹੀ ਆਨਸਰ ਹੈ ਉਹਦੇ ਤੇ ਤੁਸੀਂ ਕਲਿੱਕ ਕਰਨਾ ਹੈ। Screens ਹੋ ਰਿਹਾ ਜੀ। ਇੱਕ second। ਇਹ ਕਿਹੜਾ ਆਨਸਰ ਦਿਖ ਰਿਹਾ ਜੀ? ਅੱਛਾ ਹੋ ਗਿਆ ਜੀ ਓਕੇ ਦੂਸਰੇ ਚੱਲੇ ਨਾ ਆਪਾਂ ਪਹਿਲਾ ਦਾ ਆਨਸਰ ਹੋ ਗਿਆ ਠੀਕ ਹੈ ਜੀ। ਦੂਸਰਾ ਕੁਐਸਚਨ ਹੈ ਜੀ ਇਹਦੇ ਚ ਵੀ ਤੁਸੀਂ ਆਨਸਰ ਦੇਖ ਲਓ। ਇਹ ਜਿਹੜੇ ਸੀਗੇ ਗੁਰੂ ਕੇ ਪਿਆਰੇ ਇਹ ਮੈਥਮੈਟਿਕਸ ਇਕਨੋਮਿਕਸ ਹਾਂਜੀ ਤੇ ਬਹੁਤ ਸਾਰੀ ਭਾਸ਼ਾਵਾਂ ਦੇ ਮਾਹਰ ਸੀਗੇ। ਉਸ ਦੀਆਂ ਸਰਕਾਰਾਂ ਸਮੇਂ ਦੇ ਸਰਕਾਰਾਂ ਇਹਨਾਂ ਤੋਂ ਇਹਨਾਂ ਦੇ ਗਿਆਨ ਦਾ ਵੱਧ ਸਾਥ ਲੈਂਦੀਆਂ ਸੀਗੀਆਂ। ਇੱਕ ਇੱਕ ਕਰਕੇ ਆਨਸਰ ਸਾਰੇ ਤੁਸੀਂ ਦੇਖਦੇ ਜਾਓ ਤੇ ਆਪਾਂ ਆਨਸਰ ਬੜੇ ਥੋੜੇ ਬੱਚੇ ਕਰ ਰਹੇ ਨੇ। ਮੈਂ ਦੇਖ ਰਿਹਾ ਹਜੇ 5-6 ਬੱਚੇ ਹੀ ਆਨਸਰ ਕਰ ਰਹੇ ਨੇ। ਆਪਣੇ ਕੋਲ ਇਸ ਵੇਲੇ 350 ਦੇ ਕਰੀਬ ਬੱਚੇ ਜੁੜੇ ਹੋਏ ਨੇ। ਸਾਰੇ ਹੀ ਇਹਦੇ ਵਿੱਚ ਪਾਰਟਿਸਿਪੇਟ ਕਰੋ। ਸਾਰੇ ਆਨਸਰਸ ਦੇਖ ਲਓ ਤੁਸੀਂ ਜੀ। ਇਹ ਵੀ ਬੱਚਿਆਂ ਨੂੰ ਮੇਰੇ ਖਿਆਲ ਪਤਾ ਨਹੀਂ ਹੋਏਗਾ ਸ਼ਾਇਦ ਫਸਟ ਟਾਈਮ ਹੋ ਰਿਹਾ ਸਾਡੇ ਇਸ ਅੱਛਾ ਪਲੇਟਫਾਰਮ ਜੀ ਨੀਚੇ ਨਾ ਹਾਂਜੀ ਪਾਰਟਿਸਿਪੇਟ ਹੋ ਰਹੇ ਜੀ ਹੌਲੀ ਹੌਲੀ ਲੱਗੇ ਨੇ ਵਧ ਰਹੇ ਨੇ ਆਨਸਰਸ ਬਹੁਤ ਹਾਂਜੀ ਅੱਛੀ ਗੱਲ ਹੈ। ਲੈਣ ਅਗਰ ਕਿਸੇ ਦਾ ਰਹਿ ਜਾਂਦਾ ਹੈ ਰਿਟਰਨ ਟੂ ਪੋਲ ਹਾਂਜੀ ਤੁਸੀਂ ਇੱਕ ਇੱਕ ਕਰਕੇ ਮੈਂ ਇਹ ਹੋ ਗਿਆ ਵੀ ਫੁੱਲ ਸਕਰੀਨ ਦਿਖ ਰਹੀ ਹੈ ਜੀ ਇਹ ਕੁਇਜ਼ ਜਿਹੜੀ ਹੈ। ਤੇ ਦੂਸਰਾ ਸਵਾਲ ਮੈਂ ਆਪ ਜੀ ਨੂੰ ਸੁਣਾ ਦਿੱਤਾ ਹੈ। ਤੀਸਰਾ ਸਵਾਲ ਹੈ ਇਸ ਸਮੇਂ ਦੇ ਬਹੁਤ ਵੱਡੇ ਧਨਾੜ ਸਨ। ਇਹਨਾਂ ਦਾ ਆਪਣਾ ਮਨੀ ਲੈਂਡਿੰਗ ਕਰੰਸੀ ਐਕਸਚੇਂਜ ਦਾ ਵਪਾਰ ਸੀਗਾ। ਗੁਰੂ ਦੇ ਬੜੇ ਪਿਆਰੇ ਗੁਰੂ ਕੇ ਸਿੱਖ ਸੀਗੇ ਤੇ ਇਹਨਾਂ ਦੇ ਬਾਰੇ ਤੁਸੀਂ ਦੱਸੋ। ਇਤਿਹਾਸ ਵਿੱਚ ਸੁਣਿਆ ਹੋਣਾ ਹੈ ਸਾਖੀਆਂ ਤੇ ਸੁਣੀਆਂ ਹੋਣੀਆਂ ਨੇ। ਤੇ ਚੌਥਾ ਸਵਾਲ ਹੈ ਇਹ ਬਹੁਤ ਵੱਡੇ ਜੇਤੂ ਸੀਗੇ ਬੜੇ ਵੱਡੇ ਵਾਰੀਅਰ ਯੋਧੇ ਰਾਜ ਕੀਤਾ ਇਹਨਾਂ ਨੇ। ਇਹਨਾਂ ਦਾ ਬੜਾ ਵੱਡਾ ਇਹਨਾਂ ਦਾ ਖੇਤਰ ਸੀ ਜਿੱਥੇ ਇਹਨਾਂ ਦਾ ਰੋਬ ਚੱਲਦਾ ਸੀ। ਸਰਕਾਰਾਂ ਇਹਨਾਂ ਦੀਆਂ ਈਣ ਮੰਨਦੀਆਂ ਸੀਗੀਆਂ। ਸਟੇਟਸਮੈਨ ਸੀਗੇ ਵੱਡੇ ਵੱਡੇ ਰਾਜੇ ਉਸ ਵੇਲੇ ਦੇ। ਜਦੋਂ ਉਹਨਾਂ ਦੇ ਆਪਸ ਵਿੱਚ ਕਨਫਲਿਕਟਸ ਹੁੰਦੇ ਸੀਗੇ ਤੇ ਇਹਨਾਂ ਨੂੰ ਕਹਿੰਦੇ ਸੀ ਸਾਡੀ ਆ ਕੇ ਸੁਲ੍ਹਾ ਕਰਾਓ ਹਾਂਜੀ। ਤੇ ਦਿੱਲੀ ਰਾਜਪੂਤਾਨਾ ਮਰਾਠਾ ਇੱਥੇ ਦੇ ਸਾਰੇ ਰਾਜੇ ਇਹਨਾਂ ਤੋਂ ਭੈ ਖਾਂਦੇ ਸੀਗੇ। ਇਹਨਾਂ ਦੇ ਵਿੱਚ ਬੜਾ ਹੀ ਬਾਹੂਬਲ ਸੀਗਾ। ਪੰਜਵਾਂ ਸੀਗਾ ਜੀ ਇਹ ਸਨਾਤਨ ਮਤ ਵਿੱਚੋਂ ਆਏ ਹਾਂਜੀ ਕਾਈਂਡ ਆਫ ਉਹਨਾਂ ਦਾ ਜਿਹੜਾ ਅਪਕਮਿੰਗ ਸੀਗੀ ਉਹ ਵੇਦਾਂ ਸ਼ਾਸਤਰਾਂ ਦੀ ਉਹਨਾਂ ਦਾ ਗਿਆਨ ਸੀਗਾ। ਸਿੰਘ ਸਭਾ ਲਹਿਰ ਵਿੱਚ ਇਹ ਮੋਢੀ ਸੀਗੇ ਔਰ ਇਹਨਾਂ ਨੇ ਪੰਥ ਵਿੱਚੋਂ ਬਹੁਤ ਸਾਰੀ ਕੁਰੀਤੀਆਂ ਦੂਰ ਕੀਤੀਆਂ। ਇੱਕ ਵਾਰ ਪੰਥ ਵਿੱਚ ਆਏ ਤੇ ਗੁਰੂ ਦੇ ਹੋ ਕੇ ਰਹਿ ਗਏ। ਫਿਰ ਇਹਨਾਂ ਨੇ ਆਪਣਾ ਸਾਰਾ ਕੁਝ ਪੰਥ ਤੋਂ ਨਿਸ਼ਾਵਰ ਕਰ ਦਿੱਤਾ। ਇਹਨਾਂ ਦੀ ਜ਼ਿੰਦਗੀ ਸਿਰਫ ਪੰਥ ਜੋਗੀ ਹੋ ਗਈ। ਬਹੁਤ ਇਹਨਾਂ ਨੇ ਨਾਮਨਾ ਖੱਟਿਆ ਪਰ ਇਹਨਾਂ ਕਰਕੇ ਪੰਥ ਵਿੱਚੋਂ ਜਿਹੜੀਆਂ ਉਹ ਸਾਡੇ ਅੰਦਰ ਸਮੇਂ ਦੇ ਨਾਲ ਕੁਰੀਤੀਆਂ ਵਿਪਰਨ ਕੀ ਰੀਤ ਜਿਹੜੀ ਅਸੀਂ ਆਪਣੇ ਅੰਦਰ ਲੈ ਲਈ ਸੀਗੀ। ਬਹੁਤ ਕੁਝ ਸਾਡੇ ਅੰਦਰ ਇਸ ਤਰ੍ਹਾਂ ਦਾ ਆ ਗਿਆ ਜਿਹੜਾ ਗੁਰਮਤ ਦੇ ਅਨੁਕੂਲ ਨਹੀਂ ਸੀ ਗੁਰਮਤ ਤੋਂ ਉਲਟ ਸੀਗਾ। ਇਹਨਾਂ ਨੇ ਉਹਦੇ ਅੱਗੇ ਮੁਹਿੰਮ ਵਿੱਢੀ। ਇੱਕ ਬਹੁਤ ਵੱਡਾ ਇਹਨਾਂ ਨੇ ਇੱਕ ਰੈਵੋਲੂਸ਼ਨ ਲਿਆਂਦਾ ਸਿੱਖ ਕੌਮ ਦੇ ਵਿੱਚ ਔਰ ਉਸ ਤੋਂ ਬਾਅਦ ਸਾਡੀ ਕੌਮ ਦੇ ਵਿੱਚ ਤਤ ਗੁਰਮਤ ਦਾ ਜਿਹੜਾ ਹੈ ਉਹ ਦੁਬਾਰਾ ਪਸਾਰਾ ਹੋਇਆ। ਆਪਾਂ ਤਤ ਗੁਰਮਤ ਦੇ ਧਾਰਨੀ ਹੋਏ। ਸੋ ਆਪਾਂ ਆਪਣੇ ਕੋਲ ਥੋੜੇ ਜਿਹੇ 5-7 ਸੈਕਿੰਡ ਹੋਰ ਲਈਏ ਜੀ। ਉਸ ਤੋਂ ਬਾਅਦ ਆਪਾਂ ਕੁਇਜ਼ ਆਨਸਰ ਕਲੋਜ਼ ਕਰ ਦੇਵਾਂਗੇ। ਤੇ ਮੈਂ ਦੇਖ ਰਿਹਾ ਕਰੀਬ 150-200 ਬੱਚਿਆਂ ਨੇ ਆਨਸਰ ਕਰ ਦਿੱਤਾ ਹੈ ਹੁਣ ਤੱਕ। ਬਹੁਤ ਅੱਛੀ ਗੱਲ ਹੈ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ ਖੁਸ਼ੀ ਹੋ ਰਹੀ ਹੈ। ਤੁਸੀਂ ਗੁਰੂ ਕੇ ਪਿਆਰੇ ਇਤਿਹਾਸ ਨਾਲ ਜੁੜੇ ਹੋਏ ਹੋ ਤੇ ਆਨਸਰਸ ਤੁਹਾਡੇ ਸੋ 345 ਵਿੱਚੋਂ 202 ਬੱਚਿਆਂ ਦੇ ਆ ਗਏ ਨੇ ਆਨਸਰਸ। ਆਪਾਂ 20 ਸੈਕਿੰਡ ਹੋਰ ਦਿੰਦੇ ਆ ਤੇ ਉਸ ਤੋਂ ਬਾਅਦ ਆਪਾਂ ਪੋਲ ਕਲੋਜ਼ ਕਰ ਦਿਆਂਗੇ। ਵਾਹਿਗੁਰੂ 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 ਹਾਂਜੀ। ਸੋ ਆਪਾਂ ਇੱਥੇ ਹੁਣ ਰੁਕਦੇ ਕਿਉਂਕਿ ਆਪਾਂ ਅੱਗੇ ਹੋਰ ਵੀ ਬਹੁਤ ਸਾਰੇ ਕਾਰਜ ਕਰਨੇ ਨੇ। ਸੋ ਇਹਦੇ ਵਿੱਚੋਂ ਹੁਣ ਇਹ ਤੁਸੀਂ ਇਹ ਕਿਉਂਕਿ ਇਹ ਨਾ ਜਿਹੜਾ ਇਹਦਾ ਫਾਰਮੈਟ ਜਿਹੜਾ ਹੈ ਇਹ ਚ ਤੁਸੀਂ ਜਿਹੜਾ ਰੈੱਡ ਕਲਰ ਉਹਨੂੰ ਆਨਸਰ ਨਾਲ ਸਹੀ ਮੰਨਣਾ। ਸਹੀ ਆਨਸਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸੋ ਪਹਿਲਾ ਸਵਾਲ ਸੀਗਾ ਇਹਨਾਂ ਦਾ ਵਪਾਰ ਅਜੋਕੇ ਬਰਮਾ ਸ਼੍ਰੀਲੰਕਾ ਤੱਕ ਸੀ ਅਤੇ ਬਹੁਤ ਵੱਡੀ ਇਹਨਾਂ ਦੀ ਮਲਕੀਅਤ ਸੀਗੀ। ਸੋ ਇਹ ਸੀ ਗੁਰੂ ਕੇ ਪਿਆਰੇ ਲੱਖੀ ਸ਼ਾਹ ਵਣਜਾਰਾ ਜੀ ਹਾਂਜੀ।
ਬਹੁਤ ਵੱਡੇ ਵਪਾਰੀ ਸੀਗੇ। ਮੁਗਲ ਦਰਬਾਰ, ਮੁਗਲ ਸ਼ਾਹੀ ਫੌਜਾਂ ਨੂੰ ਇਹਨਾਂ ਦੇ ਠੇਕੇ ਸੀ, ਇਹਨਾਂ ਕੋਲ ਉਹਨਾਂ ਦੀਆਂ ਸਾਰੇ ਉਹਨਾਂ ਦੇ ਸ਼ਸਤਰ ਦੇਣੇ, ਉਹਨਾਂ ਦੇ ਘੋੜਿਆਂ ਦੀ ਸਪਲਾਈ, ਉਹਨਾਂ ਦੇ ਘੋੜਿਆਂ ਦੇ ਖਾਣ ਪੀਣ ਦਾ, ਹੋਰ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਸੀ ਮੁਗਲ ਦਰਬਾਰ ਦੀਆਂ, ਹੋਰ ਵੱਡੇ ਵੱਡੇ ਕਾਰਜ ਇਹਨਾਂ ਦੇ ਕੋਲ ਹੁੰਦੇ ਸੀ। ਇਹਨਾਂ ਦੇ ਬਹੁਤ ਵੱਡਾ ਇਹਨਾਂ ਦਾ ਵਪਾਰ ਸੀਗਾ, ਜਿਹੜਾ ਬਰਮਾ, ਸ਼੍ਰੀਲੰਕਾ, ਇੱਧਰ ਪੰਜਾਬ ਦੇ ਅੱਗੇ ਬਾਰਡਰਸ ਤੱਕ ਸਾਰੇ ਪਾਸੇ ਇਹਨਾਂ ਦਾ ਵਪਾਰ ਸੀਗਾ। ਤੇ ਥਾਂ ਥਾਂ ਤੇ ਇਹਨਾਂ ਦੇ ਬੜੇ ਵੱਡੇ ਡੇਰੇ ਸੀਗੇ। ਹਾਂਜੀ, ਇੱਥੇ ਆਪਾਂ ਜਦੋਂ ਦਿੱਲੀ ਵੱਲ ਜਾਈਏ, ਰਾਜਪੁਰਾ ਤੋਂ ਅੱਗੇ ਜਾ ਕੇ ਇੱਕ ਸਰਾਏ ਬੰਜਾਰਾ ਆਉਂਦਾ ਹੈ, ਉਹ ਥਾਵਾਂ ਇਹਨਾਂ ਦੀਆਂ ਸੀਗੀਆਂ। ਇਹਨਾਂ ਦੇ ਵੱਡੇ ਸਟੇਸ਼ਨ ਸੀਗੇ, ਜਿੱਥੇ ਇਹਨਾਂ ਦੇ ਜਦੋਂ ਵਪਾਰ ਦੇ ਜਿਹੜੇ ਵੱਡੇ ਕਾਫਲੇ ਚੱਲਦੇ ਸੀ, ਉੱਥੇ ਰੁਕਦੇ ਸੀ। ਉੱਥੇ ਘੋੜਿਆਂ ਦੇ, ਗੱਡਿਆਂ ਦੇ, ਬਲਦਾਂ ਵਾਸਤੇ ਪਾਣੀ ਪੀਣ ਦਾ ਪ੍ਰਬੰਧ, ਖਾਣੇ ਦਾ ਪ੍ਰਬੰਧ ਹੁੰਦਾ ਸੀਗਾ। ਇਹਨਾਂ ਦੇ ਵਪਾਰੀ ਰੁਕ ਸਕਦੇ ਸੀ, ਇਹਨਾਂ ਦੇ EMPLOYEES ਹੁੰਦੇ ਸੀ। ਬਹੁਤ ਵੱਡਾ ਇਹਨਾਂ ਦਾ ਇੱਕ ਕਾਈਂਡ ਆਫ ਇੱਕ ਬਹੁਤ ਵੱਡੀ ਕੰਪਨੀ ਸੀਗੀ, ਜਿਵੇਂ ਕਹਿ ਲਓ ਨਾ ਇੱਕ ਮਲਟੀ ਕੰਗਲੋਮਰੇਟ ਕਹਿੰਦੇ ਆਪਾਂ, ਜੇ ਬਹੁਤ ਹਰ ਬਿਜ਼ਨਸ ਵਿੱਚ ਜਿਹਦਾ ਹੱਥ ਹੋਵੇ, ਉਸ ਤਰ੍ਹਾਂ ਦੀ ਕੰਪਨੀ। ਸੋ ਦੂਸਰੇ ਸਾਡੇ ਹੈਗੇ ਨੇ ਸਰਦਾਰ ਸੁਬੇਗ ਸਿੰਘ ਜੀ, ਸ਼ਹੀਦ ਸਰਦਾਰ ਸੁਬੇਗ ਸਿੰਘ। ਇਹ ਗਣਿਤ ਦੇ ਮਾਹਰ ਸੀਗੇ, ਇਕਨੋਮਿਕਸ ਦੇ ਮਾਹਰ ਸੀਗੇ, ਬਹੁਤ ਸਾਰੀਆਂ ਭਾਸ਼ਾਵਾਂ ਦੇ ਇਹ ਮਾਹਰ ਸੀਗੇ। ਔਰ ਗਵਰਨਰ ਜਿਹੜਾ ਲਾਹੌਰ ਦਾ ਸੀਗਾ, ਉਹਦੀ ਮਜਬੂਰੀ ਸੀ, ਇੰਨਾ ਸਿਆਣਾ ਉਹਦੇ ਕੋਲ ਕੋਈ ਵੀ ਹੋਰ ਉਸ ਵੇਲੇ ਨਹੀਂ ਸੀਗਾ, ਤੇ ਉਹਨੂੰ ਆਪਣਾ ਕੋਤਵਾਲ ਰੱਖਣਾ ਪਿਆ ਉਹਨੂੰ। ਕੋਤਵਾਲ ਜਿਵੇਂ ਅੱਜ ਦੇ ਤਰੀਕੇ ਵਿੱਚ ਸਮਝ ਲਓ ਤੁਸੀਂ, DC ਹੋਵੇ, ਮੇਅਰ ਹੋਵੇ, ਹਨਾ, ਉਸ ਲੈਵਲ ਦੀ ਪੋਸਟ ਇਹ ਲਾਹੌਰ ਦੇ ਵਿੱਚ ਇਹਨਾਂ ਕੋਲ ਉਹ ਪੋਜੀਸ਼ਨ ਸੀਗੀ। ਤੀਸਰੇ ਜਿਹੜੇ ਸਵਾਲ ਹੈਗਾ, ਧਨਾੜ ਜਿਨ੍ਹਾਂ ਦੀ ਗੱਲ ਕੀਤੀ ਹੈ, ਇਹ ਨੇ ਭਾਈ ਸੋਮਾ ਸ਼ਾਹ ਜੀ, ਤੇ ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਵਰਸਾਏ ਹੋਏ। ਤੇ ਇਹਨਾਂ ਦੀ ਸਾਖੀ ਤੁਸੀਂ ਸੁਣੀ ਹੋਣੀ ਹੈ। ਤੇ ਜਦੋਂ ਮਹਾਰਾਜ ਦਰਬਾਰ ਸਾਹਿਬ ਦੀ ਰਚਨਾ ਹੋ ਰਹੀ ਸੀਗੀ, ਸਰੋਵਰ ਤਿਆਰ ਹੋ ਰਿਹਾ ਸੀ, ਉੱਥੇ ਕਾਰ ਸੇਵਾ ਚੱਲਦੀ ਸੀ, ਤੇ ਇਹ ਭਾਈ ਸੋਮਾ ਜੀ ਜਿਹੜੇ ਸੀਗੇ, ਇਹ ਇੱਕ ਬਹੁਤ ਗਰੀਬ ਘਰ ਦੇ ਬੱਚੇ ਸੀਗੇ। ਤੇ ਇਹਨਾਂ ਨੇ ਦੇਖਿਆ ਵੀ ਮੈਂ ਇਹਨਾਂ ਦੀ ਮਾਤਾ ਉੱਥੇ, ਉਸ ਵੇਲੇ ਅੰਮ੍ਰਿਤਸਰ ਕਿਉਂਕਿ ਬਹੁਤ ਵੱਡਾ ਚੱਲ ਰਿਹਾ ਸੀਗਾ, ਕੰਸਟਰਕਸ਼ਨ ਐਕਟੀਵਿਟੀਜ਼ ਚੱਲਦੀਆਂ ਸੀ। ਮਹਾਰਾਜ ਨੇ ਬੜੇ ਵੱਡੇ ਵਪਾਰੀ, ਹਰ ਕਿਸ ਤਰੀਕੇ ਦੇ ਤਬਕੇ ਬੰਦੇ ਉੱਥੇ ਬੁਲਾਏ ਸੀ, ਤੇ ਉਹ ਕੰਸਟਰਕਸ਼ਨ ਚੱਲਦੀਆਂ ਸੀ, ਸੰਗਤਾਂ ਆ ਰਹੀਆਂ ਸੀ, ਕਾਰ ਸੇਵਾ ਹੋ ਰਹੀ ਸੀਗੀ, ਤੇ ਉਹਨੂੰ ਲੱਗਿਆ ਵੀ ਸਾਡੇ ਘਰ ਦਾ ਗੁਜ਼ਾਰਾ ਇੱਥੋਂ ਚੱਲ ਸਕਦਾ ਹੈ। ਠੀਕ ਹੈ ਜੀ। ਤੇ ਬੱਚਿਓ, ਤੁਸੀਂ ਹੁਣ ਚੈਟ ਵਿੱਚ ਆਨਸਰ ਦੇਣੇ ਬੰਦ ਕਰ ਦਿਓ, ਆਪਾਂ ਹੁਣ ਜਿੱਥੇ ਵਿਚਾਰ ਚੱਲ ਰਹੀ ਹੈ ਉਹਦੇ ਵੱਲ ਆਪਾਂ ਧਿਆਨ ਰੱਖਦੇ ਹਾਂ। ਠੀਕ ਹੈ, ਸੁਣੋ ਹੁਣ ਵਿਚਾਰ। ਸੋ ਉੱਥੇ ਉਹ ਘੁੰਗਣੀਆਂ, ਜਿਵੇਂ ਗੁਰੂ ਰਾਮਦਾਸ ਮਹਾਰਾਜ ਘੁੰਗਣੀਆਂ ਵੇਚਦੇ ਸੀ ਛੋਟੇ ਹੁੰਦੇ ਜਦੋਂ ਨਿੱਕੇ ਸੀਗੇ, ਤੇ ਇਹ ਵੀ ਘੁੰਗਣੀਆਂ ਲੈ ਕੇ ਉੱਥੇ ਆ ਜਾਣਾ। ਤੇ ਜਿਹੜੀਆਂ ਉੱਥੇ ਸੰਗਤਾਂ ਆਉਂਦੀਆਂ ਸੀਗੀਆਂ, ਹੋਰ ਵਪਾਰੀ ਜਿਹੜੇ ਕੋਈ ਆਉਂਦੇ ਸੀਗੇ, ਉਹਨਾਂ ਤੋਂ ਘੁੰਗਣੀਆਂ ਲੈ ਲੈਂਦੇ ਸੀ, ਤੇ ਇਹ ਘੁੰਗਣੀਆਂ ਉਹਨਾਂ ਦੇ ਕੇ ਜਿਹੜੀ ਕਮਾਈ ਹੁੰਦੀ ਸੀ, ਉਹਦੇ ਨਾਲ ਇਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਸੀ। ਮਾਂ ਇੱਕ ਸੀਗੀ, ਇੱਕ ਮਾਂ ਤੇ ਇੱਕ ਪੁੱਤਰ, ਬਸ ਦੋ ਹੀ ਪਰਿਵਾਰ ਵਿੱਚ ਸੀਗਾ, ਗਰੀਬੀ ਬਹੁਤ ਸੀ। ਤੇ ਇੱਕ ਦਿਨ ਗੁਰੂ ਪਾਤਸ਼ਾਹ ਇਹਨਾਂ ਦੇ ਕੋਲ ਆਏ, ਉਹਨਾਂ ਨੂੰ ਕਹਿੰਦੇ ਵੀ ਸੋਮਾ ਸ਼ਾਹ ਕੀ ਕਰਦਾ ਹੈ? ਹਾਂਜੀ, ਤੇ ਕਹਿੰਦੇ ਜੀ ਮਹਾਰਾਜ ਘੁੰਗਣੀਆਂ ਵੇਚ ਰਿਹਾ ਜੀ। ਸੋਮਾ ਸ਼ਾਹ ਕੀ ਵੱਟਿਆ? ਮਹਾਰਾਜ ਇੰਨੇ ਪੈਸੇ ਵੱਟੇ ਆ, ਜਾਂ ਜੋ ਵੀ ਅਮਾਊਂਟ ਉਹਨਾਂ ਛੋਟੀ ਜਿਹੀ ਅਮਾਊਂਟ ਸੀ ਦੱਸੀ, ਤੇ ਸੋਮਾ ਇਹ ਮੈਨੂੰ ਦੇ ਦੇ, ਤੂੰ ਸਾਰੀ ਜਿਹੜੀ ਵਟਕ ਹੈਗੀ ਮੈਨੂੰ ਲੋੜ ਹੈ। ਤੇ ਭਾਈ ਸੋਮਾ ਜੀ ਨੇ ਨਾ ਸਵਾਲ ਨਹੀਂ ਕੀਤਾ, ਇਹ ਨਹੀਂ ਸੋਚਿਆ ਵੀ ਮੈਂ ਜੇ ਪੈਸੇ ਜਿਹੜੇ ਮੈਂ ਕਮਾਏ ਨੇ, ਇਹ ਜੇ ਮੈਂ ਗੁਰੂ ਪਾਤਸ਼ਾਹ ਨੂੰ ਦੇਤੀ ਤੇ ਮੈਂ ਘਰ ਜਾ ਕੇ ਕੀ ਖਾਵਾਂਗਾ, ਕੱਲ ਨੂੰ ਮੈਂ ਕਿੱਥੋਂ ਬਣਾ ਕੇ ਲਿਆਵਾਂਗਾ। ਉਹਨਾਂ ਨੇ ਸਾਰੀ ਜੋ ਜ਼ਿੰਦਗੀ ਕਮਾਈ ਸੀ ਗੁਰੂ ਮਹਾਰਾਜ ਦੇ ਚਰਨਾਂ 'ਚ ਭੇਟ ਕਰ ਦਿੱਤੀ। ਤੇ ਅੱਗੋਂ ਦੀ ਮਹਾਰਾਜ ਲੈ ਕੇ ਅਸੀਸਾਂ ਦੇ ਕੇ ਚਲੇ ਗਏ। ਦੂਜੇ ਦਿਨ ਫੇਰ ਆਏ ਗੁਰੂ ਪਾਤਸ਼ਾਹ, ਉਹਨਾਂ ਨੇ ਫੇਰ ਪੁੱਛਿਆ ਕਿ ਸੋਮਿਆ ਕਿੰਨੀ ਵਟਕ ਹੋਈ ਅੱਜ, ਕੀ ਕਮਾਇਆ? ਮਹਾਰਾਜ ਇੰਨੇ ਪੈਸੇ ਕਮਾਏ ਆ, ਸੋਮਿਆ ਮੈਨੂੰ ਦੇ ਦੇ। ਤੇ ਉਹਨਾਂ ਨੇ ਉਦਣ ਵੀ ਦਿੱਤੀ। ਐਸਾ ਕਈ ਦਿਨ ਚੱਲਦਾ ਰਿਹਾ। ਤੇ ਸੋਮਾ ਜੀ ਨੇ ਕਦੇ ਵੀ ਅੰਦਰ ਘਰੋਂ ਜਦੋਂ ਘਰ ਜਾਣਾ, ਤੇ ਮਾਂ ਨੇ ਪੁੱਛਣਾ, ਪੁੱਤ ਅੱਜ ਕੀ ਕਮਾ ਕੇ ਲਿਆ? ਮਾਤਾ ਅੱਜ ਕਮਾਇਆ ਸੀ, ਤੇ ਗੁਰੂ ਸਾਹਿਬ ਨੇ ਉਹ ਮੰਗਿਆ, ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਭੇਟ ਕਰ ਆਇਆ। ਤੇ ਮਾਂ ਵੀ ਕਹਿੰਦੀ ਕੋਈ ਨੀ ਪੁੱਤ, ਬਹੁਤ ਚੰਗੀ ਗੱਲ ਹੈ ਜੀ, ਗੁਰੂ ਨੇ ਜੇ ਕਿਹਾ ਤੇ ਗੁਰੂ ਦਾ ਹੁਕਮ ਮੰਨਣਾ ਆਪਾਂ, ਤੇ ਗੁਰੂ ਨੂੰ ਦਿੱਤਾ, ਗੁਰੂ ਤੈਨੂੰ ਬਰਕਤਾਂ ਦੇਵੇ। ਤੇ ਬਹੁਤ ਤੇਰੀ ਸੋਚ ਦੀ ਜਿਹੜੀ ਹੈਗੀ ਬੜੀ ਚੰਗੀ ਹੈ, ਬੜੀ ਸੁਚੱਜੀ ਹੈ, ਜਿਹੜਾ ਤੂੰ ਗੁਰੂ ਦੇ ਬਚਨਾਂ ਦੇ ਉੱਤੇ ਪਹਿਰਾ ਦਿੱਤਾ। ਤੇ ਇੰਦਾ ਕਰਦੇ ਕਰਦੇ ਇੱਕ ਦਿਨ ਇਸ ਤਰ੍ਹਾਂ ਦਾ ਆਇਆ ਕਿ ਹੁਣ ਸੋਮਾ ਜੀ ਕੋਲ ਕੁਝ ਵੀ ਨਹੀਂ ਬਚਿਆ। ਹਾਂਜੀ, ਤੇ ਉਹਨਾਂ ਦੇ ਘੁੰਗਣੀਆਂ ਬਣਾਉਣ ਜੋਗੇ ਪੈਸੇ ਨਹੀਂ ਬਚੇ, ਤੇ ਉਹ ਖਾਲੀ ਟੋਕਰਾ ਲੈ ਕੇ ਪਹੁੰਚ ਗਏ ਉੱਥੇ। ਹੁਣ ਗੁਰੂ ਮਹਾਰਾਜ ਨੇ ਪੁੱਛਿਆ, ਸੋਮਿਆ ਕੀ ਹੈ? ਮਹਾਰਾਜ ਅੱਜ ਕੁਛ ਨਹੀਂ ਹੈ, ਤੇ ਮੈਨੂੰ ਹੁਕਮ ਕਰੋ, ਮੈਂ ਕੋਈ ਹੱਥੀ ਸੇਵਾ ਕਰ ਸਕਦਾ? ਜਿੱਥੇ ਕਹੋਗੇ ਮੈਂ ਉਹ ਕਰ ਦਿੰਦਾ। ਤੇ ਮਹਾਰਾਜ ਬਹੁਤ ਦਇਆਲ ਹੋਏ, ਬੜੇ ਖੁਸ਼ੀ ਦੇ ਘਰ ਵਿੱਚ ਆਏ। ਉਹਨਾਂ ਨੇ ਸੋਮੇ ਨੂੰ ਛਾਤੀ ਨਾਲ ਲਾਇਆ, ਤੇ ਉਹਨਾਂ ਨੂੰ ਵਰ ਦਿੱਤਾ ਸੋਮਾ ਸ਼ਾਹ।
ਤੇ ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਹੁਣ ਇੱਥੋਂ ਜਾਓ, ਆਪਣਾ ਵਪਾਰ ਕਰੋ। ਤੇ ਦਿੱਲੀ ਪਹੁੰਚ ਗਏ, ਉੱਥੇ ਇਹਨਾਂ ਨੇ ਵਪਾਰ ਕੀਤਾ। ਇਹਨਾਂ ਨੂੰ ਸੋਮਾ ਸ਼ਾਹ ਕਿਹਾ। ਇਹਨਾਂ ਦਾ ਫਿਰ ਜਿਹੜਾ ਇਹ ਬੈਂਕ ਦਾ ਬਿਜ਼ਨਸ ਸੀਗਾ, ਇਹ ਮਨੀ ਲੈਂਡ ਕਰਦੇ ਸੀ, ਐਕਸਚੇਂਜ ਹੁੰਦੀ ਸੀਗੀ। ਦੁਨੀਆ ਦੇ ਵੱਡੇ ਵੱਡੇ ਵਪਾਰੀ ਇਹਨਾਂ ਤੋਂ ਪੇਪਰ ਲਿਸਟ ਲੈ ਲੈਂਦੇ ਸੀਗੇ। ਉਹ ਜਾ ਕੇ ਜਿੱਥੇ ਪੇਪਰ ਦਿੰਦੇ ਸੀ ਉਹਨਾਂ ਨੂੰ ਉਨੀ ਮਾਇਆ ਮਿਲ ਜਾਂਦੀ ਸੀਗੀ। ਸੋ ਇਹ ਭਾਈ ਸੋਮਾ ਸ਼ਾਹ ਦੀ ਸਾਖੀ ਆਪਨੇ ਸੁਣੀ ਹੋਣੀ ਜ਼ਰੂਰ। ਸੋ ਇਹ ਜਿਹੜਾ ਅਗਲਾ ਚੌਥਾ ਸਵਾਲ ਹੈ, ਇਹ ਜਥੇਦਾਰ ਬਘੇਲ ਸਿੰਘ ਦੀ ਗੱਲ ਕਰ ਰਹੇ ਹਾਂ ਆਪਾਂ। ਇਹਨਾਂ ਨੇ ਬਹੁਤ ਵੱਡਾ ਨਾਮਣਾ ਖੱਟਿਆ, ਦਿੱਲੀ ਫਤਿਹ ਕੀਤੀ, ਇੱਕ ਵਾਰ ਨਹੀਂ ਕਈ ਵਾਰ, ਹਾਂਜੀ, ਤੇ ਕਈ ਵਾਰ ਦਿੱਲੀ ਫਤਿਹ ਕੀਤੀ। ਤੇ ਇੱਕ ਵਾਰ ਫਿਰ ਜਾ ਕੇ ਇਹਨਾਂ ਨੇ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਚੁਲਾਇਆ। ਤੇ ਉਦੋਂ ਫਿਰ ਇਹਨਾਂ ਦੀ ਸੰਧੀ ਹੋਈ ਮੁਗਲ ਦਰਬਾਰ ਦੇ ਨਾਲ, ਤੇ ਉਹਨਾਂ ਨੇ ਨਾਲ ਸੰਧੀ ਕਰਕੇ ਗੁਰਸਿੱਖਾਂ ਦੀ ਜਿਹੜੀ ਇੱਕ ਗੁਰੂ ਦੇ ਨਾਲ ਇੰਨਾ ਪਿਆਰ ਹੁੰਦਾ ਹੈ ਕਿ ਗੁਰੂ ਕੇ ਸਿੱਖ ਹਰ ਚੀਜ਼ ਆਪਣੀ ਜ਼ਿੰਦਗੀ ਦੀ ਗੁਰੂ ਤੋਂ ਨਿਸ਼ਾਵਰ ਕਰ ਦਿੰਦੇ ਨੇ। ਸੰਧੀ ਹੋਈ ਕਿ ਰਾਜੇ ਨੂੰ, ਜਿਹੜਾ ਪਾਤਸ਼ਾਹ ਸੀ, ਉਹਨੂੰ ਦਿੱਲੀ ਦਾ ਤਖਤ ਵਾਪਸ ਦੇ ਦਿੱਤਾ ਜਾਏਗਾ, ਪਰ ਉਹਦੇ ਉਸ ਤੋਂ ਪਹਿਲਾਂ ਜਿਹੜੇ ਗੁਰੂ ਕੇ ਸਿੱਖ ਨੇ ਉੱਥੇ ਦਿੱਲੀ ਵਿੱਚ ਜਿਹੜੇ ਗੁਰੂ ਦੀਆਂ ਨਿਸ਼ਾਨੀਆਂ, ਗੁਰੂ ਦੇ ਚਰਨ ਛੋਹ ਸਥਾਨ ਨੇ, ਉਹ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਤੇ ਉੱਥੇ ਉਹ ਆਪਣੇ ਯਾਦਗਾਰਾਂ ਗੁਰਦੁਆਰਾ ਸਾਹਿਬ ਕਾਇਮ ਕਰਨਗੇ। ਤੇ ਉਹਦੇ ਵਾਸਤੇ ਜਿੰਨੀ ਵੀ ਉਸ ਦੀ ਟੈਕਸ ਕਲੈਕਸ਼ਨ ਸੀਗੀ ਦਿੱਲੀ ਦੀ, ਜਿਹੜਾ ਉੱਥੇ ਆਕਟਰਾਈ ਸੀ, ਚੁੰਗੀਆਂ ਸੀਗੀਆਂ, ਉੱਥੇ ਸਿੰਘਾਂ ਦਾ ਪੈਰਾ ਲੱਗ ਗਿਆ। ਸੋ ਜਿੰਨੀ ਚੁੰਗੀ ਆਉਂਦੀ ਸੀ ਉਹਦਾ 1/3 ਸਿੰਘ ਰੱਖਦੇ ਸੀ, ਬਾਕੀ ਮੁਗਲ ਦਰਬਾਰ ਨੂੰ ਸਾਰੇ ਰਾਜ ਭਾਗ ਦੇ ਚਲਾਉਣ ਵਾਸਤੇ ਦਿੰਦੇ ਸੀ। ਤੇ ਉਹ ਸਾਰੇ ਮਾਇਆ ਇਕੱਠੀ ਕਰਕੇ ਤੇ ਉਹਨਾਂ ਨੇ 7 ਗੁਰਦੁਆਰਾ ਸਾਹਿਬਾਨ ਉੱਥੇ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਸੀਗੇ ਉਹਨਾਂ ਦੀ ਨਿਸ਼ਾਨਦੇਹੀ ਕੀਤੀ, ਲੱਭੇ। ਹਾਂਜੀ, ਸੋ 7 ਗੁਰਦੁਆਰਾ ਸਾਹਿਬ ਆਪਾਂ ਸਮਾਂ ਨਹੀਂ ਲਾਵਾਂਗੇ, ਸਾਖੀ ਬਹੁਤ ਵੱਡੀ ਹੈ, ਤਾਂ ਵਿਸਥਾਰ ਵੱਡ ਲੰਬਾ ਹੋ ਜਾਣਾ। ਤੁਸੀਂ ਇਹ ਸਾਰੇ 7 ਗੁਰਦੁਆਰੇ ਜਿਹੜੇ ਭਾਈ ਬਘੇਲ ਸਿੰਘ ਜੀ, ਜਥੇਦਾਰ ਬਘੇਲ ਸਿੰਘ ਜੀ ਦਿੱਲੀ ਵਿੱਚ ਲੱਭ ਕੇ ਉਹ ਨਿਸ਼ਾਨਦੇਹੀ ਕਰਕੇ ਉੱਥੇ ਤਿਆਰ ਕੀਤੇ, ਬਣਾਏ, ਹਨਾ। ਅੱਜ ਸੰਗਤਾਂ ਜਾ ਕੇ ਉੱਥੇ ਨਤਮਸਤਕ ਹੁੰਦੀਆਂ ਨੇ, ਜਿੱਥੇ ਜਾਏ ਵੇ ਮੇਰਾ ਸਤਿਗੁਰੂ ਸੁਲਤਾਨ ਸੁਹਾਵਾ ਰਾਮ ਰਾਜੇ, ਉੱਥੇ ਜਾ ਕੇ ਆਪਾਂ ਚਰਨ ਧੂੜੀ ਗੁਰੂ ਦੀ ਪਰਸਦੇ ਹਾਂ, ਗੁਰੂ ਦੀਆਂ ਖੁਸ਼ੀਆਂ ਸਾਨੂੰ ਮਿਲਦੀਆਂ ਨੇ, ਸਾਡੇ ਅੰਦਰ ਗੁਰੂ ਦੇ ਪ੍ਰਤੀ ਪਿਆਰ ਜਾਗਦਾ ਹੈ। ਉਹ ਗੁਰਦੁਆਰਾ ਸਾਹਿਬਾਨ ਤੁਸੀਂ ਜ਼ਰੂਰ ਖੋਜ ਕਰਨੀ ਤੇ ਆਪਣੀ ਸੰਗਤ ਵਿੱਚ ਉਹਦੀ ਸਾਂਝ ਪਾ ਲੈਣਾ ਬਾਅਦ ਵਿੱਚ। ਤੇ ਪੰਜਵਾਂ ਸਵਾਲ ਜਿਹੜਾ ਪੁੱਛਿਆ ਸੀਗਾ, ਉਹਦੇ ਵਿੱਚ ਬਹੁਤ ਸਾਰਿਆਂ ਦਾ ਤੁਹਾਡੇ ਸਵਾਲ ਆਨਸਰ ਠੀਕ ਸੀਗਾ। ਮੈਕਸਿਮਮ ਜਿਹੜਾ ਗਿਆਨੀ ਦਿੱਤ ਸਿੰਘ ਨੇ, ਇਹ ਗਿਆਨੀ ਦਿੱਤ ਸਿੰਘ ਜੀ ਇਹ ਨਿਰਮਲੇ ਸੀਗੇ। ਨਿਰਮਲਿਆਂ ਦੇ ਵਿੱਚ ਜਿਹੜਾ ਹੈ ਵੇਦਾਂ ਸ਼ਾਸਤਰਾਂ ਦਾ, ਵੇਦਾਂਤ ਦਾ ਵੀ ਬਹੁਤ ਸਾਰਾ ਗਿਆਨ ਹੁੰਦਾ। ਤੇ ਇਹ ਜਦੋਂ ਨਿੱਕੇ ਸੀਗੇ ਇੰਨਾ ਗਿਆਨ ਹਾਸਲ ਕੀਤਾ ਤੇ ਗੁਲਾਬ ਦਾਸੀ ਜਿਹੜੀ ਸੰਪਰਦਾ ਸੀ ਉਹਦੇ ਨਾਲ ਜੁੜੇ ਹੋਏ ਸੀਗੇ। ਤੇ ਇਹਨਾਂ ਨੂੰ ਇਹ ਸੰਤ ਬਣ ਗਏ ਸੀ। ਇਹ ਪਿੰਡਾਂ ਵਿੱਚ ਜਾ ਜਾ ਕੇ ਪ੍ਰਚਾਰ ਕਰਦੇ ਸੀ, ਇਹਨਾਂ ਦੀ ਪੂਜਾ ਹੁੰਦੀ ਸੀ। ਇਹਨਾਂ ਦੇ ਗਿਆ ਤੇ ਇਹਨਾਂ ਦੇ ਬਚਨਾਂ ਤੇ ਜਿਹੜੀਆਂ ਸੰਗਤਾਂ ਇਹਨਾਂ ਦੇ ਜਿਹੜੇ ਇਹਨਾਂ ਨੂੰ ਮੰਨਦੇ ਸੀਗੇ ਉਹ ਫੁੱਲ ਚੜਾਉਂਦੇ ਸੀ, ਇੱਕ ਇੱਕ ਹੁਕਮ ਮੰਨਦੇ ਸੀਗੇ ਤੇ ਚਾਹੁੰਦੇ ਉਸ ਵੇਲੇ ਆਪਣਾ ਬਹੁਤ ਵੱਡਾ ਡੇਰਾ ਬਣਾ ਸਕਦੇ ਸੀਗੇ। ਪਰ ਜਦੋਂ ਇਹਨਾਂ ਨੇ ਗੁਰਬਾਣੀ ਦੇ ਲੜ ਲੱਗੇ, ਗੁਰਬਾਣੀ ਨੂੰ ਵਿਚਾਰਿਆ ਤੇ ਸੱਚੀ ਗੁਰਬਾਣੀ ਜਿਹੜੀ ਧੁਰਦੀ ਬਾਣੀ ਜਦੋਂ ਇਹਨਾਂ ਦੇ ਹਿਰਦੇ ਵਿੱਚ ਵਸੀ ਤੇ ਇਹਨਾਂ ਨੇ ਸੱਚ ਨੂੰ ਪਛਾਣਿਆ ਤੇ ਅਕਾਲ ਪੁਰਖ ਦੇ ਲੜ ਲੱਗ ਗਏ ਤੇ ਪੰਥ ਤੇ ਹੋ ਕੇ ਰਹਿ ਗਏ। ਫਿਰ ਇਹਨਾਂ ਨੇ ਪੰਥ ਵਿੱਚ ਆਈਆਂ ਕੁਰੀਤੀਆਂ ਦੂਰ ਕੀਤੀਆਂ। ਉਸ ਵੇਲੇ ਪੰਜਾਬ ਵਿੱਚ ਆਰੀਆ ਸਮਾਜ ਦਾ ਬਹੁਤ ਵੱਡਾ ਪਸਾਰਾ ਹੋ ਰਿਹਾ ਸੀਗਾ। ਇਹਨਾਂ ਨੇ ਜਿਹੜਾ ਆਰੀਆ ਸਮਾਜ ਦਾ ਮੋਢੀ ਸੀਗਾ ਸਾਧੂ ਦਇਆਨੰਦ, ਉਹਨੂੰ 3 ਵਾਰ ਚਰਚਾ ਕੀਤੀ, ਉਹਦੇ ਨਾਲ ਡਿਬੇਟ ਕੀਤੀ ਤੇ ਉਹ ਹੱਥ ਖੜੇ ਕਰਕੇ ਦੌੜਿਆ ਚਰਚਾ ਵਿੱਚੋਂ, ਹਾਰ ਮੰਨੀ ਉਹਨੇ, ਕਿਉਂਕਿ ਉਹ ਆਪਣੇ ਆਪ ਨੂੰ ਬਹੁਤ ਵੱਡਾ ਗਿਆਨੀ ਮੰਨਦਾ ਸੀ। ਪਰ ਉਹ ਇਸ ਕਰਕੇ ਉਹਨੂੰ ਇਹਨਾਂ ਨੇ ਭਾਈ ਗਿਆਨੀ ਦਿੱਤ ਸਿੰਘ ਜੀ ਨੇ ਉਸ ਚਰਚਾ ਵਿੱਚ ਹਰਾਇਆ। ਸੋ ਇਹ ਸਾਡੇ ਨਾਲ, ਮੈਂ ਇਹਦਾ ਭਾਵ ਇਹ ਨਹੀਂ ਸੀ ਤੁਹਾਡਾ ਟੈਸਟ ਲੈਣਾ, ਇਹਦੇ ਵਿੱਚੋਂ ਮੈਂ ਜਿਹੜੀ ਅਸਲ ਗੱਲ ਵਿੱਚ ਆਉਣਾ ਚਾਹੁੰਦਾ ਕਿ ਗੁਰੂ ਦੇ ਦਰ ਦੇ ਵਿੱਚ ਨਾ ਤੁਸੀਂ ਜਦੋਂ ਚੱਲਣਾ ਤੇ ਇੱਥੇ ਗੁਰਮਤਿ ਕਮਾਉਂਦਿਆਂ ਹੋਇਆਂ ਤੁਹਾਡੇ ਵਾਸਤੇ ਕਿਸੇ ਪ੍ਰਕਾਰ ਦੀ ਰੋਕ ਨਹੀਂ ਹੈ। ਤੁਸੀਂ ਇਹ ਨਹੀਂ ਕਰਨਾ ਵੀ ਅਸੀਂ ਕੋਈ ਮਾਇਆ ਨਹੀਂ ਕਮਾਉਣੀ, ਅਸੀਂ ਕੋਈ ਵੱਡੇ ਵੱਡੇ ਅਹੁਦੇ ਨਹੀਂ ਲੈਣੇ, ਅਸੀਂ ਵੱਡੀਆਂ ਪੜ੍ਹਾਈਆਂ ਨਹੀਂ ਕਰ ਸਕਦੇ, ਸਾਡਾ ਤਾਂ ਕੰਮ ਸਿਰਫ ਬਾਣੀ ਪੜ੍ਹਨਾ ਹੈ। ਨਹੀਂ, ਬਾਣੀ ਪੜ੍ਹਦੇ ਅਸੀਂ ਸੰਸਾਰ ਦੇ ਵਿੱਚ ਹਰ ਖੇਤਰ ਦੇ ਵਿੱਚ ਅਸੀਂ ਬਹੁਤ ਵੱਡੀਆਂ ਮੱਲਾਂ ਮਾਰਨੀਆਂ ਨੇ। ਤੁਸੀਂ ਜਿੱਥੇ ਹੈਗੇ ਹੋ ਪੜ੍ਹਾਈ ਦੇ ਉੱਤੇ ਤੁਸੀਂ ਆਪਣਾ ਵੱਧ ਤੋਂ ਵੱਧ ਜ਼ੋਰ ਦੇਣਾ। ਇਸ ਵੇਲੇ ਤੁਹਾਡੀ ਜ਼ਿੰਦਗੀ ਦਾ ਜਿਹੜਾ ਇੱਕ ਮਨੋਰਥ, ਤੁਸੀਂ ਜਿੱਥੇ ਆਏ ਹੋ ਇਸ ਵੇਲੇ ਜਿਹੜੀ ਰੁੱਤ ਹੈ ਤੁਹਾਡੀ, ਉਹ ਤੁਹਾਡੀ ਪੜ੍ਹਾਈ ਹੈ। ਹਾਂਜੀ, ਇਹ ਰੁੱਤ ਦੇ ਵਿੱਚ ਤੁਸੀਂ ਪੜ੍ਹਾਈ ਵੱਲ ਆਪਣਾ ਜ਼ੋਰ ਦੇਣਾ ਤੇ ਆਪਣੇ ਕੈਰੀਅਰ ਵੱਲ ਧਿਆਨ ਦੇਣਾ ਤੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੱਡੇ ਸਟੇਟਸਮੈਨ ਬਣੋ, ਵੱਡੇ ਵੱਡੇ ਤੁਸੀਂ ਸਿਵਲ ਸਰਵੈਂਟਸ ਬਣੋ। ਤੁਸੀਂ ਆਪਣੀ ਜਾ ਕੇ ਜ਼ਿੰਦਗੀ ਵਿੱਚ ਔਰ ਪਰ ਗੁਰਸਿੱਖੀ ਦੇ ਵਿੱਚ ਰਹਿੰਦੇ ਹੋ। ਇਹ ਸਾਰਿਆਂ ਦੇ ਦੇਖੋਗੇ ਜ਼ਿੰਦਗੀ, ਜਦੋਂ ਤੁਸੀਂ ਇਹਨਾਂ ਦੇ ਇਤਿਹਾਸ ਪੜ੍ਹਦੇ ਹੋ ਨਾ, ਇਹਨਾਂ ਨੇ ਚਾਹੇ ਬਹੁਤ ਬਹੁਤ ਕਮਾਈਆਂ ਕੀਤੀਆਂ, ਵੱਡੇ ਧਨਾਢ ਬਣੇ, ਵੱਡੇ ਯੋਧੇ ਸੀਗੇ, ਵੱਡੀਆਂ ਇਹਨਾਂ ਦਾ ਜਿਹੜਾ ਰਾਜ ਭਾਗ ਸੀਗਾ,
ਭਾਈ ਜਥੇਦਾਰ ਬਘੇਲ ਸਿੰਘ ਦਾ ਰਾਜ ਜਿਹੜਾ ਹੁਸ਼ਿਆਰਪੁਰ ਹਰਿਆਣਾ ਉੱਥੋਂ ਲੈ ਕੇ ਤਰਾਵੜੀ ਤੱਕ ਇਹਨਾਂ ਦੇ ਇੱਕ ਜਿਹੜਾ ਆਪਾਂ ਜਦੋਂ ਚਾਹੀਦਾ ਨਾ ਕਰਨਾਲ ਤੋਂ ਪਹਿਲਾਂ ਤਰਾਵੜੀ, ਇੱਕ ਤਰਾਵੜੀ ਇਹਨਾਂ ਦਾ ਹੈਡ ਆਫਿਸ ਹੁੰਦਾ ਸੀਗਾ ਤੇ ਇੱਕ ਹਰਿਆਣੇ ਹੁੰਦਾ ਸੀਗਾ ਜਿਹੜਾ ਹੁਸ਼ਿਆਰਪੁਰ ਦੇ ਕੋਲ ਹੈ। ਤੇ ਇਹਨਾਂ ਦਾ ਜਿਹੜਾ ਰਾਜ ਭਾਗ ਸੀ ਜਮਨਾ ਤੋਂ ਪਾਰ ਤੱਕ ਸੀਗਾ। ਉੱਥੋਂ ਤੱਕ ਦੇ ਸਾਰੇ ਰਾਜੇ, ਛੋਟੇ ਛੋਟੇ ਰਾਜੇ ਜਿਹੜੇ ਸੀਗੇ ਉਹ ਇਹਨਾਂ ਦੀ ਈਨ ਮੰਨਦੇ ਸੀ, ਇਹਨਾਂ ਨੂੰ ਟੈਕਸ ਦਿੰਦੇ ਸੀਗੇ, ਇਹਨਾਂ ਨੂੰ ਆਪਣਾ ਆਗੂ ਮੰਨਦੇ ਸੀਗੇ। ਸੋ ਇਹ ਇੰਨਾ ਵੱਡਾ ਇਹਨਾਂ ਦਾ, ਪਰ ਸਾਰਾ ਕੁਝ ਜਦੋਂ ਮੌਕਾ ਆਉਂਦਾ, ਜੋ ਸਮਾਂ ਹੁੰਦਾ ਤੇ ਸਾਰਾ ਕੁਝ ਗੁਰੂ ਤੋਂ ਨਿਸ਼ਾਵਰ ਕਰਨ ਨੂੰ ਵੀ ਤਿਆਰ ਰਹਿੰਦੇ ਸੀਗੇ। ਸੋ ਭਾਈ ਸੁਬੇਗ ਸਿੰਘ ਜੀ ਜਦੋਂ ਪਰਖ ਦੀ ਘੜੀ ਆਈ ਤੇ ਉਹਨਾਂ ਨੇ ਆਪਣਾ ਜਿੰਦ ਜਾਨ ਸਮੇਤ ਪੁੱਤਰ ਦੇ ਆਪਣੇ ਸਿੱਖੀ ਤੋਂ ਵਾਰਨੇ ਘੋਰਨੇ ਹੋ ਕੇ ਇਹੀ ਜੀ ਅਦੁੱਤੀ ਸ਼ਹਾਦਤ ਨੂੰ ਪ੍ਰਾਪਤ ਕੀਤਾ ਵੀ ਅੱਜ ਅਸੀਂ ਰੋਜ਼ ਉਹਨਾਂ ਨੂੰ ਅਰਦਾਸ ਵਿੱਚ ਯਾਦ ਕਰਦੇ ਹਾਂ, ਚਰਖੜੀਆਂ ਤੇ ਚੜੇ। ਇਹ ਜੇ ਮਹਾਨ ਗੁਰਸਿੱਖ ਲੱਖੀ ਸ਼ਾਹ ਬਨਜਾਰਾ ਜੀ, ਇੰਨਾ ਉਹਨਾਂ ਦਾ ਰਾਜ ਭਾਗ, ਇੰਨਾ ਉਹਨਾਂ ਕੋਲ ਸਮਾਇਆ, ਇੰਨੀ ਉਹਨਾਂ ਪਰ ਉਹਦੇ ਨਾਲ ਜੁੜੇ ਨਹੀਂ। ਇਹ ਜਿਹੜਾ ਮਾਇਆ ਜਿਹੜੀ ਉਹਨਾਂ ਨੇ ਇਕੱਠੀ, ਉਹਨਾਂ ਦੇ ਕੋਲੇ ਸਹਿਜ ਸੁਭਾਅ, ਜਦੋਂ ਮਹਾਰਾਜ ਦੀ ਗੁਰਸਿੱਖੀ ਕਮਾਉਂਦੇ ਆ, ਮਿਹਨਤ ਕਰਦੇ ਆ, ਗੁਰੂ ਦੇ ਲੜ ਲੱਗਿਆ, ਸੱਚ ਦੀ ਕਿਰਤ ਕਰਦੇ ਆ, ਧਰਮ ਦੇ ਉੱਤੇ ਪਹਿਰਾ ਦਿੰਦੇ ਆ, ਉਹਨਾਂ ਨੇ ਕਮਾਏ ਜੋ ਮਹਾਰਾਜ ਨੇ ਬਰਕਤਾਂ ਦਿੱਤੀਆਂ, ਉਹਨਾਂ ਨੂੰ ਉਹਨਾਂ ਨੇ ਸਾਂਭਿਆ। ਪਰ ਉਹ ਸਾਰੀ ਬਰਕਤਾਂ ਉਹਨਾਂ ਨੇ ਗੁਰੂ ਦੀ ਜਾਣ ਕੇ ਸਾਂਭਿਆ। ਉਹਦੇ ਉੱਤੇ ਆਪਣਾ ਦਾਵਾ ਨਹੀਂ ਕੀਤਾ। ਉਹਨੂੰ ਕਿਹਾ ਜੋ ਕੁਛ ਹੈ ਸੋ ਤੇਰਾ ਮੇਰਾ, ਮੁਝ में ਕੁਛ ਨਹੀਂ। ਆਪਣਾ ਨਹੀਂ ਮੰਨਿਆ, ਗੁਰੂ ਦੀ ਦਾਤ ਮੰਨੀ ਉਹਨਾਂ ਨੇ। ਔਰ ਜਦੋਂ ਸਮਾਂ ਆਇਆ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਤੇ ਉਦੋਂ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਹੁਣ ਮੇਰਾ ਕੀ ਬਣੇਗਾ, ਮੇਰੇ ਪਰਿਵਾਰ ਦਾ ਕੀ ਬਣੇਗਾ। ਗੁਰੂ ਮਹਾਰਾਜ ਦੇ ਉਹਨਾਂ ਦੇ ਜ਼ਿੰਮਾ ਲੱਗਿਆ ਸੀ, ਗੁਰੂ ਮਹਾਰਾਜ ਦਾ ਜਿਹੜਾ ਸਰੀਰ ਸੀ ਪਵਿੱਤਰ ਦੇਹ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਜ਼ਿੰਮਾ ਲੱਗਿਆ ਸੀ ਉਹਨੂੰ ਸਾਂਭਣ ਦਾ। ਤੇ ਭਾਈ ਲੱਖੀ ਸ਼ਾਹ ਬਨਜਾਰਾ ਜੀ ਨੇ ਉਹ ਦੇਹ ਸਾਂਭੀ ਬੜੀ ਜੁਗਤ ਦੇ ਨਾਲ। ਹਾਂਜੀ, ਉਹ ਬੜੀ ਲੰਬੀ ਸਾਖੀ ਹੈ, ਕਦੇ ਮੌਕਾ ਮਿਲਿਆ ਆਪ ਜੀ ਨਾਲ ਸਾਂਝ ਪੈਣ ਦਾ ਦੁਬਾਰਾ ਤੇ ਉਹ ਸਾਖੀ ਆਪਣਾ ਸਾਂਝ ਕਰਾਂ। ਕਿਸ ਤਰ੍ਹਾਂ ਉਹਨਾਂ ਸਿੰਘਾਂ ਨੇ ਇੱਕ ਬੜੀ ਵੱਡੀ ਵਿਰੋਧ ਬਣਾ ਕੇ ਗੁਰੂ ਮਹਾਰਾਜ ਦਾ ਸੀਸ ਤੇ ਉਹਨਾਂ ਦਾ ਧੜ ਜਿਹੜਾ ਕਹਿਤਾ ਸੀਗਾ ਵੀ ਇਹਨਾਂ ਦੀ ਬੇਰੁਮਤੀ ਕਰਨੀ ਹੈ, ਇਹਨਾਂ ਨੂੰ ਦਿੱਲੀ ਦੇ ਵਿੱਚ ਕੋਈ ਹੱਥ ਨਹੀਂ ਲਾਏਗਾ, ਇਹਨਾਂ ਨੂੰ ਬੇਰੁਮਤੀ ਹੋਏਗੀ ਗੁਰੂ ਮਹਾਰਾਜ ਦੇ ਪਵਿੱਤਰ ਸੀਸ ਦੀ ਤੇ ਦੇ ਦੇ। ਪਰ ਸਿੰਘਾਂ ਨੇ ਕਿਹਾ ਵੀ ਇਹ ਚੈਲੰਜ ਅਸੀਂ ਕਬੂਲਦੇ ਆ ਤੇ ਉਹਨਾਂ ਨੇ ਗੁਰੂ ਮਹਾਰਾਜ ਦਾ ਸੀਸ ਵੀ ਸਾਂਭਿਆ ਤੇ ਉਹਨਾਂ ਨੇ ਗੁਰੂ ਮਹਾਰਾਜ ਦੇ ਜਿਹੜਾ ਪਵਿੱਤਰ ਦੇਹ ਸੀ ਉਹ ਵੀ ਸਾਂਭੀ। ਤੇ ਭਾਈ ਲੱਖੀ ਸ਼ਾਹ ਬਨਜਾਰਾ ਜੀ ਨੇ ਆਪਣੇ ਘਰ ਦੇ ਵਿੱਚ ਜਾ ਕੇ, ਜਿਹੜਾ ਇਸ ਵੇਲੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ, ਉੱਥੇ ਜਾ ਕੇ ਉਹ ਦੇਹ ਅੰਦਰ ਬਿਰਾਜਮਾਨ ਕਰਕੇ ਤੇ ਘਰ ਨੂੰ ਹੀ ਅੱਗ ਲਾ ਕੇ ਉਸ ਦੇਹ ਦਾ ਸੰਸਕਾਰ ਕੀਤਾ। ਤੇ ਜਿਹੜਾ ਅੱਜ ਦੇ ਵਿੱਚ ਜਿਹੜੀ ਅਜੋਕੀ ਦਿੱਲੀ ਹੈ, ਨਵੀਂ ਦਿੱਲੀ ਹੈ, ਜਿਹਨੂੰ ਲਿਟਰਸ ਦਿੱਲੀ ਕਹਿੰਦੇ ਆ, ਇਹ ਸਾਰੀ ਦੀ ਸਾਰੀ ਜ਼ਮੀਨ ਲੱਖੀ ਸ਼ਾਹ ਬਨਜਾਰਾ ਜੀ ਦੀ ਸੀਗੀ। ਕਿੰਨੇ ਏਕੜ ਸੀਗੀ, ਸੈਂਕੜੇ ਏਕੜ ਜ਼ਮੀਨ। ਰਾਇਸੀਨਾ ਪਿੰਡ ਹੁੰਦਾ ਸੀਗਾ, ਮਾਲਚਾ ਪਿੰਡ ਹੁੰਦਾ ਸੀ, ਇਹ ਸਾਰੇ ਪਿੰਡਾਂ ਦੀ ਜ਼ਮੀਨਾਂ ਦੇ ਮਾਲਕ ਸੀਗੇ। ਉੱਥੇ ਬਹੁਤ ਵੱਡੇ ਇਹ ਧਨਾੜ ਇੱਕ ਜ਼ਿਮੀਂਦਾਰ ਵੀ ਸੀਗੇ। ਔਰ ਉਹ ਸਾਰੀ ਜ਼ਮੀਨਾਂ ਬਾਅਦ ਵਿੱਚ ਜਦੋਂ ਅੰਗਰੇਜ਼ ਆਏ, ਉਹਨਾਂ ਨਵੀਂ ਦਿੱਲੀ ਬਣਾਉਣੀ ਸੀ, ਉਹਦੀ ਇੱਕ ਅਲੱਗ ਗਾਥਾ ਹੈ ਕਿਵੇਂ ਉਹਨਾਂ ਨੇ ਸਾਡੇ ਉਸ ਵੇਲੇ ਦੇ ਸਰਦਾਰਾਂ ਤੋਂ ਜਿਹੜੇ ਉਹਨਾਂ ਨੇ ਸਰਦਾਰ ਬਹਾਦਰਾਂ ਦੇ ਖਿਤਾਬ ਲਿੱਤੇ ਤੇ ਇਹ ਸਾਰੀ ਜ਼ਮੀਨ ਜਿਹੜੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਂ ਤੇ ਸੀਗੀ, ਉਹਦਾ ਉਹਨਾਂ ਦੇ ਨਾਲ ਇੱਕ ਡੀਲ ਕਰਕੇ ਨਵੀਂ ਦਿੱਲੀ ਵਸਾਉਣ ਵਾਸਤੇ ਜਗ੍ਹਾ ਦਿੱਤੀ। ਸੋ ਇਹ ਜਿੱਥੇ ਪਾਰਲੀਮੈਂਟ ਹਾਊਸ ਹੈ, ਜਿੱਥੇ ਰਾਸ਼ਟਰਪਤੀ ਭਵਨ ਹੈ, ਹੋਰ ਸਾਰੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ, ਇਹ ਸਾਰੀਆਂ ਇੱਕ ਇਹ ਲੱਖੀ ਸ਼ਾਹ ਬਨਜਾਰਾ ਜੀ ਦੀ ਮਲਕੀਅਤ ਸੀ, ਜਿਹੜੀ ਜਥੇਦਾਰ ਬਘੇਲ ਸਿੰਘ ਜੀ ਨੇ ਹਿੱਕ ਦੇ ਜ਼ੋਰ ਤੇ ਮੁਗਲ ਦਰਬਾਰ ਤੋਂ ਵਾਪਸ ਲੈ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਂ ਲਗਾਈ ਸੀ। ਸੋ ਇਹ ਮਹਾਨ ਗੁਰਸਿੱਖਾਂ ਦੀ। ਸੋ ਜਦੋਂ ਤੁਸੀਂ ਮੇਰੀ ਤੁਹਾਨੂੰ ਬੇਨਤੀ ਹੈ, ਤੁਸੀਂ ਜਦੋਂ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ, ਤੁਸੀਂ ਆਸਰਾ ਗੁਰੂ ਦਾ ਲੈਣਾ ਹੈ, ਬਾਣੀ ਦਾ ਟੇਕ ਰੱਖਣੀ। ਆਪਾਂ ਸਾਡਾ ਸਭ ਤੋਂ ਵੱਡਾ ਸਮਰੱਥ ਸਤਿਗੁਰੂ ਹੈਗਾ, ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਾਹ ਵਾਹ, ਬਾਣੀ ਨਿਰੰਕਾਰ ਹੈ, ਇਹ ਬਾਣੀ ਸਾਡੀ ਨਿਰੰਕਾਰ ਸਰੂਪ ਹੈ। ਇੱਥੋਂ ਸਾਨੂੰ ਸਾਰੀਆਂ ਮਨ ਵਾਂਛਤ ਜੋ ਚਾਹੀਦਾ ਹੈ ਨਾ, ਸਭ ਕੁਝ ਮਿਲਦਾ ਹੈ। ਜੋ ਜੀ ਚਾਹੀਏ, ਜੋ ਮੰਗੀਏ, ਇਹ ਮਨਸਾ ਪੂਰਨਹਾਰ ਹੈ ਦਾਤਾ ਸਾਡਾ। ਹਾਂਜੀ, ਮਹਾਰਾਜ ਬਚਨ ਕਰਦੇ ਨੇ, ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ, ਬਾਣੀ ਵਿਚਾਰੀਏ ਜੀਓ, ਸਿਮਰਤ ਸਾਸ ਗਿਰਾਸ ਪੂਰਨ ਵਿਸ਼ਵਾਸ, ਕਿਉਂ ਮਨੋਂ ਵਿਸਾਰੀਏ ਜੀਓ। ਪੂਰਾ ਵਿਸ਼ਵਾਸ ਰੱਖਣਾ, ਮਨੋਂ ਨਹੀਂ ਵਿਸਾਰਨਾ ਦਾਤਾ ਨੂੰ। ਕਿਉਂ ਮਨੋਂ ਵਿਸਾਰੀਏ ਨਿਮਕ ਨਹੀਂ ਟਾਰੀਏ, ਗੁਣਵੰਤ ਪ੍ਰਾਣ ਹਮਾਰੇ, ਮਨ ਵਾਂਛਤ ਫਲ ਦੇਤ ਸੁਆਮੀ, ਜੀ ਕੀ ਬਿਰਥਾ ਸਾਰੇ। ਸਾਡੀਆਂ ਹਿਰਦੇ ਦੀਆਂ ਉਹ ਜਾਣਦਾ ਹੈ, ਉਹ ਜਾਣ ਕੇ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ। ਉਹਨੂੰ ਕਹਿਣ ਦੀ ਵੀ ਲੋੜ ਨਹੀਂ ਪੈਂਦੀ, ਪਰ ਕਦੇ ਕਦੇ ਲੋੜ ਪੈ ਜਾਵੇ, ਆਪਾਂ ਕਿਸੇ ਹੋਰ ਕੋਲ ਨਹੀਂ ਜਾਣਾ। ਮੈਂ ਇੱਕ ਸ਼ਬਦ ਤੁਹਾਡੇ ਨਾਲ ਸ਼ੇਅਰ ਕਰਦਾ, ਤੁਸੀਂ ਇਹਨੂੰ ਜਦੋਂ ਦੇਖੋਗੇ ਤੇ ਆਪਾਂ ਨੂੰ ਇਹ ਮਹਾਰਾਜ ਸਾਨੂੰ ਦੱਸਦੇ ਨੇ ਗੁਰਸਿੱਖਾਂ ਦਾ ਜਿਹੜਾ ਕੀ ਕਰਤੱਵ ਕੀ ਹੈਗਾ, ਉਹ ਕਿਸ ਤਰ੍ਹਾਂ। ਹਾਂਜੀ, ਆ ਸ਼ਬਦ ਦੇਖਦੇ ਹੋ ਤੁਸੀਂ, ਗੂਜਰੀ ਮਹਿਲਾ ਪੰਜਵਾਂ,
मता मसूरत अवर सियानप जन को कछु न आयो, जहां जहां अवसर आए बने है तहां तहां हर त्यायो। ਮਤਾ ਮਸੂਰਤ, ਅਸੀਂ ਕਿਸੇ ਤੋਂ ਪੁੱਛਣਾ ਨਹੀਂ, ਕਿਸੇ ਜੋਤਸ਼ੀ ਤੋਂ ਨਹੀਂ ਪੁੱਛਣਾ, ਕੋਈ ਮੁਹੂਰਤ ਨਹੀਂ ਕਢਾਣਾ, ਅਸੀਂ ਕੋਈ ਕਿਸੇ ਦੀ ਸਿਆਣਪ ਵੱਲ ਨਹੀਂ ਜਾਣਾ। ਸਾਨੂੰ ਜਦੋਂ ਕੋਈ ਲੋੜ ਪਈ, ਜਿੱਥੇ ਜਿੱਥੇ ਅਵਸਰ ਪੈਣਾ, ਅਸੀਂ ਗੁਰੂ ਨੂੰ ਧਿਆਉਣਾ ਹੈ, ਆਪਣੇ ਸੱਚੇ ਪਾਤਸ਼ਾਹ ਅੱਗੇ ਅਰਜ਼ੋਈ ਕਰਨੀ ਹੈ। ਖੁਸ਼ੀ ਹੈ, ਗਮੀ ਹੈ, ਔਖਾ ਸਮਾਂ ਹੈ, ਚੜ੍ਹਦੀ ਕਲਾ ਦਾ ਸਮਾਂ ਹੈ, ਅਸੀਂ ਉੱਥੇ ਜੇ ਖੁਸ਼ੀ ਆਈ ਹੈ ਤਾਂ ਗੁਰੂ ਦਾ ਸ਼ੁਕਰਾਨਾ ਕਰਨਾ, ਔਖਾ ਸਮਾਂ ਆਇਆ ਗੁਰੂ ਅੱਗੇ ਅਰਦਾਸ ਕਰਕੇ ਬਲ ਮੰਗਣਾ ਗੁਰੂ ਤੋਂ ਕਿ ਮਹਾਰਾਜ ਤੁਹਾਡਾ ਆਪਣਾ ਬਲ ਬਖਸ਼ੋ ਤੇ ਅਸੀਂ ਇਹ ਜਿਹੜੀ ਔਕੜ ਆਈ ਹੈ ਤੁਸੀਂ ਪਾਰ ਭੂਲੀਏ, ਇਸ ਤੋਂ ਅਸੀਂ ਪਾਰ ਕਰੀਏ। ਰੱਬ ਕੋ ਭਗਤ ਵਛਲ ਬਿਰਦਾਇਓ, ਕਰੇ ਪ੍ਰਤਪਾਲ ਬਾਰਿਕੀ ਨਿਆਈ, ਜਨ ਕੋ ਲਾਡ ਲਡਾਇਓ। ਅਸੀਂ ਉਹਦੇ ਬਾਰਕ ਹੈ, ਸਾਨੂੰ ਲਾਡ ਲਡਾਉਂਦਾ ਹੈ, ਸਾਡੀਆਂ ਸਾਰੀਆਂ ਲੋੜਾਂ ਸਤਿਗੁਰੂ ਪੂਰਾ ਕਰਦੇ ਨੇ। ਸਾਨੂੰ ਉੱਥੇ ਇੰਨਾ ਨਿਸ਼ਚਾ ਹੋਵੇ। ਅੱਗੇ ਮਹਾਰਾਜ ਕਹਿੰਦੇ ਜਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਓ। ਆਹ ਦੁਨੀਆ ਜਿਹੜੇ ਮਰਜ਼ੀ ਜਪ ਤਪ ਕਰੇ, ਸੰਜਮ ਕਰੇ, ਕੋਈ ਗਿਣਤੀਆਂ ਮਿਣਤੀਆਂ ਚ ਪਵੇ, ਅਸੀਂ ਨਹੀਂ, ਅਸੀਂ ਕੋਈ ਕਰਮ ਧਰਮ, ਸਾਨੂੰ ਸਾਰਿਆਂ ਤੋਂ ਮਹਾਰਾਜ ਨੇ ਛੁਟਕਾਰਾ ਦੇਤਾ, ਸਾਨੇ ਬੜਾ ਆਜ਼ਾਦ ਬਣਾਤਾ ਮਹਾਰਾਜ ਨੇ, ਸਾਡੇ ਸਾਰੇ ਬੰਧਨ ਤੋੜਤੇ, ਕੋਈ ਕਰਮ ਧਰਮ ਸੰਜਮ ਕਰਨ ਦੀ ਲੋੜ ਨਹੀਂ, ਸਿਰਫ ਕੀਰਤਨ ਗਾਉਣਾ ਹੈ, ਹਰੀ ਦਾ ਕੀਰਤਨ ਗਾਉਣਾ ਹੈ ਤੇ ਉੱਥੋਂ ਸਾਨੂੰ ਸਾਰੀਆਂ ਮਨ ਬਾਂਛਤ ਸਾਨੂੰ ਜਿਹੜੀਆਂ ਸਾਡੀਆਂ ਲੋੜਾਂ ਨੇ ਗੁਰੂ ਦੇ ਕੋਲੋਂ ਮਿਲਦੀਆਂ ਨੇ। ਸੋ ਗੁਰੂ ਦੇ ਇਹ ਸਿੱਖ ਦਾ ਗੁਰਮਤ ਦਾ ਇਹ ਖੇਡ ਹੈਗੀ ਹੈ। ਸਾਡੀ ਜਦੋਂ ਖੁਸ਼ੀਆਂ ਹੁੰਦੀਆਂ ਤਾਂ ਵੀ ਅਸੀਂ ਕੀਰਤਨ ਕਰਦੇ ਹਾਂ, ਸਾਡੇ ਘਰ ਜੇ ਕੋਈ ਜੀ ਚਲੇ ਜਾਂਦਾ, ਚਲਾਣਾ ਕਰ ਜਾਂਦਾ ਤਾਂ ਵੀ ਅਸੀਂ ਕੀਰਤਨ ਕਰਦੇ ਹਾਂ। ਕੋਈ ਹੋਰ ਜਪਤਾ ਸੰਜਮ ਨਹੀਂ ਕਰਨਾ, ਕੋਈ ਹੋਰ ਕਰਮ ਕਾਂਡ ਨਹੀਂ ਕਰਨਾ। ਸ਼ਰਨ ਪਰਿਓ ਨਾਨਕ ਠਾਕੁਰ ਕੀ ਅਭੈ ਦਾਨ ਸੁਖ ਪਾਇਆ, ਸਾਨੂੰ ਨਿਰਭੈਤਾ ਬਖਸ਼ਦਾ ਹੈ, ਸਾਨੂੰ ਸੁਖ ਬਖਸ਼ਦਾ ਹੈ ਸਤਿਗੁਰੂ। ਸੋ ਮਹਾਰਾਜ ਕਿਰਪਾ ਕਰੇ ਤੁਸੀਂ ਜਦੋਂ ਜ਼ਿੰਦਗੀ ਵਿੱਚ ਇਹ ਆਪਣੀ ਅੱਗੇ ਚੱਲਦੇ ਹੋ, ਪੜ੍ਹਾਈਆਂ ਕਰਦਿਆਂ ਹੋਇਆ ਮਹਾਰਾਜ ਸਾਡੇ ਤੇ ਆਪਣਾ ਓਟ ਆਸਰਾ ਬਣਾਈ ਰੱਖੇ। ਆਪਾਂ ਕਦੇ ਕਿਸੇ ਦੇ ਕੋਲ ਹੱਥ ਨਹੀਂ ਅੱਡਣਾ, ਆਪਾਂ ਗੁਰੂ ਕੋਲੋਂ ਮੰਗਣਾ। ਜੇ ਕਿਸੇ ਦਾ ਸਵਾਲ ਇਸ ਸਮੇਂ ਚਾਹੁੰਦਾ, ਆਪਾਂ ਇਸੇ ਸਮੇਂ ਤੋਂ ਅੱਗੇ ਨਿਕਲ ਗਏ ਆ ਤੇ ਤੁਹਾਡੇ ਪਿੱਛੇ ਕੋਈ ਇਸੇ ਪ੍ਰਕਾਰ ਦਾ ਕੋਈ ਸਵਾਲ ਹੋਵੇ ਤੇ ਜ਼ਰੂਰ ਪੁੱਛ ਸਕਦੇ ਆ, ਪਰ ਆਪਾਂ ਨਹੀਂ ਤਾਂ ਇਹਨੂੰ ਹੁਣੇ ਆਪਾਂ ਇੱਥੇ ਸੰਕੋਚਨ ਵੱਲ ਚੱਲਦੇ ਆ ਜੀ। ਵਾਹਿਗੁਰੂ। ਠੀਕ ਹੈ ਜੀ। ਸੋ ਸਮਾਂ ਵੀ ਆਪਣੀ ਚਾਲ ਚੱਲਦਾ ਹੋਇਆ ਪਹੁੰਚ ਗਿਆ ਹੈ ਜਿੱਥੇ ਤੱਕ ਮੈਨੂੰ ਹੁਕਮ ਹੋਇਆ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ। ਗੁਰੂ ਮਹਾਰਾਜ ਦਾ ਤਾਂ ਬਹੁਤ ਕੋਟਾਨ ਕੋਟ ਸ਼ੁਕਰ ਹੈ ਜੋ ਜਿੰਨੀ ਕੁ ਮੈਨੂੰ ਛੋਟੀ ਮੱਤ ਮੇਰੀ ਹੈ, ਜੋ ਮੈਂ ਜ਼ਿੰਦਗੀ ਵਿੱਚ ਇਹ ਚੱਲਦੇ ਆ, ਜੋ ਗੁਰਸਿੱਖਾਂ ਦੀ ਸੰਗਤ ਕਰਦੇ ਆ, ਗੁਰੂ ਦੇ ਬਾਣੀ ਕਮਾਉਂਦੇ ਆ, ਜੋ ਤਿਨਕਾ ਮਾਤਰ ਝੋਲੀ ਚ ਪਿਆ, ਉਹ ਆਪਣੀ ਮੱਤ ਅਨੁਸਾਰ ਆਪ ਜੀ ਦੇ ਨਾਲ ਸਾਂਝ ਪਾਈ ਹੈ ਸਾਰੇ ਗੁਰੂ ਦੇ ਪਿਆਰਿਆਂ ਨਾਲ। ਸੋ ਇਹ ਚ ਗਲਤੀਆਂ ਮੇਰੀਆਂ ਜਾਣਨੀਆਂ ਤੇ ਬਖਸ਼ਿਸ਼ਾਂ ਸਾਰੀਆਂ, ਜੋ ਗਿਆਨ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੈਗਾ, ਉਹਦੇ ਉੱਤੇ ਤੁਸੀਂ ਪਹਿਰਾ ਦੇਣਾ ਤੇ ਗੁਰੂ ਕਿਰਪਾ ਕਰੇ ਤੁਹਾਡੇ ਹਰ ਮਨੋਕਾਮਨਾ ਤੁਹਾਡੀ ਜ਼ਿੰਦਗੀ ਦੀ ਉਹ ਮਹਾਰਾਜ ਤੁਹਾਡੇ ਪੂਰੀਆਂ ਕਰੇ। ਹਰ ਬਦਾਨੇ ਤੁਹਾਨੂੰ ਫਤਿਹ ਮਿਲੇ, ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਕਾਮਯਾਬ ਜ਼ਿੰਦਗੀ ਹੋਵੇ ਤੇ ਤੁਸੀਂ ਗੁਰਸਿੱਖ ਬਣ ਕੇ ਜਿਹੜਾ ਮਕਸਦ ਦੇ ਨਾਲ ਇਹ ਜਿਹੜਾ ਉਪਰਾਲਾ ਚੱਲ ਰਿਹਾ ਐਡੂਕੇਟ ਪੰਜਾਬ ਦਾ, ਤੁਹਾਡੇ ਨਾਲ ਇਹ ਗੁਰੂ ਕੇ ਪਿਆਰੇ ਸਾਂਝ ਪਾਉਂਦੇ ਨੇ, ਤੁਹਾਡੇ ਵਿੱਚ ਗੁਰਸਿੱਖੀ ਪਰਪੱਕਤਾ ਆਵੇ। ਆਪਾਂ ਗੁਰਸਿੱਖੀ ਨੂੰ ਆਪਣਾ ਜੀਵਨ ਦਾ ਸਭ ਤੋਂ ਪ੍ਰਥਮ ਅੰਗ ਰੱਖਣਾ ਤੇ ਬਾਕੀ ਕੰਮ ਸਾਡੇ ਦੂਜੇ ਨੇ। ਸੋ ਜਿੱਥੇ ਵੀ ਸਾਡਾ ਲੱਗੇ ਵੀ ਗੁਰਮਤ ਦੇ ਉੱਤੇ ਕੋਈ ਸਾਡਾ ਕੰਪਰੋਮਾਈਜ਼ ਹੋ ਰਿਹਾ, ਉਹ ਕੰਮ ਆਪਾਂ ਜ਼ਿੰਦਗੀ ਵਿੱਚ ਨਹੀਂ ਕਰਨਾ। ਜਿੱਥੇ ਸਾਡੇ ਪੰਥ ਨੂੰ ਹਾਨੀ ਹੁੰਦੀ ਹੈ ਉਹ ਕੰਮ ਆਪਾਂ ਨਹੀਂ ਕਰਨਾ। ਇਹ ਦੋ ਚੀਜ਼ਾਂ ਦਾ ਧਿਆਨ ਰੱਖ ਕੇ ਬਾਕੀ ਸਾਰੇ ਕਾਰਜ ਆਪਾਂ ਕਰਨੇ ਜ਼ਿੰਦਗੀ ਦੇ ਚੜ੍ਹਦੀ ਕਲਾ ਵਿੱਚ ਗੁਰੂ ਦਾ ਓਟ ਆਸਰਾ ਲੈ ਕੇ। ਮਹਾਰਾਜ ਸਾਨੂੰ ਚੜ੍ਹਦੀਆਂ ਕਲਾ ਬਖਸ਼ੇ। ਅਰਦਾਸ ਗੁਰੂ ਦੇ ਅੱਗੇ ਤੁਹਾਡੀ ਪੜ੍ਹਾਈਆਂ ਵੀ ਸਾਨੂੰ ਮਹਾਰਾਜ ਸਫਲਤਾ ਬਖਸ਼ੇ, ਤੁਸੀਂ ਉਚੇਰੀ ਵਿਦਿਆ ਹਾਸਲ ਕਰੋ, ਜ਼ਿੰਦਗੀ ਵਿੱਚ ਤੁਸੀਂ ਬਹੁਤ ਉੱਚੇ ਮੁਕਾਮਾਂ ਤੇ ਪਹੁੰਚ ਕੇ ਖਾਲਸੇ ਦੀ ਜੈ ਜੈਕਾਰ ਹੋਵੇ। ਤੁਹਾਡੇ ਸੋਹਣੇ ਗੁਣਾਂ ਦੇ ਨਾਲ ਸੰਸਾਰ ਖਾਲਸੇ ਦੀ ਉਸਤਤ ਕਰੇ, ਗੁਰੂ ਪੰਥ ਦੀ ਉਸਤਤ ਕਰੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਵੀਰ ਜੀ ਦਾ। ਵੀਰ ਜੀ ਨੇ ਬੜੇ ਹੀ ਥੋੜੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਗੱਲਾਂ ਸਾਨੂੰ ਦੱਸੀਆਂ ਨੇ। ਆਸ ਹੈ ਤੁਸੀਂ ਸਾਰਿਆਂ ਨੇ ਜ਼ਰੂਰ ਨੋਟ ਕੀਤਾ ਹੋਵੇਗਾ ਕਿ ਉਹ ਇਤਿਹਾਸ ਜਿਹੜਾ ਅਸੀਂ ਬੜੀ ਵਾਰੀ ਪੜ੍ਹ ਜਾਂਦੇ ਹਾਂ। ਅੱਜ ਜਦੋਂ ਪੋਲਸ ਹੋ ਰਹੇ ਸਨ, ਜਦੋਂ ਤੁਸੀਂ ਆਨਸਰਸ ਕਰ ਰਹੇ ਸੀ ਤਾਂ ਬੜੇ ਸਾਰੇ ਆਨਸਰਸ ਏਦਾਂ ਦੇ ਸੀ ਜਿਹੜੇ ਸਾਨੂੰ ਲੱਗਦਾ ਸੀ ਕਿ ਅੱਛਾ ਇਹਦਾ ਆਨਸਰ ਇਹ ਵੀ ਹੈ। ਜਿਵੇਂ ਹੁਣ ਬਹੁਤ ਸਾਰਿਆਂ ਨੇ ਆਨਸਰ ਕੀਤਾ ਡਾਕਟਰ ਮਨਮੋਹਨ ਸਿੰਘ ਜੀ, ਪਰ ਡਾਕਟਰ ਮਨਮੋਹਨ ਸਿੰਘ ਜੀ ਤੋਂ ਪਹਿਲਾਂ ਵੀ ਭਾਈ ਸੁਬੇਗ ਸਿੰਘ ਜੀ ਕਿੰਨੇ ਵੱਡੇ ਮੈਥਮੈਟੀਸ਼ੀਅਨ ਹੋਏ ਨੇ, ਇਕਨੋਮਿਸਟ ਹੋਏ ਨੇ,
ਸੋ ਜ਼ਰੂਰ ਆਪਣੇ ਇਤਿਹਾਸ ਨੂੰ ਪੜ੍ਹੀਏ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਨਿਮਾਣੀ ਜੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਆਪਣਾ ਸਮਾਂ ਦਿੱਤਾ ਤੇ ਆਸ ਕਰਦੇ ਹਾਂ ਅੱਗੇ ਤੋਂ ਵੀ ਜਦੋਂ ਆਪ ਜੀ ਨੂੰ ਬੇਨਤੀ ਕਰਾਂਗੇ ਜ਼ਰੂਰ ਬੇਨਤੀ ਨੂੰ ਪ੍ਰਵਾਨ ਕਰੋਗੇ ਜੀ। ਔਰ ਵੀਰ ਜੀ ਨੇ ਬੜਾ ਵਧੀਆ ਇੱਕ ਮੈਸੇਜ ਦਿੱਤਾ ਹੈ ਸਾਨੂੰ, ਆਸ ਭਰੋਸਾ ਖਸਮ ਕਾ, ਕਿ ਅਸੀਂ ਭਰੋਸਾ ਆਪਣੇ ਕੇਵਲ ਤੇ ਕੇਵਲ ਗੁਰੂ ਤੇ ਰੱਖਣਾ। ਔਰ ਸਾਡੇ ਗੁਰੂ ਨੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ, ਤੇ ਕੋਈ ਵੀ ਹੈ ਗੁਰੂ ਵੀਰ ਜੀ ਨੇ ਬੜੀ ਵਧੀਆ ਗੱਲ ਕੀ ਕਿ ਸਾਡਾ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਤੇ ਹੈ, ਸ਼ਬਦ ਤੇ ਹੈ। ਸਾਡੇ ਘਰ ਖੁਸ਼ੀ ਆਵੇ ਤਾਂ ਵੀ ਅਸੀਂ ਕੀਰਤਨ ਕਰਦੇ ਹਾਂ, ਸਾਡੇ ਘਰ ਗਮੀ ਆਵੇ ਅਸੀਂ ਤਾਂ ਵੀ ਕੀਰਤਨ ਕਰਦੇ ਹਾਂ। ਗੁਰੂ ਜੀ ਨੇ ਕਿਹਾ ਕਿ ਸਿੱਖ ਦਾ ਤਾਂ ਕਰਮ ਹੀ ਹੈ ਉਸ ਪਰਮਾਤਮਾ ਦੀ ਉਸਤਤ ਕਰਨਾ। ਕੀਰਤਨ ਮਤਲਬ, ਕਿਸੇ ਨੇ ਇੱਕ ਗੱਲ ਕੀਤੀ ਸੀ, ਕਹਿੰਦੇ ਕੀਰਤਨ ਦੇ ਨਾ ਅਰਥ ਜਿਹੜੇ ਨਿਕਲਦੇ ਨੇ, ਇੱਕ ਤਾਂ ਹੈਗਾ ਕਿ ਕੀ ਰਤਨ, ਕੀ ਹੁੰਦਾ ਨੇ KEY, ਕੀ ਹੁੰਦਾ ਚਾਬੀ, ਇੰਗਲਿਸ਼ ਚ ਕੀ ਬੋਲਦੇ ਆ ਨਾ, ਕਹਿੰਦੇ ਚਾਬੀ, ਕਹਿੰਦੇ ਰਤਨ ਹੈ। ਰਤਨ ਮਤਲਬ ਹੀਰਾ, ਉਸ ਹੀਰੇ ਤੱਕ ਪਹੁੰਚਣ ਦੀ ਚਾਬੀ ਹੈ ਕੀਰਤਨ। ਕਹਿੰਦੇ ਇਹਦਾ ਦੂਸਰਾ ਆਂਦਾ ਹੈ ਕੀਰ ਤੇ ਤਨ। ਇਹਨੂੰ ਅਗਰ ਆਪਾਂ ਡਿਵਾਈਡ ਇਹਨੂੰ ਕਰੀਏ ਨਾ, ਜਿੱਦਾਂ ਆਪਾਂ ਸੰਧੀ ਵਿਛੇਦ ਕਰਦੇ ਹਾਂ, ਕੀਰ ਤੇ ਤਨ, ਕੀ ਕਹਿੰਦੇ ਜਿਹੜਾ ਸਾਡੇ ਤਨ ਨੂੰ ਚੀਰ ਕੇ ਜਾਵੇ ਉਹ ਹੁੰਦਾ ਹੈ ਕੀਰਤਨ। ਤੇ ਇੱਕ ਹੈਗਾ ਜੀ ਕੀਰਤਨਾ, ਇਹ ਕਿਸੇ ਨੇ ਗੱਲ ਕੀਤੀ ਸੀ, ਕਹਿੰਦੇ ਜਿਹੜਾ ਕੀਰਤ ਨਾ ਹੋਵੇ ਉਹ ਹੁੰਦਾ ਹੈ ਕੀਰਤਨ। ਸੋ ਬਹੁਤ ਧੰਨਵਾਦ ਵੀਰ ਜੀ ਦਾ। ਸੋ ਮੈਂ ਹੁਣ ਬੇਨਤੀ ਕਰਾਂਗੀ ਜੀ, ਅਸੀਂ ਇੱਕ ਹੈਂਡ ਰੇਜ਼ ਲਵਾਂਗੇ, ਪਰ ਉਸ ਤੋਂ ਪਹਿਲਾਂ ਮੈਂ ਇੱਕ ਅਨਾਉਂਸਮੈਂਟ ਫਿਰ ਦੁਬਾਰਾ ਕਰਨਾ ਚਾਹੁੰਦੀ ਹਾਂ ਕਿ ਕੱਲ ਨੂੰ ਬੱਚਿਆਂ ਦਾ ਟੈਸਟ ਹੋਣਾ। ਬਾਰ-ਬਾਰ ਬੱਚੇ ਕੁਐਸਚਨ ਪੁੱਛ ਰਹੇ ਸੀ ਕਿ ਟੈਸਟ ਕਿੱਦਾਂ ਹੋਏਗਾ। ਜਿਹੜੇ YouTube ਤੇ ਵਾਚ ਕਰ ਰਹੇ ਨੇ ਇਸ ਪ੍ਰੋਗਰਾਮ ਨੂੰ, ਇਸ ਕੈਂਪ ਨੂੰ ਰੈਗੂਲਰਲੀ, ਅਗਰ ਉਹ ਟੈਸਟ ਦਾ ਹਿੱਸਾ ਬਣਨਾ ਚਾਹੁੰਦੇ ਨੇ, ਟੈਸਟ ਦੇਣਾ ਚਾਹੁੰਦੇ ਨੇ, ਤਾਂ ਇਹ ਟੈਸਟ ਕੇਵਲ ਤੇ ਕੇਵਲ ਜ਼ੂਮ ਤੇ ਜੋ ਕੱਲ ਅਟੈਂਡ ਕਰਨਗੇ ਉਹਨਾਂ ਦਾ ਹੋਏਗਾ। ਔਰ ਇਸ ਟੈਸਟ ਦੇ ਵਿੱਚ ਆਨਲਾਈਨ ਜਿੱਦਾਂ ਤੁਸੀਂ ਚੈਟ ਕਰਦੇ ਹੋ ਉਦਾਂ ਹੀ ਹੋਏਗਾ, ਬਟ ਉਹ ਚੈਟ ਪ੍ਰਾਈਵੇਟਲੀ ਇਸ ਤਰ੍ਹਾਂ ਹੋਏਗੀ ਕਿ ਉਹ ਕਿਸੇ ਹੋਰ ਨੂੰ ਸ਼ੋ ਨਹੀਂ ਹੋਏਗੀ। ਔਰ ਉਸ ਤੋਂ ਇਲਾਵਾ ਇੱਕ ਸਪੈਸ਼ਲ ਜਸਵਿੰਦਰ ਸਿੰਘ ਜੀ ਖਾਲਸਾ UK ਵਾਲੇ, ਉਹਨਾਂ ਦਾ ਜੀਵਨ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਵੇਂ ਪਰਮਾਤਮਾ ਨਾਲ ਜੁੜ ਕੇ ਸਕਸੈਸ ਨੂੰ ਪ੍ਰਾਪਤ ਕੀਤਾ। ਵਾਹਿਗੁਰੂ ਥੋੜੇ ਕਨੈਕਸ਼ਨ ਦੀ ਪ੍ਰੋਬਲਮ ਆ ਗਈ। ਸੋ ਵਿਦਿਆਰਥੀਆਂ ਨੂੰ ਬੇਨਤੀ ਹੈ ਜਿਹੜੇ ਵੀ ਇਹ ਟੈਸਟ ਦੇਣਾ ਚਾਹੁੰਦੇ ਨੇ ਕਿਰਪਾ ਕਰਕੇ ਕੱਲ ਸਮੇਂ ਤੇ ਜੁਆਇਨ ਕਰਨ। ਸੋ ਹੁਣ ਇੱਕ ਹੈਂਡ ਰੇਜ਼ ਅਸੀਂ ਲੈ ਸਕਦੇ ਹਾਂ ਜੀ, ਕਿਰਪਾ ਕਰਕੇ ਜਿਨ੍ਹਾਂ ਨੇ ਹੈਂਡ ਰੇਜ਼ ਕੀਤਾ ਸੀ, ਅੱਜ ਨਵੇਂ ਹੈਂਡ ਰੇਜ਼ ਹੋ ਰਹੇ ਸਨ, ਇਸ ਕਰਕੇ ਬੇਨਤੀ ਕੀਤੀ ਹੈ। ਅਨਮੋਲ ਸਿੰਘ ਫਿਰੋਜ਼ਪੁਰ, 2-3 ਵਾਰੀ ਹੈਂਡ ਰੇਜ਼ ਹੋਇਆ ਹੈ, ਕਿਰਪਾ ਕਰਕੇ ਦੁਬਾਰਾ ਤੋਂ ਹੈਂਡ ਰੇਜ਼ ਕਰੋ ਜੀ ਜਿਹੜੇ ਕਰਨਾ ਚਾਹੁੰਦੇ ਨੇ। ਹਾਂਜੀ ਗਗਨਵੀਰ ਜੀ ਇਹਨਾਂ ਨੂੰ ਲੈਣਾ ਜੀ, ਹੁਸਨਪ੍ਰੀਤ ਕੌਰ, ਅਨਮੋਲ ਸਿੰਘ। ਹਾਂਜੀ ਆਪਣੀ ਵੀਡੀਓ ਔਨ ਕਰੋ ਜੀ ਜਿਨ੍ਹਾਂ ਨੇ ਹੈਂਡ ਰੇਜ਼ ਕੀਤਾ ਹੈ। ਹੁਸਨਪ੍ਰੀਤ ਕੌਰ ਜੀ ਪਲੀਜ਼ ਆਪਣੀ ਵੀਡੀਓ ਔਨ ਕਰੋ। ਹਾਂਜੀ ਕੱਲ ਦਾ ਜਿਹੜਾ ਸੈਸ਼ਨ ਦਾ ਟਾਈਮ ਹੈ ਉਹ ਸੇਮ ਹੀ ਹੋਏਗਾ ਜੀ। ਸੋ ਸਾਰਿਆਂ ਨੇ ਬੇਨਤੀ ਪ੍ਰਵਾਨ ਕਰਨੀ ਕਿ 5-10 ਮਿੰਟ ਪਹਿਲਾਂ ਹੀ ਜੁਆਇਨ ਕਰ ਲੈਣਾ ਜੀ। ਹਾਂਜੀ ਅਗਰ ਨਹੀਂ ਅਵੇਲੇਬਲ ਜੀ ਤਾਂ ਕਿਰਤਪ੍ਰੀਤ ਕੌਰ, ਅਸੀਂ ਪਹਿਲਾਂ ਜਿਹੜੇ ਨਵੇਂ ਵਿਦਿਆਰਥੀ ਉਹਨਾਂ ਨੂੰ ਲਈਏ ਜੀ। ਕਿਰਤਪ੍ਰੀਤ ਕੌਰ ਕਿਰਪਾ ਕਰਕੇ ਆਪਣੀ ਵੀਡੀਓਜ਼ ਨੂੰ ਔਨ ਰੱਖੋ ਤਾਂ ਕਿ ਤੁਹਾਨੂੰ ਸਪੌਟ ਕੀਤਾ ਜਾ ਸਕੇ। ਕਿਰਤਪ੍ਰੀਤ ਕੌਰ ਹਾਂਜੀ ਹਾਂਜੀ ਕਿਰਤਪ੍ਰੀਤ ਕੌਰ ਜੀ ਦੱਸੋ ਜੀ ਕੀ ਕਹਿਣਾ ਤੁਸੀਂ। ਥੋੜਾ ਉੱਚੀ ਬੋਲੋ ਜੀ। ਮੈਂ ਕੱਲ ਨੂੰ ਟੈਸਟ ਦੇਣਾ ਚਾਹੁੰਦੀ ਹਾਂ ਜੀ। ਓਕੇ ਜੀ ਜਿਹੜੇ ਟੈਸਟ ਦੇਣਾ ਚਾਹੁੰਦੇ ਹੋ ਠੀਕ ਹੈ ਜੀ। ਜਿਹੜੇ ਕੋਈ ਗੱਲ ਕਰਨਾ ਚਾਹੁੰਦੇ ਹਾਂਜੀ 4636 ਪ੍ਰਭਜੋਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜੋ ਅਰਦਾਸ ਦੇ ਟੌਪਿਕ ਚੱਲ ਰਿਹਾ ਸੀ ਉਹਦੇ ਬਾਰੇ ਕੁਝ ਕੁ ਵਿਚਾਰ ਸਾਂਝੇ ਕਰਨੇ ਆ ਜੀ। ਕਿ ਜੋ ਅਰਦਾਸ ਆ ਗਈ ਉਹ ਸਾਡੇ ਅੰਦਰਲੇ ਭਾਵ ਨੇਗੇ। ਅਰਦਾਸ ਦੇ ਆਪਾਂ
ਦੋ ਰੂਪ ਦੇਖਦੇ ਹਾਂ। ਇੱਕ ਉਹ ਜੋ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ, ਪੰਥ ਪ੍ਰਵਾਨਤ ਰਹਿਤ ਮਰਜ਼ਾਦਾ ਦੇ ਵਿੱਚ ਹੈ, ਜੋ ਅਸੀਂ ਨਿਤਨੇਮ ਕਰਨ ਉਪਰੰਤ ਜਾਂ ਸਮਾਗਮ ਉਪਰੰਤ ਕਰਦੇ ਹਾਂ। ਤੇ ਦੂਜੀ ਆ ਸਾਡੀ ਨਿੱਜ ਦੀ ਅਰਦਾਸ, ਜੋ ਕਿ ਅੱਖਰਾਂ ਦਾ ਮੁਤਾਜ ਨਹੀਂ। ਉਸ ਦੇ ਵਿੱਚ ਅਸੀਂ ਕਿਵੇਂ ਵੀ ਇੱਕ ਦੋ ਲਫ਼ਜ਼ਾਂ ਦੇ ਵਿੱਚ ਵੀ ਆਪਣੇ ਅੰਦਰਲੇ ਭਾਵ ਆ ਜਿਹੜੇ ਉਹ ਪ੍ਰਮਾਤਮਾ ਅੱਗੇ ਰੱਖ ਸਕਦੇ ਹਾਂ। ਸਰਬ ਕਲਾ ਸਮਰੱਥ ਪ੍ਰਮਾਤਮਾ ਅੱਗੇ ਕਿਸੇ ਦਾ ਵੀ ਹੁਕਮ ਨਹੀਂ ਚੱਲਦਾ, ਉਸ ਅੱਗੇ ਅਰਦਾਸ ਬੇਨਤੀ ਹੀ ਕੀਤੀ ਜਾ ਸਕਦੀ ਹੈ। ਗੁਰਬਾਣੀ ਦਾ ਫਰਮਾਨ ਹੈ, ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੇ ਅਰਦਾਸ। ਇਸ ਲਈ ਜਦੋਂ ਵੀ ਸਾਨੂੰ ਕੋਈ ਦੁੱਖ ਤਕਲੀਫ ਹੋਵੇ ਜਾਂ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਅਰਦਾਸ ਕਰਨੀ ਚਾਹੀਦੀ ਹੈ। ਜੀ ਕੀ ਵਿਰਥਾ ਹੋਏ ਸੋ ਗੁਰ ਪਹਿ, ਅਰਦਾਸ ਕਰ ਕੀਤਾ ਧੰਨਵਾਦ ਜੀ, ਲੋੜੀਏ ਬਹੁਤ ਕੰਮ, ਧੰਨਵਾਦ ਸੋ ਤੁਹਾਡਾ। ਹਰ ਪੈ ਆਖੀਏ। ਬਹੁਤ ਧੰਨਵਾਦ ਜੀ। ਸੋ ਹਾਂਜੀ ਅੱਜ ਦੇ ਸੈਸ਼ਨ ਦੀ ਅਸੀਂ ਇੱਥੇ ਸਮਾਪਤੀ ਕਰਦੇ ਹਾਂ, ਪਰ ਸਮਾਪਤੀ ਤੋਂ ਪਹਿਲਾਂ ਇੱਕ ਤੁਹਾਨੂੰ ਸਕਰੀਨ ਹੋਰ ਦਿਖਾਣੀ ਹੈ ਜੀ, ਸਾਰੇ ਜਣੇ ਪਲੀਜ਼ ਨੋਟ ਕਰ ਲੈਣਾ। ਜਿਸ ਤਰ੍ਹਾਂ ਤੁਹਾਨੂੰ ਕੱਲ ਵੀ ਅਨਾਉਂਸ ਕੀਤਾ ਗਿਆ ਸੀ ਕਿ ਅਕੈਡਮਿਕਸ ਦੀ ਇੱਕ ਕਲਾਸ ਜਿਹੜੀ ਹੈ ਉਹ ਸਟਾਰਟ ਹੋ ਰਹੀ ਹੈ। ਪਲੀਜ਼ ਨੋਟ ਕਰਨਾ ਜੀ, ਸਕਰੀਨ ਸ਼ੇਅਰ। ਕੱਲ ਤੋਂ ਜਿਹੜੀ ਕਲਾਸ ਸਟਾਰਟ ਹੋ ਰਹੀ ਹੈ ਹਰ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ। ਸੋ ਪਲੀਜ਼ ਆਪ ਜੀ ਨੇ ਆਈਡੀ ਤੇ ਪਾਸਵਰਡ ਨੂੰ ਨੋਟ ਕਰਨਾ। ਗਗਨਵੀਰ ਜੀ ਪਲੀਜ਼ ਸ਼ੇਅਰ ਕਰ ਦਿਓ ਜੀ। ਕੱਲ ਵੀ ਆਪ ਜੀ ਨੂੰ ਸ਼ੇਅਰ ਕੀਤਾ ਗਿਆ ਸੀ ਕਿ ਆਪਣੀ ਜਿਸ ਤਰ੍ਹਾਂ ਅਸੀਂ ਗੁਰਮਤਿ ਦੀ ਵਿਦਿਆ ਲੈ ਰਹੇ ਹਾਂ ਉਸ ਤਰ੍ਹਾਂ ਆਪਣੀ ਸਟੱਡੀ ਵੀ ਨਾਲ ਦੀ ਨਾਲ ਕਰਨੀ ਹੈ ਜੀ। ਸਾਰੇ ਬੱਚੇ ਜ਼ਰੂਰ ਨੋਟ ਕਰਨ ਤੇ ਵੱਧ ਤੋਂ ਵੱਧ ਬੱਚੇ ਇਹਦੇ ਵਿੱਚ ਹਾਜ਼ਰੀ ਭਰਨ ਤਾਂ ਕਿ ਤੁਸੀਂ ਆਪਣੇ ਗਿਆਨ ਦੇ ਵਿੱਚ ਵਾਧਾ ਕਰ ਸਕੋ। ਔਰ ਇਹਦੇ ਵਿੱਚ ਕਿਹੜੇ ਕਿਹੜੇ ਟੌਪਿਕਸ ਹੋਣਗੇ ਵੀਰ ਜੀ ਨੂੰ ਨੈਕਸਟ ਸਲਾਈਡ ਕਰਨਾ ਜੀ। ਟੌਡ ਮੈਜਿਕ ਹੋ ਗਿਆ, ਵਰਡ ਆਫ ਦਾ ਡੇ, ਸਾਰੇ ਜਿਹੜੇ ਟੌਪਿਕਸ ਨੇ ਇਸ ਕਲਾਸ ਦੇ ਵਿੱਚ ਕਵਰ ਕੀਤੇ ਜਾਣਗੇ। ਸੋ ਸਾਰਿਆਂ ਨੇ ਪਲੀਜ਼ ਆਈਡੀ ਪਾਸਵਰਡ ਦਾ ਸਕਰੀਨਸ਼ਾਟ ਲੈ ਲਓ। ਅਗਰ ਤੁਸੀਂ ਨੋਟ ਨਹੀਂ ਕਰ ਪਾਏ ਕਿਰਪਾ ਕਰਕੇ ਪਹਿਲੀ ਸਲਾਈਡ ਕਰਨਾ ਜੀ। ਸਾਰੇ ਜਣੇ ਪਲੀਜ਼ ਇਹਦਾ ਸਕਰੀਨਸ਼ਾਟ ਲੈ ਲਓ ਔਰ ਜ਼ਰੂਰ ਸਾਰਿਆਂ ਨੇ ਕਲਾਸ ਅਟੈਂਡ ਕਰਕੇ ਆਪਣੀ ਨੌਲੇਜ ਦੇ ਵਿੱਚ ਵਾਧਾ ਕਰਨਾ ਜੀ। ਸੋ ਭੁੱਲਾ ਚੁੱਕਾ ਦੀ ਖਿਮਾ ਅੱਜ ਦੇ ਕੈਂਪ ਦੀ ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।